गल सियासत दी होवे या धर्म दी, मुद्दा राष्ट्रीय होवे या अंतरराष्ट्रीय, गल समाज दी, गल आम आदमी दी, समाज ते सियासी बदला, सियासत दे खिडारियां दे दा, हरेक पक्ष नू उजागर करता है PTN 24। हक सच दी आवाज। PTN 24 रेडियो ते TV बनो साडे प्रोग्रामां दा हिस्सा। जुड़ो Facebook ते YouTube चैनल दे नाल। PTN 24 हक सच दी आवाज। बापू पैसे मिल गए सी ना टाइम सर? हाँ पुत्र, इधर तू पैसे पाए नाले मैनू मिल गए। बस बस इसी करके मैं अपरा ट्रेडिंग इंक वालियां ते भरोसा करदा। जी हाँ, अपरा ट्रेडिंग इनकॉर्पोरेट मनी एक्सचेंज। जे तुसी पैसे इंडिया भेजना या मंगवाना चाहते हो, वधिया डॉलरां दा रेट लेना चाहते हो, तां अज ही कॉल करो जगतार सिंह ढा हुणां नूं 9057943233 905 794 3233 416 731 7710 416 731 7710 6 रे एवेन्यू ब्रैम्पटन। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। बस सुपना ए ता सच हो कमलिए। बस सरबलो डिजाइन एंड बिल्ड लिमिटेड वालियां नू फोन कर। जी हाँ, जे तुसी भी लग्जरी कार, छोटा या वड्डा नवा कार लेना चाहते हो या फिर पुराना कार ढा के नवा बनाना चाहते हो, ता अज ही मिलो सरबलो डिजाइन एंड बिल्डिंग वाले कुलविंदर पत्तड़ जी नू। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ओ मैनू रख ले कली नरियारा ओए लंबिया रूटा ते। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की, तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर since 1992. Visit in store for much more. 2 locations to serve you. Stevens Furniture. ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ। ਆ ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਹੋਰ ਸੁਣਾਓ। ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ, ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ, ਤੇ ਨਾ ਹੀ ਕੈਂਸਲੇਸ਼ਨ ਚਾਰजेस, ਤੇ ਹੋਰ क्रेडिट चेक भी नहीं लगेगा। मंथली चार्जेस $1428 प्लस टैक्स। वन टाइम डिवाइस कॉस्ट $49.99 प्लस टैक्स। ज्यादा जानकारी लई कॉल करो प्रिया जी नू 6476494000 647 649 4000। दोपहर 12 बजे तो शाम 7 बजे तक।
PTN 24 ਔਨ ਕਰ ਚੁੱਕੇ ਸਾਰੇ ਰੱਬ ਵਰਗੇ ਸੁਰਤਿਆਂ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ PTN 24। ਇਹ ਪ੍ਰੋਗਰਾਮ 9 ਤੋਂ 11 ਵਜੇ ਤੱਕ ਮੰਡੇ ਟੂ ਫਰਾਈਡੇ ਜੀ, ਤੇ 11 ਤੋਂ 12 ਸੰਦੀਪ ਪੱਟੀ ਜੀ ਹੁਣੀ, ਤੇ 12 ਤੋਂ 3 ਵਜੇ ਤੱਕ ਅਮਰ ਸਿੰਘ ਪੱਡਾ ਹੁੰਦੇ ਨੇ। ਅੱਜ 28 ਤਰੀਕ ਆ ਜੀ, ਤੇ ਟੈਂਪਰੇਚਰ 11 ਆ, ਤੇ ਦੁਪਹਿਰੇ ਤੇ ਮੀਂਹ ਪੈਣ ਦੀ ਸੰਭਾਵਨਾ ਜੀ। ਅੱਜ ਰਾਤ ਤੱਕ ਤੇ ਕੱਲ ਨੂੰ ਵੀ ਸਵੇਰੇ ਮੀਂਹ ਪਊਗਾ, ਤੇ ਨੈਕਸਟ ਵੀਕ ਹੀ ਸੰਡੇ ਤੋਂ ਬਾਅਦ ਪੂਰਾ ਜਿਹੜਾ ਬਾਰਿਸ਼ ਦਿਖਾਈ ਗਈ। ਸੂਰਜ 6:13 ਤੇ ਚੜ੍ਹਿਆ ਤਾਂ 8:18 ਤੇ ਛਿਪੇਗਾ ਜੀ। ਤੇ ਜਿਹੜੀ ਸਟੂਡੀਓ ਤੇ ਘੜੀ ਅਨੁਸਾਰ 9:07 ਹੋ ਚੁੱਕੇ, ਤਾਂ ਆਪਣੀ ਲਾਈਨ ਮੋਹਾਲੀ ਸਟੂਡੀਓ ਅਰਸ਼ਦੀਪ ਉਹਨਾਂ ਨਾਲ ਜੁੜ ਚੁੱਕੀ ਆ। ਕਰਦੇ ਹਾਂ ਨਿੱਘਾ ਸਵਾਗਤ ਜੀ। ਅਰਸ਼ਦੀਪ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਸ਼ਦੀਪ, ਸਭ ਤੋਂ ਪਹਿਲਾਂ ਆਪਾਂ ਜੋ COVID-19 ਦਾ ਪ੍ਰਕੋਪ ਚੱਲ ਰਿਹਾ ਇਸ ਟਾਈਮ ਭਾਰਤ ਦੇ ਵਿੱਚ, ਆਪਾਂ ਉਸ ਵਿਸ਼ੇ ਤੇ ਗੱਲਬਾਤ ਕਰਦੇ। ਕਿੱਦਾਂ ਦੇ ਹਾਲਾਤ ਆ ਪੰਜਾਬ ਸਮੇਤ ਪੂਰੇ ਭਾਰਤ ਦੇ? ਦੇਖੋ ਜੀ, ਭਾਰਤ ਦੇ ਵਿੱਚ COVID-19 ਦਾ ਜਿਹੜਾ ਪ੍ਰਸਾਰ ਆ ਉਹ ਬਹੁਤ ਜ਼ਿਆਦਾ ਹੈਗਾ। 3,23,000 ਕੇਸ ਜਿਹੜੇ ਉਹ ਕੀਤੇ ਦਿਨ ਵੀ ਰਿਕਾਰਡ ਕੀਤੇ ਗਏ, 2771 ਮੌਤਾਂ ਵੀ ਹੋਈਆਂ ਨੇ। ਪਰ ਇਸ ਤੋਂ ਇਲਾਵਾ ਜਿਹੜੀ ਵੱਡੀ ਸਮੱਸਿਆ ਹੈ ਕਿ ਮਰੀਜ਼ਾਂ ਨੂੰ ਜਿਹੜੇ ਬੈੱਡ ਨੇ ਹਸਪੀਟਲਾਂ ਦੇ ਵਿੱਚ ਨਹੀਂ ਮਿਲ ਰਹੇ। ਬੈੱਡਾਂ ਦੀ ਵੱਡੇ ਪੱਧਰ ਤੇ ਘਾਟ ਹੈ, ਹੋਰ ਇਕਵਿਪਮੈਂਟ ਦੀ ਘਾਟ ਵੀ ਜਿਹੜੀ ਉਹ ਸਾਹਮਣੇ ਆ ਰਹੀ ਹੈ। ਕਿਉਂਕਿ ਆਗਰੇ ਤੋਂ ਵੀ ਇੱਕ ਤਸਵੀਰ ਸਾਹਮਣੇ ਆਈ ਕਿ ਜਿੱਥੇ ਰਿਕਸ਼ੇ ਦੇ ਵਿੱਚ ਇੱਕ ਲੇਡੀ ਆਪਣੇ ਪਤੀ ਨੂੰ ਲੈ ਕੇ ਆਈ ਤੇ ਉਹਨੂੰ ਮੂੰਹ ਨਾਲ ਸਾਹ ਦਿੰਦੀ ਹੋਈ ਦਿਖਾਈ ਦਿੱਤੀ, ਉਹ ਕਿਉਂਕਿ ਉਹਨੂੰ ਬੈੱਡ ਉਸਦੇ ਪਤੀ ਨੂੰ ਹਸਪੀਟਲ ਦੇ ਵਿੱਚ ਨਹੀਂ ਮਿਲਿਆ, ਪਰ ਉਹਦੀ ਜਾਨ ਜਿਹੜੀ ਉਹ ਨਹੀਂ ਬਚਾ ਸਕੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕਿਸਮ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆਈਆਂ ਕਿ ਮਹਾਰਾਸ਼ਟਰ ਦੇ ਵਿੱਚ 3 ਬੋਡੀਜ਼ ਦਾ ਇਕੱਠਿਆ ਸੰਸਕਾਰ ਜਿਹੜਾ ਉਹ ਕੀਤਾ ਜਾ ਰਿਹਾ। ਵਿਸ਼ਾਖਾਪਟਨਮ ਦੇ ਹਸਪੀਟਲ ਦੇ ਬਾਹਰ ਮਰੀਜ਼ ਆਕਸੀਜਨ ਉਡੀਕ ਰਹੇ। ਇੱਕ 1.5 ਸਾਲ ਦੀ ਬੱਚੀ ਦੀ ਐਂਬੂਲੈਂਸ ਦੇ ਵਿੱਚ ਵੀ ਮੌਤ ਹੋਈ ਹੈਗੀ। ਜੇ ਆਪਾਂ ਦੇਖੀਏ ਤਾਂ ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਤੇ ਕਰਨਾਟਕਾ ਤੇ ਕੇਰਲਾ, ਇਹ 5 ਸਟੇਟਾਂ ਦੇ ਵਿੱਚ ਕੇਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਸਾਹਮਣੇ ਆ ਰਹੇ ਨੇ, ਤੇ ਮੌਤਾਂ ਦੀ ਗਿਣਤੀ ਵੀ ਇਹਨਾਂ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਗਈ। ਇੱਥੇ ਕੋਵਿਡ ਦਾ ਪ੍ਰਸਾਰ ਜਿਹੜਾ ਬਹੁਤ ਜ਼ਿਆਦਾ ਹੈਗਾ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਸਥਿਤੀ ਜਿਹੜੀ ਹੈ ਉਹ ਗੰਭੀਰ ਹੀ ਹੈਗੀ, ਕਿਉਂਕਿ 5932 ਕੇਸ ਜਿਹੜੇ ਨੇ ਉਹ ਬੀਤੇ ਦਿਨ ਸਾਹਮਣੇ ਆਏ ਨੇ, ਤੇ ਪਹਿਲੀ ਵਾਰੀ 100 ਮੌਤਾਂ ਜਿਹੜੀਆਂ ਇੱਕ ਦਿਨ ਪੰਜਾਬ ਦੇ ਵਿੱਚ ਹੋਈਆਂ ਨੇ। ਪੰਜਾਬ ਦੇ ਵਿੱਚ ਬਾਕੀ ਸੂਬਿਆਂ ਤੋਂ ਮਰੀਜ਼ ਵੀ ਜਿਹੜੇ ਆ ਰਹੇ ਨੇ। ਰਜਿੰਦਰਾ ਹਸਪੀਟਲ ਦੇ ਵਿੱਚ ਪਟਿਆਲਾ 4 ਸੂਬਿਆਂ ਦੇ 37 ਮਰੀਜ਼ਾਂ ਦੀ ਮੌਤ ਹੋਈ ਹੈ, ਜਿਹੜੇ ਕਿ ਇਲਾਜ ਕਰਾਉਣ ਦੇ ਲਈ ਪੰਜਾਬ ਪਹੁੰਚੇ ਸੀ, ਕਿਉਂਕਿ ਉਹਨਾਂ ਦੇ ਸਟੇਟਾਂ ਦੇ ਵਿੱਚ ਬੈੱਡਾਂ ਦੀ ਵੱਡੇ ਪੱਧਰ ਤੇ ਘਾਟ ਹੈਗੀ, ਤੇ ਪੰਜਾਬ ਦੇ ਵਿੱਚ ਬੈੱਡਾਂ ਦੀ ਘਾਟ ਜਿਹੜੀ ਉਹ ਨਹੀਂ ਹੈ, ਕਿਉਂਕਿ ਪੰਜਾਬ ਦੇ ਵਿੱਚ ਬੈੱਡਾਂ ਦੇ ਪ੍ਰਬੰਧ ਫਿਲਹਾਲ ਇਸ ਕੋਵਿਡ ਲਹਿਰ ਨਾਲ ਲੜਨ ਦੇ ਲਈ ਜਿਹੜੇ ਨੇ ਉਹ ਹੈਗੇ ਨੇ। ਕਿਉਂਕਿ ਉਹਦਾ ਕਾਰਨ ਇਹ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ, ਕਿ ਜਿੱਥੇ ਸਰਕਾਰੀ ਪ੍ਰਬੰਧ ਨੇ ਉੱਥੇ ਸਮਾਜ ਸੇਵੀ ਜਥੇਬੰਦੀਆਂ ਦੇ ਪ੍ਰਬੰਧ ਵੀ ਨੇ, ਤੇ ਧਾਰਮਿਕ ਜਥੇਬੰਦੀਆਂ ਦੇ ਪ੍ਰਬੰਧ ਵੀ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਰਾਵਾਂ ਵਗੈਰਾ ਆਪਣੀਆਂ ਦਿੱਤੀਆਂ ਗਈਆਂ ਨੇ। ਇਸ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਹੋਸਟਲ ਵੀ ਜਿਹੜੇ ਉਹ ਯੂਜ਼ ਹੋ ਸਕਦੇ ਨੇ। ਇਸ ਕਰਕੇ ਪੰਜਾਬ ਦੇ ਵਿੱਚ ਬੈੱਡਾਂ ਦੀ ਘਾਟ ਨਹੀਂ ਹੈ, ਪਰ ਬਾਕੀ ਸੂਬਿਆਂ ਦੇ ਵਿੱਚ ਬੈੱਡਾਂ ਦੀ ਘਾਟ ਜਿਹੜੀ ਆ ਉਹ ਵੱਡੇ ਪੱਧਰ ਤੇ ਸਾਹਮਣੇ ਆ ਰਹੀ ਹੈ। ਆਕਸੀਜਨ ਦੀ ਬੇਸ਼ੱਕ ਮੰਗਾਈ ਜਾ ਰਹੀ ਹੈ ਵੱਖ-ਵੱਖ ਦੇਸ਼ਾਂ ਤੋਂ, ਸਿੰਗਾਪੁਰ ਤੋਂ ਵੀ ਮੰਗਾਈ ਜਾ ਰਹੀ ਹੈ, ਭੂਟਾਨ ਤੋਂ ਵੀ ਜਿਹੜੀ ਹੈ 40 ਮੈਟ੍ਰਿਕ ਟਨ ਜਿਹੜੀ ਲਿਕੁਇਡ ਆਕਸੀਜਨ ਹੈ ਉਹ ਭੇਜੀ ਜਾ ਰਹੀ ਹੈ ਭਾਰਤ ਨੂੰ। ਤੇ ਨਾਲ ਅਮਰੀਕਾ ਨੇ ਵੀ ਕਿਹਾ ਗਿਆ ਕਿ ਵੈਕਸੀਨੇਸ਼ਨ ਦੇ ਲਈ ਜਿਹੜਾ ਮਟੀਰੀਅਲ ਆ ਉਹ ਉਹਨਾਂ ਵੱਲੋਂ ਪ੍ਰੋਵਾਈਡ ਕਰਵਾਇਆ ਜਾਊਗਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਜਦੋਂ ਸਾਡੇ ਤੇ ਵਿਪਤਾ ਪਈ ਸੀ ਤਾਂ ਉਦੋਂ ਇੰਡੀਆ ਸਾਡੇ ਨਾਲ ਖੜਿਆ, ਤੇ ਹੁਣ ਅਸੀਂ ਉਹਨਾਂ ਦੇ ਨਾਲ ਜਿਹੜੇ ਖੜੇ ਆ। ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ $10 ਮਿਲੀਅਨ ਜਿਹੜੇ ਉਹ ਭਾਰਤੀ ਰੈੱਡ ਕਰਾਸ ਦੇ ਵਿੱਚ ਸਹਾਇਤਾ ਦੇ ਤੌਰ ਤੇ ਦਿੱਤੇ ਦੇਣ ਦਾ ਐਲਾਨ ਕੀਤਾ ਗਿਆ। ਤੇ ਨਾਲ ਕਿਹਾ ਗਿਆ ਕਿ ਬਾਕੀ ਵੀ ਜਿਹੜੇ ਇਕਵਿਪਮੈਂਟ ਚਾਹੀਦੇ ਹੋਣਗੇ ਉਹਦੀ ਅਸੀਂ ਪੂਰੀ ਸਹਾਇਤਾ ਇੰਡੀਆ ਦੀ ਕਰਾਂਗੇ। ਨਾਲ ਇੰਗਲੈਂਡ ਤੋਂ ਵੀ 200 ਵੈਂਟੀਲੇਟਰ ਜਿਹੜੇ ਉਹ ਭੇਜੇ ਗਏ ਨੇ। ਪਰ ਵੈਕਸੀਨੇਸ਼ਨ ਨੂੰ ਲੈ ਕੇ ਇੰਗਲੈਂਡ ਨੇ ਹੱਥ ਖੜੇ ਕੀਤੇ ਕਿ ਅਸੀਂ ਵੈਕਸੀਨ ਦੀਆਂ ਡੋਜ਼ਾਂ ਜਿਹੜੀਆਂ ਉਹ ਨਹੀਂ ਦੇ ਸਕਦੇ, ਪਰ ਵੈਂਟੀਲੇਟਰ 200 ਉਹਨਾਂ ਨੇ ਭੇਜਿਆ। ਨਾਲ ਕਿਹਾ ਕਿ ਬਾਕੀ ਵੀ ਜੋ ਚਾਹੀਦਾ ਗਾ ਉਹ ਭੇਜਿਆ ਜਾਊਗਾ। ਜਾਣੀ ਕਿ ਪ੍ਰਬੰਧ ਜਿਹੜੇ ਨੇ ਉਹ ਛੋਟੇ ਪੈਂਦੇ ਹੋਏ ਦਿਖਾਈ ਦਿੱਤੇ ਨੇ। ਇਸ ਕਰਕੇ ਹੁਣ 551 ਆਕਸੀਜਨ ਪਲਾਂਟ ਜਿਹੜੇ ਹੈ ਹਸਪੀਟਲਾਂ ਦੇ ਵਿੱਚ ਚਲਾਉਣ ਦਾ ਫੈਸਲਾ ਕੀਤਾ ਗਿਆ ਹੈਗਾ, ਕਿਉਂਕਿ ਬੜੀਆਂ ਦਰਦਨਾਕ ਚੋਰੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਚੋਰੀ ਸਾਹਮਣੇ ਆਈ ਕਿ ਜਿੱਥੇ ਇੱਕ ਵਿਅਕਤੀ ਦੀ ਪਤਨੀ ਕੋਰੋਨਾ ਪੋਜ਼ਿਟਿਵ ਸੀ, ਉਹਦੀ ਮੌਤ ਹੋ ਗਈ, ਤੇ ਉਹਦੇ ਬਾਅਦ ਹਸਪੀਟਲ ਵਾਲੇ ਉਹਨੂੰ ਘਰੇ ਛੱਡ ਗਏ। ਤਾਂ ਉਹਦੇ ਬਾਅਦ ਉਹ ਵਿਅਕਤੀ ਸਾਈਕਲ ਤੇ ਲੈ ਕੇ ਗਿਆ ਉਹਦੀ ਡੈੱਡ ਬੋਡੀ ਰੱਖ ਕੇ, ਤਾਂ ਪਿੰਡ ਵਾਲਿਆਂ ਨੇ ਸੰਸਕਾਰ ਨਹੀਂ ਕਰਨ ਦਿੱਤਾ ਸਿਵਿਆਂ ਦੇ ਵਿੱਚ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਸੰਸਕਾਰ ਨਹੀਂ ਕਰਨ ਦੇਣਾ। ਤਾਂ ਫਿਰ ਉਹ ਸਾਈਕਲ ਤੇ ਲੱਦ ਕੇ ਨਹਿਰ ਕਿਨਾਰੇ ਲੈ ਗਿਆ ਕਿ ਉੱਥੇ ਸੰਸਕਾਰ ਕਰਾਂਗੇ। ਤਾਂ ਉੱਥੇ ਵੀ ਪਿੰਡ ਵਾਲਿਆਂ ਨੇ ਵਿਰੋਧ ਕੀਤਾ, ਤਾਂ ਫਿਰ ਉਹ ਖੁਦ ਵੀ ਗਿਰ ਗਿਆ, ਡਿੱਗ ਪਿਆ, ਤੇ ਉਹਦੀ ਡੈੱਡ ਬੋਡੀ ਜਿਹੜੀ ਪਤਨੀ ਦੀ ਉਹ ਵੀ ਡਿੱਗ ਪਈ। ਤਾਂ ਉਹਦੇ ਬਾਅਦ ਪੁਲਿਸ ਨੇ ਆ ਕੇ ਜਿਹੜਾ ਉਹ ਸੰਸਕਾਰ ਕਰਵਾਇਆ ਹੈਗਾ। ਕਿਉਂਕਿ ਇਹੋ ਜਿਹੀਆਂ ਸਟੋਰੀਆਂ ਜਿਹੜੀਆਂ ਨੋਟ ਹੋ ਰਹੀਆਂ ਨੇ, ਪਰ ਇਹਦੀ ਗਾਥਾ ਜਿਹੜੀ ਹੈ
ਉਹ ਬਹੁਤ ਲੰਬੀ ਹੈਗੀ, ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ, ਕੇਸਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈਗੀ। ਤੇ ਇਸ ਕਰਕੇ ਹੁਣ ਕੁਝ ਸਟੇਟਾਂ ਵੱਲੋਂ ਪਾਬੰਦੀਆਂ ਸਖਤ ਕੀਤੀਆਂ ਗਈਆਂ ਨੇ, ਕਰਫਿਊ ਵੀ ਜਿਹੜੇ ਉਹ ਵਧਾਏ ਗਏ ਨੇ, ਲੋਕਡਾਊਨ ਵੀ ਵਧਾਇਆ ਗਿਆ ਹੈਗਾ। ਪੰਜਾਬ ਸਰਕਾਰ ਵੱਲੋਂ ਵੀ 5 ਵਜੇ ਤੋਂ ਸਾਰੀਆਂ ਮਾਰਕੀਟਾਂ ਜਿਹੜੀਆਂ ਉਹ ਬੰਦ ਕੀਤੀਆਂ ਗਈਆਂ ਨੇ, ਸ਼ਾਮ ਨੂੰ 6 ਵਜੇ ਪ੍ਰੋਪਰ ਕਰਫਿਊ ਜਿਹੜਾ ਉਹ ਲੱਗ ਜਾਂਦਾ ਹੈਗਾ। ਸੈਟਰਡੇ ਸੰਡੇ ਪੂਰਨ ਲੋਕਡਾਊਨ ਰੱਖਿਆ ਗਿਆ ਹੈਗਾ 2 ਦਿਨ ਦੇ ਲਈ। ਤੇ ਉਮੀਦ ਸੰਭਾਵਨਾ ਇਹੀ ਹੈ ਕਿ ਜਿਸ ਹਿਸਾਬ ਦੇ ਨਾਲ ਕੇਸ ਵੱਧ ਰਹੇ ਨੇ, ਇਹ ਕਿਹਾ ਜਾ ਰਿਹਾ ਹੈ ਕਿ ਮਈ ਦੇ ਅੱਧ ਤੱਕ ਪੀਕ ਹਲੇ ਆਣੀ ਆਗੀ। ਜਦੋਂ ਇਸ ਤੋਂ ਜ਼ਿਆਦਾ ਵੀ ਕੇਸ ਵਧਣਗੇ ਤਾਂ ਮੁਕੰਮਲ ਲੋਕਡਾਊਨ ਵੱਲ ਸ਼ਾਇਦ ਕਦਮ ਵਧਾਇਆ ਜਾ ਸਕਦਾ, ਕਿਉਂਕਿ ਅਧਿਕਾਰ ਸਟੇਟ ਗਵਰਨਮੈਂਟਾਂ ਨੂੰ ਦਿੱਤੇ ਗਏ ਨੇ ਕਿ ਕੋਈ ਵੀ ਸਟੇਟ ਗਵਰਨਮੈਂਟ ਆਪਣੇ ਸੂਬੇ 'ਚ ਲੋਕਡਾਊਨ ਜਾਂ ਕਰਫਿਊ ਇੰਪਲੀਮੈਂਟ ਕਰ ਸਕਦੀ ਹੈ। ਤਾਂ ਸੰਭਾਵਨਾ ਇਹੀ ਹੈ ਕਿ ਜਿਸ ਹਿਸਾਬ ਦੇ ਕੇਸ ਨੇ ਤੇ 5 ਸਟੇਟਾਂ ਦੇ ਵਿੱਚ, ਜਿੱਥੇ ਮਹਾਨਗਰਾਂ ਦੇ ਵਿੱਚ ਤਾਂ ਲੋਕਡਾਊਨ ਚੱਲ ਹੀ ਰਿਹਾ ਹੈਗਾ, ਤਾਂ ਬਾਕੀ ਜਗ੍ਹਾ ਤੇ ਵੀ ਜਿਹੜਾ ਲੋਕਡਾਊਨ ਲਾਇਆ ਜਾਊਗਾ, ਕਿਉਂਕਿ ਰਾਜਸਥਾਨ ਦੇ ਵਿੱਚ ਵੀ ਕੇਸ ਵੱਡੇ ਪੱਧਰ ਤੇ ਸਾਹਮਣੇ ਆ ਰਹੇ ਨੇ, ਉੱਥੇ ਵੀ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਤੇ ਵੈਕਸੀਨੇਸ਼ਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਸੂਬੇ ਵੱਲੋਂ। ਪਰ ਲੱਗਦਾ ਹੈ ਕਿ ਆਉਣ ਵਾਲੇ 5 ਤੋਂ 4 ਦਿਨਾਂ ਦੇ ਵਿੱਚ ਸ਼ਾਇਦ ਮੁਕੰਮਲ ਲੋਕਡਾਊਨ 15 ਦਿਨ ਦੇ ਲਈ ਲੱਗ ਸਕਦਾ ਹੈਗਾ। ਬਿਲਕੁਲ ਜੀ, ਸਾਡੇ ਵੀਰ ਆ ਜੀ ਗਿੱਲ, ਜੁਗਰਾਜ ਸਿੰਘ ਗਿੱਲ ਹੁਣੀ ਅਮਰੀਕਾ ਤੋਂ ਨਾਰਥ ਕੈਰੋਲੀਨਾ ਦੇ ਵਿੱਚ ਰਹਿੰਦੇ ਆ ਜੀ, ਪੱਤਰਕਾਰ ਆ, ਬਹੁਤ ਵਧੀਆ ਉਹ ਵੀ। ਉਹਨਾਂ ਨੇ ਲਿਖਿਆ ਜੀ, ਕਹਿੰਦੇ ਅਰਸ਼ਦੀਪ ਬਠਿੰਡੇ ਵਾਲੇ ਖਬਰਾਂ ਦੇਣ ਦੇ ਸ਼ੌਂਕੀ। ਧੰਨਵਾਦ ਆ ਜੀ ਗਿੱਲ ਸਾਹਿਬ ਉਹਨਾਂ ਦਾ। ਥੈਂਕ ਯੂ, ਧੰਨਵਾਦ ਆ ਜੀ ਗਿੱਲ ਸਾਹਿਬ ਦਾ। ਤੇ ਬਿਲਕੁਲ ਜੀ, ਚੱਲਦੇ ਆਪਾਂ ਅਗਲੀ ਖਬਰ ਤੇ। ਨਵਜੋਤ ਸਿੱਧੂ ਤੋਂ ਮਗਰੋਂ ਕੈਪਟਨ ਨੂੰ ਪ੍ਰਗਟ ਸਿੰਘ ਨੇ ਵੀ ਸੁਣਾਈਆਂ ਖਰੀਆਂ। ਕਾਫੀ ਤਣਾਅ ਵੱਧਦਾ ਜਾ ਰਿਹਾ ਜੀ, ਆਵਾਜ਼ਾਂ ਹੋਰ ਵੀ ਉੱਠ ਰਹੀਆਂ, ਆਪਾਂ ਉਹ ਵੀ ਖਬਰ ਸਾਂਝੀ ਕਰਾਂਗੇ। ਪਰ ਅਕਾਲੀ ਦਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਬਹੁਤ ਬੁਰੀ ਤਰ੍ਹਾਂ ਫਸ ਗਿਆ ਜੀ। ਜਿਹੜਾ ਕੁੰਵਰ ਵਿਜੇ ਪ੍ਰਤਾਪ ਨੇ ਜਿਹੜੀ SIT ਨੇ ਇਨਵੈਸਟੀਗੇਸ਼ਨ ਕੀਤੀ ਸੀਗੀ, ਜੋ ਹਾਈ ਕੋਰਟ ਦੇ ਵਿੱਚ ਹੋਇਆ, ਉਹ ਤੋਂ ਬਾਅਦ ਇਸ ਟਾਈਮ ਕੈਪਟਨ ਵੀ ਬੁਰੀ ਤਰ੍ਹਾਂ ਫਸਿਆ ਆ। ਉਦੋਂ ਵੀ ਜਿਹੜੀ ਧਰਾਤਲ ਆ ਉਹ ਦਿਸ ਨਹੀਂ ਰਹੀ। ਸ਼ਾਇਦ ਆਉਣ ਵਾਲਾ ਸਮਾਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਵੀ ਬੜਾ ਵਧੀਆ ਨਹੀਂ ਹੈਗਾ ਜੀ। ਦੇਖੋ ਜੀ, ਕੋਟਕਪੂਰਾ ਗੋਲੀकांड ਮਾਮਲੇ ਦੀ ਜਾਂਚ ਰਿਪੋਰਟ ਰੱਦ ਹੋਣ ਤੋਂ ਬਾਅਦ ਨਿੱਤ ਨਵੇਂ ਧਮਾਕੇ ਜਿਹੜੇ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਰਹੇ ਨੇ। ਤੇ ਜਿਸ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਤੇ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ, ਮੁੱਖ ਮੰਤਰੀ ਸਾਹਿਬ ਨੇ ਪਾੜਿਆ ਅਸਤੀਫਾ, ਤਾਂ ਉਹਦੇ ਬਾਅਦ ਪ੍ਰਸ਼ਾਂਤ ਕਿਸ਼ੋਰ ਨੂੰ ਸਾਈਡ ਤੇ ਕਰਕੇ ਮੁੱਖ ਮੰਤਰੀ ਸਾਹਿਬ ਖੁਦ ਵਿਧਾਇਕਾਂ ਦੀ ਮੀਟਿੰਗ ਲੈ ਰਹੇ ਨੇ। ਤਾਂ ਉਹ ਵਿਧਾਇਕ ਵੀ ਮੀਟਿੰਗ ਦੇ ਵਿੱਚ ਇਹੀ ਕਹਿ ਰਹੇ ਨੇ ਕਿ ਤੁਸੀਂ ਗਰਾਊਂਡ ਤੇ ਜਾ ਕੇ ਦੇਖੋ ਤਾਂ ਸਹੀ, ਪਿੰਡਾਂ ਦੇ ਵਿੱਚ ਸਾਨੂੰ ਨਹੀਂ ਵੜਨ ਦੇਣਾ। ਜਦੋਂ ਅਸੀਂ ਵੋਟਾਂ ਵੇਲੇ ਜਾਵਾਂਗੇ ਤਾਂ ਪਿੰਡਾਂ 'ਚ ਸਾਡੀ ਐਂਟਰੀ ਵੀ ਜਿਹੜੀ ਹੈ ਉਹ ਬੈਨ ਹੋਊਗੀ, ਜਿਵੇਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਐਂਟਰੀ ਜਿਹੜੀ ਉਹ ਬੈਨ ਹੋਈ ਸੀ। ਤਾਂ ਉਸੇ ਸਿਲਸਿਲੇ ਦੇ ਵਿੱਚ ਪ੍ਰਗਟ ਸਿੰਘ ਵੀ ਜਿਹੜੇ ਸੀ ਉਹ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਕਰਨ ਲਈ ਆਏ ਸੀ, ਜਿੱਥੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਮਸਲਾ ਜਿਹੜਾ ਹੈ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਵਾਂਗ ਜਦੋਂ ਰਚਾਇਆ ਸੀ ਸੌਦਾ ਸਾਹਿਬ ਨੇ, ਉੱਥੋਂ ਸ਼ੁਰੂ ਹੋਇਆ ਹੈਗਾ। ਉਹ ਕਾਰਵਾਈ ਜਿਹੜੀ ਉਹ ਅੰਜਾਮ 'ਚ ਨਹੀਂ ਲਿਆਂਦੀ ਗਈ, ਜਿਸ ਕਰਕੇ ਬੇਅਦਬੀਆਂ ਤੱਕ ਮਸਲਾ ਪਹੁੰਚਿਆ ਤੇ ਉਹਦੇ ਬਾਅਦ ਗੋਲੀ ਜਿਹੜੀ ਉਹ ਚਲਾਈ ਗਈ। ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ 2017 ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਇਨਸਾਫ ਇਸ ਮਾਮਲੇ ਦੇ ਵਿੱਚ ਲੈ ਕੇ ਦਿੱਤਾ ਜਾਊਗਾ। ਪਰ ਹਲੇ ਤੱਕ ਜਿਹੜੇ ਨੇ ਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਫੜੇ ਗਏ ਨੇ, ਨਾ ਹੀ ਗੋਲੀकांड ਵਾਲੇ ਫੜੇ ਗਏ ਨੇ। ਤੇ ਨਾਲੋਂ ਨਾਲ ਜਿਹੜਾ ਗੋਲੀकांड ਦਾ ਮਸਲਾ ਹੈਗਾ ਉਹ ਲਾਅ ਐਂਡ ਆਰਡਰ ਦਾ ਮਸਲਾ ਹੈਗਾ ਤੇ ਗ੍ਰਹਿ ਮੰਤਰੀ ਵੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਤੇ ਇਸ ਕਰਕੇ ਜ਼ਿੰਮੇਵਾਰੀ ਤਾਂ ਜਿਹੜੀ ਉਹਨਾਂ ਦੀ ਬਣਦੀ ਹੈ ਤੇ ਉਹ ਜ਼ਿੰਮੇਵਾਰੀ ਉਹਨਾਂ ਨੂੰ ਸੰਭਾਲਣੀ ਪਊਗੀ। ਨਾਲ ਪ੍ਰਗਟ ਸਿੰਘ ਨੇ ਇਹ ਕਿਹਾ ਕਿ ਇਹ ਨਹੀਂ ਹੈਗਾ ਕਿ ਅਸੀਂ ਕਰਜ਼ੇ ਚੱਕ ਕੇ ਸ਼ਹਿਰਾਂ ਦੇ ਵਿੱਚ ਵਿਕਾਸ ਕਰਤਾ ਤੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਕੇਂਦਰ ਸਰਕਾਰ ਵੱਲੋਂ ਮਿਲਿਆ ਉਹਦੇ ਨਾਲ ਪਿੰਡਾਂ ਦੇ ਵਿੱਚ ਵਿਕਾਸ ਕਰਤਾ। ਮਸਲਾ ਇਹ ਨਹੀਂ, ਮਸਲਾ ਇਹ ਕਿ ਕੈਪਟਨ ਅਮਰਿੰਦਰ ਸਿੰਘ ਜਿਹੋ ਜਿਹੇ ਪ੍ਰਸ਼ਾਸਕ ਵਜੋਂ ਜਾਣੇ ਜਾਂਦੇ ਸੀਗੇ, ਉਹੋ ਜਿਹੀ ਭੂਮਿਕਾ ਉਹਨਾਂ ਨੇ ਦਿਖਾਈ ਨਹੀਂ ਦਿੱਤੀ। ਤੇ ਉਹਨਾਂ ਨੇ ਕਿਹਾ ਕਿ ਮੈਂ ਇਹ ਵੀ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਖੁਦ ਸਰਵੇ ਕਰਵਾ ਲਓ, ਤੁਹਾਨੂੰ ਸਰਵੇ ਕਰਵਾ ਕੇ ਪਤਾ ਲੱਗ ਜੂਗਾ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਤੇ ਕੀ ਸਥਿਤੀ ਹੈਗੀ ਇਹ ਕੇਸ ਦਾ ਫੈਸਲਾ ਆਉਣ ਤੋਂ ਬਾਅਦ। ਕਿਉਂਕਿ ਪੰਥਕ ਧਿਰਾਂ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਅਸੀਂ ਮੋਰਚਾ ਲਾਵਾਂਗੇ ਦੁਬਾਰਾ ਤੋਂ ਵਿਰੋਧ ਜਿਹੜਾ ਜ਼ੋਰ ਸ਼ੋਰ ਨਾਲ ਕੀਤਾ ਜਾਊਗਾ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਿਹੜਾ ਜੱਜ ਹਾਈ ਕੋਰਟ ਦੇ ਜੱਜ ਸਾਹਿਬਾਨ ਵੱਲੋਂ ਜਿਨ੍ਹਾਂ ਵੱਲੋਂ ਫੈਸਲਾ ਦਿੱਤਾ ਗਿਆ ਉਹਨਾਂ ਦੇ ਪੋਲੀਟੀਕਲ ਕਨੈਕਸ਼ਨ ਵੀ NLO ਤੇ ਅਕਾਲੀ ਦਲ ਦੇ ਨਾਲ ਜੁੜਦੇ ਨੇ। ਉਹਨਾਂ ਨੇ ਇਹ ਦੋਸ਼ ਲਾਇਆ ਕਿ ਜਿਹੜੇ ਜੱਜ ਸਾਹਿਬ ਨੇ ਇਹ ਉਸ ਸਮੇਂ ਐਡਵੋਕੇਟ ਜਨਰਲ ਰਹੇ, ਚੌਟਾਲਾ ਸਾਹਿਬ ਦੀ ਸਰਕਾਰ, ਜਿਹੜੇ ਵਕੀਲ ਨੇ ਉਹ ਐਡਵੋਕੇਟ ਜਨਰਲ ਰਹੇ ਨੇ ਚੌਟਾਲਾ ਸਾਹਿਬ ਦੀ ਸਰਕਾਰ ਤੇ ਜੱਜ ਸਾਹਿਬ ਐਡੀਸ਼ਨਲ ਐਡਵੋਕੇਟ ਜਨਰਲ ਰਹੇ ਨੇ ਉਸ ਸਮੇਂ। ਤਾਂ ਉਹਨਾਂ ਨੇ ਕਿਹਾ ਕਿ ਉਹ ਪ੍ਰਮੋਟ ਹੋਏ ਨੇ ਤਾਂ ਇਸ ਕਰਕੇ ਤਾਰਾਂ ਉਧਰ ਦੀ ਵੀ ਜੁੜਦੀਆਂ ਨੇ। ਤੇ ਨਾਲੋਂ ਨਾਲ ਪ੍ਰਗਟ ਸਿੰਘ ਨੇ ਵੀ ਇਹੀ ਕਿਹਾ ਕਿ ਅਕਾਲੀ ਦਲ ਖੁਸ਼ੀ ਕਿਉਂ ਮਨਾ ਰਿਹਾ, ਜਦੋਂ ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਤਾਂ ਅਕਾਲੀ ਦਲ ਦਾ ਖੁਸ਼ ਹੋਣ ਦਾ ਰੀਜ਼ਨ ਕੀ ਹੈ। ਉਹਨਾਂ ਨੂੰ ਤਾਂ ਅਫਸੋਸ ਹੋਣਾ ਚਾਹੀਦਾ ਕਿ ਸਾਡੀ ਸਰਕਾਰ ਦੇ ਵਿੱਚ ਬੇਅਦਬੀਆਂ ਤੇ ਗੋਲੀकांड ਹੋਇਆ ਤੇ ਅੱਜ ਵੀ ਗੁਰੂ ਸਾਹਿਬ ਦੇ ਦੋਸ਼ੀਆਂ ਨੂੰ ਜਿਹੜੀ ਸਜ਼ਾ ਨਹੀਂ ਮਿਲੀ। ਤਾਂ ਨਾਲੋਂ ਨਾਲ ਜਿਹੜੀ ਨਵਜੋਤ ਸਿੰਘ ਸਿੱਧੂ ਬਾਰੇ ਟਿੱਪਣੀ ਕੀਤੀ ਸੀਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ,
ਉਹਦੇ ਤੇ ਪ੍ਰਗਟ ਸਿੰਘ ਨੇ ਇਤਰਾਜ਼ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਅਜਿਹੇ ਵੱਡੇ ਲੀਡਰ ਨੂੰ ਸ਼ੋਭਦਾ ਨਹੀਂ ਇਹ ਸਾਰਾ ਕੁਝ ਕਿ ਉਹ ਐਸੀਆਂ ਟਿੱਪਣੀਆਂ ਕਰਨ, ਕਿਉਂਕਿ ਜੇ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਚੋਣ ਲੜ ਵੀ ਲੈਂਦੇ ਨੇ ਤਾਂ ਉਹਦੇ ਨਾਲ ਵੀ ਮਸਲੇ ਦਾ ਹੱਲ ਨਹੀਂ ਹੋਣਾ, ਉਹਦੇ ਨਾਲ ਵੀ ਦੋਸ਼ੀਆਂ ਨੂੰ ਸਜ਼ਾ ਜਿਹੜੀ ਉਹ ਨਹੀਂ ਮਿਲਣੀ। ਤੇ ਇਸ ਕਰਕੇ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਪੰਜਾਬੀਆਂ ਨੇ ਵੋਟਾਂ ਪਾਈਆਂ ਸੀ, ਨਾ ਕਿ ਕਾਂਗਰਸ ਦੇ ਨਾਮ ਤੇ। ਤੇ ਹੁਣ ਜਦੋਂ ਇਹ ਦੋਸ਼ ਲੱਗ ਰਹੇ ਨੇ ਕਿ ਮਿਲੀ ਭੁਗਤ ਚੱਲ ਰਹੀ ਹੈ ਸਰਕਾਰ ਦੇ ਵਿੱਚ, ਤਾਂ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਉਹ ਸਖਤ ਸਟੈਪ ਚੱਕ ਕੇ ਦਿਖਾਉਣ, ਕਿਉਂਕਿ ਗੱਲੀ ਬਾਤੀ ਹੁਣ ਸਰਨਾ ਨਹੀਂ। ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਜਦੋਂ ਜਾਣਗੇ ਕਾਂਗਰਸੀ ਪਿੰਡਾਂ ਦੇ ਵਿੱਚ ਤਾਂ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਊਗਾ। ਇਹ ਮੁੱਖ ਮੰਤਰੀ ਦੇ ਨਾਲ ਮੀਟਿੰਗ 'ਚ ਵੀ ਜ਼ਿਆਦਾਤਰ ਵਿਧਾਇਕਾਂ ਦਾ ਜਿਹੜਾ ਇਹੀ ਕਹਿਣਾ ਹੈਗਾ ਕਿ ਇਸ ਮਾਮਲੇ 'ਚ ਕੁਝ ਨਾ ਕੁਝ ਜ਼ਰੂਰ ਕਰੋ। ਹਾਂ ਬਿਲਕੁਲ ਜੀ, ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਜੀ ਅੱਜ 10 ਵਜੇ ਆਪਣੇ ਨਾਲ ਪੰਜਾਬ ਤੋਂ ਜਾਣੀ ਕਿ ਦਿੱਲੀ ਬਾਰਡਰ ਤੋਂ ਗੁਰਨਾਮ ਸਿੰਘ ਚੜੂਨੀ ਹੋਣਗੇ, ਜਿਹੜੇ ਹਰਿਆਣਾ ਦੇ ਕਿਸਾਨ ਲੀਡਰ ਆ ਜੀ। ਤੇ ਪ੍ਰਗਟ ਸਿੰਘ ਤੋਂ ਬਾਅਦ ਜਨਰਲ ਜੇ ਸਿੰਘ ਦੀ ਵੀ ਐਂਟਰੀ ਹੋ ਗਈ ਜੀ। ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਜਿਹੜਾ ਨਵਜੋਤ ਸਿੱਧੂ ਦੇ ਸਿਆਸੀ ਜੰਗ ਦੇ ਵਿੱਚ ਜਨਰਲ ਜੇ ਸਿੰਘ ਨੇ ਐਂਟਰੀ ਮਾਰੀ ਹੈ ਜੀ। ਦੇਖੋ ਜੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਨਵਜੋਤ ਸਿੰਘ ਸਿੱਧੂ ਟਵੀਟ ਕਰ ਰਹੇ ਸੀ ਲਗਾਤਾਰ, ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਦਾ ਜਵਾਬ ਦਿੱਤਾ ਕਿ ਭਾਈ ਜਿਹੜੀ ਪਾਰਟੀ 'ਚ ਜਾਣਾ ਚੱਲ ਜਾ, ਤੇਰੀ ਗੱਲਬਾਤ ਜਿੱਥੇ ਚੱਲ ਰਹੀ ਹੈ, ਨਹੀਂ ਭੁਲੇਖਾ ਕੱਢਣਾ ਤਾਂ ਮੇਰੇ ਵਿਰੁੱਧ ਚੋਣ ਲੜ ਕੇ ਕੱਢ ਲਾ। ਇੱਥੋਂ ਤੱਕ ਟਿੱਪਣੀ ਜਿਹੜੀ ਉਹ ਠੀਕ ਸੀ, ਤਾਂ ਆਪਸ ਦੇ ਵਿੱਚ ਟਿੱਪਣੀ ਸਰ ਜਾਣੀ ਸੀ। ਪਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਬਿਆਨ ਤੇ ਖੁਦ ਹੀ ਘਿਰ ਗਏ ਨੇ ਕਿ ਉਹਨਾਂ ਨੇ ਜਨਰਲ ਜੇ ਸਿੰਘ ਨੂੰ ਵਿੱਚ ਲੈ ਕੇ ਆਂਦਾ, ਜਿਹੜੇ ਕਿ ਸਾਬਕਾ ਮੁਖੀ ਨੇ ਭਾਰਤੀ ਫੌਜ ਦੇ। ਤਾਂ ਉਹਨਾਂ ਨੇ ਕਿਹਾ ਕਿ ਜਨਰਲ ਜੇ ਸਿੰਘ ਨੇ ਮੇਰੇ ਵਿਰੁੱਧ ਚੋਣ ਲੜੀ ਸੀ, ਉਹਨਾਂ ਦੀ ਜ਼ਮਾਨਤ ਜ਼ਬਤ ਹੋਈ ਸੀ, ਤਾਂ ਨਵਜੋਤ ਸਿੰਘ ਸਿੱਧੂ ਦੀ ਵੀ ਜ਼ਮਾਨਤ ਜ਼ਬਤ ਹੋਊਗੀ। ਤਾਂ ਹੁਣ ਜਦੋਂ ਜਨਰਲ ਜੋਗਿੰਦਰ ਜਸਵੰਤ ਸਿੰਘ ਤੇ ਟਿੱਪਣੀ ਕੀਤੀ ਗਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ, ਤਾਂ ਉਹਨਾਂ ਨੇ ਵੀ ਜਵਾਬ ਜਿਹੜਾ ਉਹ ਲਾਜ਼ਮੀ ਤੌਰ ਤੇ ਦੇਣਾ ਹੀ ਸੀਗਾ। ਜਿਸ 'ਚ ਉਹਨਾਂ ਨੇ ਹੁਣ ਅੱਜ ਟਿੱਪਣੀ ਕੀਤੀ, 3 ਟਵੀਟ ਉਹਨਾਂ ਨੇ ਕੀਤੇ, ਜਿਸ 'ਚ ਉਹਨਾਂ ਨੇ ਕਿਹਾ ਕਿ ਸਾਰਾ ਪੰਜਾਬ ਇਹ ਗੱਲ ਤੋਂ ਜਾਣੂ ਹੈ ਕਿ ਤੁਸੀਂ ਬਾਦਲਾਂ ਦੇ ਨਾਲ ਜਿਹੜੀ ਉਹ ਘਿਓ ਖਿਚੜੀ ਹੋ। ਤੇ 2017 ਦੇ ਵਿੱਚ ਲੰਬੀ ਤੇ ਪਟਿਆਲਾ ਸੀਟ ਤੇ ਜਿਸ ਤਰ੍ਹਾਂ ਮਿਲੀ ਭੁਗਤ ਤੇ ਸਾਜ਼ਿਸ਼ ਦੇ ਤਹਿਤ ਮੈਨੂੰ ਹਰਾਇਆ ਗਿਆ, ਉਹ ਸਭ ਨੂੰ ਪਤਾ ਹੈਗਾ। ਤਾਂ ਇਹ ਇੱਕ ਸਖਤ ਟਿੱਪਣੀ ਜਿਹੜੀ ਹੈ ਖੁਦ ਹੀ ਸਹੇੜੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਕਿਉਂਕਿ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤਾਂ ਇੱਕ ਮਾਮੂਲੀ ਚੋਣ ਹਾਰਾਂਗਾ ਪਰ ਤੁਸੀਂ ਜ਼ਮੀਰ ਹਾਰ ਗਏ ਹੋ। ਤੇ ਸਭ ਤੋਂ ਤਿੱਖੀ ਟਿੱਪਣੀ ਜਿਹੜੀ ਹੈ ਅੱਜ ਜਨਰਲ ਜੋਗਿੰਦਰ ਜਸਵੰਤ ਸਿੰਘ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਨੇ ਕਿ 2017 ਦੇ ਵਿੱਚ ਅਕਾਲੀ ਦਲ ਦੀ ਟਿਕਟ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਚੋਣ ਲੜੀ ਸੀ। ਉਹਦੇ ਬਾਅਦ ਉਹਨਾਂ ਨੇ ਅਕਾਲੀ ਦਲ ਉੱਪਰ ਗੰਭੀਰ ਦੋਸ਼ ਲਾਏ ਸੀਗੇ ਪ੍ਰੈਸ ਕਾਨਫਰੰਸ ਕਰਕੇ। ਤੇ ਅੱਜ ਜਦੋਂ ਮੁੱਖ ਮੰਤਰੀ ਸਾਹਿਬ ਨੇ ਦੁਬਾਰਾ ਨਵਜੋਤ ਸਿੰਘ ਸਿੱਧੂ ਨੂੰ ਸੁਣਾਉਣ ਦੇ ਲਈ ਉਹਨਾਂ ਦਾ ਜ਼ਿਕਰ ਕੀਤਾ, ਤਾਂ ਉਹਨਾਂ ਨੇ ਤਿੱਖੀਆਂ ਟਿੱਪਣੀਆਂ ਜਿਹੜੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੀਤੀਆਂ ਨੇ। ਤੇ ਸਾਫ਼ ਤੌਰ ਤੇ ਸਭ ਤੋਂ ਸਖਤ ਟਿੱਪਣੀ ਜਿਹੜੀ ਇਹੀ ਕੀਤੀ ਹੈ ਕਿ ਮੈਂ ਤਾਂ ਮਾਮੂਲੀ ਚੋਣ ਹਾਰਿਆ ਸੀ ਪਰ ਤੁਸੀਂ ਜ਼ਮੀਰ ਜਿਹੜਾ ਹੈ ਉਹ ਹਾਰ ਚੁੱਕੇ ਹੋ, ਤੇ ਮਿਲੀ ਭੁਗਤ ਦੇ ਨਾਲ ਜਿਹੜਾ ਤੁਸੀਂ ਲੜ ਰਹੇ ਹੋ, ਘਿਓ ਖਿਚੜੀ ਹੋ। ਤਾਂ ਸਖਤ ਟਿੱਪਣੀਆਂ ਜਿਹੜੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਣ ਲੱਗੀਆਂ ਨੇ, ਤੇ ਚੌ ਪਾਸਿਓਂ ਘੇਰਾਬੰਦੀ ਜਿਹੜੀ ਉਹਨਾਂ ਦੀ ਹੋ ਰਹੀ ਹੈ। ਕਿਉਂਕਿ ਕੁਲਤਾਰ ਸਿੰਘ ਸੰਧਵਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹਨਾਂ ਨੇ ਵੀ ਇੱਕ ਚਿੱਠੀ ਜਿਹੜੀ ਹੈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਹੈਗੀ, ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ, ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਜਿਹੜੀ ਉਹ ਸਹੁੰ ਖਾਧੀ ਸੀ, ਉਹਨਾਂ ਸਹੁੰਆਂ ਤੇ ਉਹ ਪੂਰੇ ਨਹੀਂ ਉਤਰੇ, ਤੇ ਇਸ ਕਰਕੇ ਉਹਨਾਂ ਨੂੰ ਪੰਥ 'ਚੋਂ ਛੇਕਿਆ ਜਾਵੇ। ਨਾਲੋਂ ਨਾਲ ਇਹ ਵੀ ਕਿਹਾ ਗਿਆ ਕਿ ਬਾਦਲ ਪਰਿਵਾਰ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਤਾਂ ਹੁਣ ਕਾਰਜਕਾਰੀ ਜਥੇਦਾਰ ਸਾਹਿਬ ਤਾਂ ਕੋਟਕਪੂਰਾ ਗੋਲੀਕਾਂਡ ਦੀ ਰਿਪੋਰਟ ਰੱਦ ਹੋਣ ਤੋਂ ਬਾਅਦ ਬੋਲੇ ਨੇ, ਜਦਕਿ ਉਹਨਾਂ ਦਾ ਬੋਲਣਾ ਬਣਦਾ ਸੀ। ਪਰ ਜਦੋਂ ਚਿੱਠੀਆਂ ਉਹਨਾਂ ਕੋਲੇ ਜਾ ਰਹੀਆਂ ਨੇ ਤੇ ਲਗਾਤਾਰ ਬਿਆਨਬਾਜ਼ੀ ਹੋ ਰਹੀ ਹੈ, ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਿਰੇ ਹੋਏ ਮਹਿਸੂਸ ਤਾਂ ਚਾਰੇ ਪਾਸੇ ਤੋਂ ਕਰ ਰਹੇ। ਤੇ ਜਿਹੜੀ ਉਹਨਾਂ ਤੋਂ ਆਪਣੇ ਵਿਧਾਇਕਾਂ ਤੋਂ ਰਿਪੋਰਟ ਮਿਲ ਰਹੀ ਹੈ, ਉਹ ਵੀ ਕੋਈ ਬਾਹਲੀ ਸੰਤੁਸ਼ਟੀ ਵਾਲੀ ਨਹੀਂ। ਵਿਧਾਇਕ ਵੀ ਇਹੀ ਕਹਿ ਰਹੇ ਨੇ ਕਿ ਪਿੰਡਾਂ 'ਚ ਜਾਣਾ ਸਾਡਾ ਔਖਾ ਜਿਹੜਾ ਹੈ ਉਹ ਹੋ ਜਾਣਾ। ਬਿਲਕੁਲ ਜੀ, ਚੱਲਦੇ ਆਪਾਂ ਪਹਿਲੀ ਕਾਲ ਤੇ, ਫਿਰ ਉਸ ਤੋਂ ਬਾਅਦ ਅਗਲੀ ਖਬਰ ਤੇ ਚੱਲਾਂਗੇ। ਹਾਂਜੀ, ਕੀ 56 ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਦੋਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਇਹ ਜਿਹੜਾ ਜੋ ਕੁਝ ਵੀ ਹੋਇਆ ਨਾ ਵਿਜੇ ਪ੍ਰਤਾਪ ਸਿੰਘ ਦਾ, ਇਹਦੇ ਵਿੱਚ ਇਕੱਲੇ ਕੈਪਟਨ ਦਾ ਕੋਈ ਦੋਸ਼ ਨਹੀਂ ਹੈਗਾ। ਉਹਦੇ ਨਾਲ ਵੱਧ ਦੋਸ਼ੀ ਜਿਹੜੇ ਆ ਉਹ ਬਾਦਲ ਪਰਿਵਾਰ ਵਾ, ਕਿਉਂਕਿ ਉਹੀ ਤਾਂ ਹਲੇ ਸਾਡੇ ਧਰਮ ਦੇ ਰਖਵਾਲੇ ਆ, ਉਹ ਧਰਮ ਦੇ ਪੈਰੇਕਾਰ ਵਾ। ਤੇ ਉਹ ਕਹਿੰਦੇ ਸਾਤੋਂ ਬਗੈਰ ਉੱਥੇ ਪਤਾ ਨਹੀਂ ਹਿਲਦਾ, ਉਹ ਭੰਗੜੇ ਪਾਉਂਦੇ ਆ। ਇਹਦਾ ਮਤਲਬ ਗੁਰੂ ਦੇ ਦੁਖੀ ਉਹ ਆ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਪਹਿਲਾਂ ਇਹਨਾਂ ਨੂੰ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਹੈਗੀਆਂ, ਪਹਿਲਾਂ ਬਾਦਲਾਂ ਨੂੰ ਬਾਹਰ ਕੱਢਣ, ਇਹਨਾਂ ਨੂੰ ਕਲੰਕਿਤ ਕਰਾਰ ਦੇ ਕੇ, ਕੌਮ ਦੇ ਦੋਖੀ ਕਰਾਰ ਦੇ ਕੇ, ਧਰਮ ਤੋਂ ਲਾਂਭੇ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ। ਜੇ ਇਹ ਫੈਸਲਾ ਨਹੀਂ ਲੈ ਸਕਦੇ ਇੱਦਾਂ ਦਾ, ਤੇ ਫਿਰ ਤਾਂ ਇਹਨਾਂ ਦੀ ਹੋਣ ਦੀ ਕੋਈ ਜ਼ਰੂਰਤ ਹੀ ਹੈ ਨਹੀਂ। ਬਾਦਲ ਉੱਥੇ ਬੈਠੇ, ਇਹ ਬੈਠੇ ਇੱਕ ਬਰਾਬਰ ਹੈਗਾ। ਬੀਬੀ ਜੀ ਕੀ ਔਰ ਜੀ ਉੱਥੇ ਚੌਕੜਾ ਮਾਰ ਕੇ ਹੁਣ ਬਹਿ ਗਏ ਆ। ਇੱਦਾਂ ਦੇ ਬੰਦੇ ਉੱਥੇ ਹੋਊਗੇ
ਤਾਂ ਫਿਰ ਸਾਡੇ ਧਰਮ ਦਾ ਕੀ ਹੋਊਗਾ? ਆਹੀ ਕੁਛ ਹੋਣਾ, ਫੈਸਲੇ ਵੀ ਇਦਾਂ ਦੇ ਆਣੇ। ਜਦੋਂ ਦਿਨ ਦਿਹਾੜੇ ਜਿਹੜਾ ਮਰਜੀ ਜਿਹਨੂੰ ਮਰਜੀ ਮਾਰ ਦੇਵੇ, ਉਹਦਾ ਕੋਈ ਫੈਸਲਾ ਮਿਲੂਗਾ ਨਹੀਂ। ਐਸਾ ਬਾਦਲ ਤੇ ਕੈਪਟਨ ਇਹ ਦੋਨੇ ਜਿਹੜੇ ਆ ਪੰਜਾਬ ਦੇ ਦੋਖੀ ਆ। ਪੰਜਾਬ ਨੂੰ ਇਹਨਾਂ ਨੇ ਚੰਗੀ ਤਰ੍ਹਾਂ ਗੁੱਠੇ ਲਾਏ ਆ। ਫਿਰ ਉਹ ਪਿੱਛੇ ਇਲੈਕਸ਼ਨ ਕਹਿੰਦੇ ਸੀ ਅਕਾਲੀ, ਜੇ ਸਾਨੂੰ ਨਹੀਂ ਵੋਟ ਪਾਣੀ ਤਾਂ ਕਾਂਗਰਸ ਨੂੰ ਪਾ ਦਿਓ। ਇਹ ਦੋਨੇ ਜਣੇ ਜੇ ਇੱਕ ਨਾ ਹੋ ਗਏ, ਤੀਸਰੀ ਪਾਰਟੀ ਆ ਜਾਣੀ ਆ। ਇਹਨਾਂ ਦਾ ਦੋਨਾਂ ਦਾ ਕੇਕ ਖਿਚੜੀ ਹੋਣ ਦਾ ਮਕਸਦ ਇੱਕੋ ਹੀ ਆ, ਕੋਈ ਹੋਰ ਆ ਕੇ ਨਾ ਕੁਰਸੀ ਤੇ ਬਹਿ ਜਾਵੇ ਵੀ ਉਹਨੂੰ ਜਿਤਾ ਦਿਓ ਜਾਂ ਉਹਨੂੰ ਜਿਤਾ ਦਿਓ, ਵੀ ਕੋਈ ਹੋਰ ਸਾਹਮਣੇ ਨਾ ਆਵੇ। ਹੁਣ ਦੂਸਰੇ ਬੰਦੇ ਜੇ ਇੱਥੇ ਸਭ ਕੁਝ ਦੇਖ ਲੈਣ, ਪੰਥਕ ਦੀਆਂ ਜਥੇਬੰਦੀਆਂ ਵੀ ਸਾਰੀਆਂ ਦੇਖ ਲੈਣ ਕੀ ਹੋ ਰਿਹਾ, ਅੱਖਾਂ ਖੋਲ ਲੈਣ, ਕੋਈ ਆਪਣੀ ਪਾਰਟੀ ਦਾ ਗੱਠਜੋੜ ਕਰ ਲੈਣ, ਜਿਹੜਾ ਪੱਕਾ ਗੱਠਜੋੜ ਹੋਵੇ, ਟੁੱਟਣੇ ਵਾਲਾ ਨਾ ਹੋਵੇ, ਉਹੀ ਇਹਨਾਂ ਨੂੰ ਸ਼ਿਕਾਇਤ ਦੇ ਸਕਦਾ, ਨਹੀਂ ਤਾਂ ਇਹ ਕੁਛ ਹੁੰਦਾ ਰਹਿਣਾ ਜੀ। ਜੀ ਧੰਨਵਾਦ ਜੀ, ਧੰਨਵਾਦ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਵਾਕਿਆ ਗੱਲ ਸਹੀ ਆ ਤੁਹਾਡੀ ਬਿਲਕੁਲ। ਇਹ ਤੇ ਆਪਾਂ ਅਰਸ਼ਦੀਪ ਤੇ ਵੀ ਵਿਚਾਰ ਲੈਣੇ। ਕਾਲ ਹੋਰ ਲੈ ਲਈਏ ਜੀ ਆਪਾਂ। ਹਾਂਜੀ 26 23 ਸਵਾਗਤ ਹੈ ਵੀਰ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਦੋਵੇਂ ਭਰਾਵਾਂ ਨੂੰ। ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਵੀਰ ਜੀ, ਵੈਸੇ ਤੁਸੀਂ ਨਹੀਂ ਸੁਣੀ ਹੋਣੀਆਂ ਖਬਰਾਂ, ਮੈਂ ਤਾਂ ਸੁਣ ਹਟਿਆ। ਖਬਰਾਂ ਆ ਗਈਆਂ, ਹਮਦਰਦ ਤੇ ਆ ਗਈ ਹੈ ਖਬਰ, ਜਿਹੜੀ ਕੋਟਕਪੂਰਾ ਵਾਲੀ ਸੀਗੀ ਨੀ ਇਹਨਾਂ ਦੀ ਪਾਈ ਹੋਈ ਪਟੀਸ਼ਨ ਆਪਣੇ ਸੈਣੀ ਹੁਣਾਂ ਤੇ, ਉਹਨਾਂ ਨੇ ਉਹਨੂੰ ਖਾਰਜ ਕਰਤਾ ਆ। ਤਾਂ ਉਹਦਾ ਟਪੂਸੀਆਂ ਮਾਰਦੇ ਆ, ਉਮਰਾਂ ਨੂੰ ਵੀ ਮਾਰਦਾ। ਹੈਗੀ ਆ ਜੀ, ਹੈਗੀ ਆਪਣੇ ਕੋਲ ਖਬਰ, ਹਾਲੇ ਸਾਂਝੀ ਕਰਨੀ ਸੀਗੀ ਤੇ ਹਾਂਜੀ ਬਿਲਕੁਲ ਕਰਦੇ ਜੀ, ਆਪਾਂ ਉਹ ਵੀ ਖਬਰ ਸਾਂਝੀ ਕਰਦੇ ਆ। ਇਹ ਤੋਂ ਸਾਫ਼ ਪਤਾ ਲੱਗ ਰਿਹਾ ਆ ਵੀ ਇਹ ਨਾ ਕੈਪਟਨ ਮੋਹਰੇ ਆਉਣ ਦਿੰਦਾ ਆ ਨੂੰ, ਤਾਂ ਨਾ ਬਾਦਲ ਆਉਣ ਦਿੰਦਾ ਮੋਹਰੇ। ਦੋਸ਼ਾਂ ਨੂੰ ਇਹਨਾਂ ਦੋਹਾਂ ਨੇ ਰਲ ਕੇ ਘਿਓ ਖਿਚੜੀ ਇਸੇ ਲਈ ਬਣੇ ਆ ਇਹ, ਵੀ ਲੋਕ ਮਰੀ ਜਾਣ, ਜੋ ਮਰਜ਼ੀ ਹੋਵੇ ਆਪਣਾ ਖਾਓ। ਹੁਣ ਇੱਥੋਂ ਫੰਡ ਜਾ ਰਿਹਾ ਇੰਨਾ ਜੀ। ਇੰਡੀਆ ਜਿੱਦਾਂ ਬਰਫ ਨੀ ਡੋਲਾ ਡਲਾ ਖੁਰਦਾ ਹੁੰਦਾ, ਇੰਡੀਆ ਦਾ ਕੋਈ ਜਾਂਦਾ ਦੇਖੀ ਬਰਫਾਂ ਦੇ ਡਲੇ ਨੂੰ ਖੁਰ ਜਾਣਾ ਆ ਜੀ। ਤਾਂ ਮੁੜ ਕੇ ਆ ਗਈ ਗੱਲ। ਹੁਣ ਜਿਹੜੇ ਲੋਕ ਜਿਹਨਾਂ ਨੇ ਮੋਦੀ ਦੀ ਇੱਥੇ ਪੋਸਟਰ ਲਾਏ ਸੀ, ਬਹੁਤ ਉਹਨਾਂ ਦਾ ਧੰਨਵਾਦ ਆ। ਹੁਣ ਸਾਡੇ ਟੂਡੋ ਸਾਹਿਬ ਦੇ ਵੀ ਲਾਉਣ, ਟੂਡੋ ਸਾਹਿਬ ਜਿਹਨਾਂ ਨੇ ਗਿਆ ਦੇ ਇੰਡੀਆ ਗਿਆ ਦੀ ਕਦਰ ਨਾ ਸੀ ਕੀਤੀ, ਤੇ ਹੁਣ ਇਹਨੂੰ ਉਹਦੇ ਪੋਸਟਰ ਇੱਥੇ ਲਾ ਦੇਣੇ ਚਾਹੀਦੇ ਆ। ਜੇ ਇਹਨਾਂ ਦੇ ਅਣਖਿਆ ਤੇ ਜੇ ਬਗੈਰ ਧਿਆਫੇ ਦਾ ਨਾਂ ਲਾਉਣ, ਤੇ ਅਣਖਿਆ ਕਹਿੰਦਾ ਫਿਰ ਉਹਦੇ ਵੀ ਹੁਣ ਲਾਉਣ ਵੀ ਟੂਡੋ ਸਾਹਿਬ ਬਹੁਤ ਚੰਗਾ ਆ, ਵੀ ਬਗੈਰ ਫੋਨ ਤੋਂ ਉਹਨੇ ਇੰਡੀਆ ਪੈਸੇ ਭੇਜੇ ਆ। ਉਹਦੇ ਤੋਂ ਉਹਨੇ ਦਾ ਫੋਨ ਕਰਕੇ ਦਵਾ ਮੰਗਾਈ ਸੀਗੀ ਇਹਦੇ ਤੋਂ, ਇੰਡੀਆ ਵਾਲਿਆਂ ਤੋਂ। 60 ਕਰੋੜ ਰੁਪਇਆ ਭੇਜਿਆ। ਹਾਂਜੀ ਹਾਂਜੀ, ਤਾਂ ਫਿਰ ਹੁਣ ਇਹਨਾਂ ਨੂੰ ਇਹਦੇ ਲਾਉਣੇ ਚਾਹੀਦੇ ਟੂਡੂ ਸਾਹਿਬ ਦੇ, ਇਹਨਾਂ ਨੂੰ ਵੀ ਹੁਣ ਪੋਸਟਰ ਹੁਣ ਲਾਉਣੇ ਚਾਹੀਦੇ ਆ। ਜੈ ਮੋਦੀ ਹੁਣ ਕਹਿੰਦੇ ਜੈ ਟੂਡੂ ਸਵਾਦ ਤਾਂ ਫੇ ਆ। ਬਗੈਰ ਤੇ ਲੋਕ ਆ ਜੀ, ਇਹਨਾਂ ਨੂੰ ਇੰਡੀਆ ਵਾਲਿਆਂ ਨੂੰ ਜਿੰਨਾ ਮਰਜ਼ੀ ਖਵਾ ਦਿਓ, ਇਹ ਬਗੈਰ ਤੇ ਆਏ ਜਿਨ੍ਹਾਂ ਦੀ ਤੁਸੀਂ ਕਹਿੰਦਾ ਮਦਦ ਕਰਦੀ ਹੈ ਸਾਡੀਆਂ ਬਾਹਰਲੀਆਂ ਗੌਰਮੈਂਟਾਂ, ਇਹ ਬਗੈਰਤਾਂ ਦੀ ਮਦਦ ਕਰਦੇ ਆ। ਇਹਨੂੰ ਹਾਲੇ ਸਹੀ ਮੋਹਰਿਓ ਬੰਦਾ ਉੱਥੇ ਟੱਕਰਿਆ ਹੀ ਨਹੀਂ, ਕੋਈ ਮੋਹਰਿਓ ਸਹੀ ਬੰਦਾ ਲੱਭਦਾ ਹੀ ਨਹੀਂ ਰਿਹਾ। ਜੇ ਸਹੀ ਗੱਲ ਪੁੱਛਦੇ ਜਿੱਦਾਂ ਜਦ ਆਪਣੇ ਸਿੰਘਾਂ ਨੂੰ ਕੋਈ ਮੋਹਰਿਓ ਸੰਤਾਂ ਤੋਂ ਬਾਅਦ ਕੋਈ ਚੰਗਾ ਬੰਦਾ ਗਠਸਲਾ ਲੱਭਾ ਹੀ ਨਹੀਂ। ਕਾਲੀਆਂ ਨੂੰ ਵੀ ਇਹ ਵੀ ਸਮਝ ਲਾ ਵੀ ਜਿੱਧਰ ਨੂੰ ਦੇਖਦੇ ਛਾਬਾ ਨੀਵਾਂ ਭਾਰਾ ਉਧਰ ਨੂੰ ਹੋ ਜਾਂਦੇ। ਜੇ ਤਾਂ ਕਾਲੀਆਂ ਦਾ ਜ਼ੋਰ ਪੈਂਦਾ ਕਾਲੀਆਂ ਨੂੰ ਹੋ ਜਾਂਦੇ ਆ, ਤੇ ਜੇ ਦੋਆਂ ਵੱਲ ਨੂੰ ਹੁੰਦਾ ਉਧਰ ਨੂੰ। ਹੁਣ ਜਿੱਦਾਂ ਜ਼ਿਮੀਦਾਰਾਂ ਦਾ ਹੁਣ ਚੱਲਦਾ ਆ, ਹੁਣ ਇਹਨੂੰ ਇਹਨਾਂ ਸਾਥ ਦੇਣਾ ਜਿਹੜਾ ਅੱਜ ਹੈਗਾ ਨਾ ਆਕਸੀਜਨ ਤੋਂ ਰੋਂਦੇ ਆ। ਮੈਨੂੰ ਇਹ ਗੱਲ ਲਿਖ ਕੇ ਲੈ ਲੈਣ ਇੰਡੀਆ ਵਾਲੇ ਲੋਕ, ਜੇ ਨਾ ਇਹ ਕੱਲ ਨੂੰ ਅੰਨਦਾਤੇ ਤੋਂ ਵਿਰੋਧ ਤਾਂ ਮੇਰਾ ਨਾਮ ਵਟਾ ਦਿਓ। ਜੇ ਅੱਜ ਇਹਨਾਂ ਨੇ ਬਿਲਕੁਲ ਨਾ ਉਹਨਾਂ ਸਾਥ ਦਿੱਤਾ ਹੈਗਾ ਨਾ ਉਹਨਾਂ ਦਾ ਉੱਥੇ ਆਇਆਂ ਦਾ, ਇਹ ਬਿਲਕੁਲ ਅੰਨ ਦੇ ਦਾਣੇ ਨੂੰ ਵੀ ਇਹ ਰੋਣਗੇ ਲੋਕ ਜਿੱਦਾਂ ਅੱਜ ਆਕਸੀਜਨ ਨੂੰ ਰੋਂਦੇ ਆ। ਫਿਰ ਜਿਹੜੇ ਹੱਥਾਂ ਨੇ ਗੁਰਦੁਆਰੇ ਢਵਾਉਂਦੇ ਸੀ ਸਿੱਖਾਂ ਦੇ, ਉਹਨਾਂ ਗੁਰਦੁਆਰੇ 'ਚ ਹੋਇਆ ਆਕਸੀਜਨ ਕਿਹੜੇ ਮੂੰਹ ਨਾਲ ਜਾਂਦੇ ਆ ਲੈਣ? ਬਿਲਕੁਲ ਖੋਟਾ ਬੰਨ ਕੇ ਜਾਂ ਸੋਚਣ ਵੀ ਕਿਹੜਾ ਮੂੰਹ ਲੈ ਕੇ ਜਾਂਦੇ ਆ। ਇੱਕ ਪਾਸੇ ਕਹਿੰਦੇ ਵੀ ਉਹ ਚੰਗੇ ਨਹੀਂ ਹੈਗੇ ਸਰਦਾਰ, ਇਹ ਮਾੜੇ ਆ ਸਾਰੇ। ਉਸੇ ਮੂੰਹ ਨਾਲ ਉਸੇ ਗੁਰਦੁਆਰੇ ਵਿੱਚੋਂ ਜਾ ਕੇ ਹੁਣ ਆਕਸੀਜਨ ਵੀ ਲੈਂਦੇ ਆ ਫ੍ਰੀ 'ਚ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆਪਣੇ ਆਪ ਹੀ। ਮੈਂ ਤਾਂ ਹੋਰ ਕੁਝ ਨਹੀਂ ਕਹਿਣਾ, ਆਪਣੇ ਮੈਨੂੰ ਸ਼ਰਮ ਹੀ ਆਉਣੀ ਚਾਹੀਦੀ। ਤੁਹਾਡਾ ਪੂਰਾ ਧੰਨਵਾਦ ਵੀਰ, ਧੰਨਵਾਦ। ਆਪਾਂ ਖਬਰ ਵੀ ਸਾਂਝੀ ਕਰਦੇ ਜੀ, ਇੱਕ ਮਿੰਟ 'ਚ ਹੀ ਸੁਣ ਲਓ। ਅਰਸ਼ਦੀਪ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਆਪਾਂ ਜਿਹੜੀ ਫਰੀਦਕੋਟ ਅਦਾਲਤ ਨੇ ਕੋਟਕਪੂਰਾ ਗੋਲੀਕਾਂਡ ਦੀ ਜਿਹੜੀ ਫਾਈਲ ਹੀ ਬੰਦ ਕਰਤੀ ਜੀ। ਦੇਖੋ ਜੀ, ਫਰੀਦਕੋਟ ਸੈਸ਼ਨ ਕੋਰਟ ਦੇ ਵਿੱਚ ਤਾਂ ਸੀਗਾ ਕਿ ਉੱਥੇ ਫਾਈਲ ਜਿਹੜੀ ਉਹ ਬੰਦ ਹੋਣੀ ਲਾਜ਼ਮੀ ਹੈ, ਕਿਉਂਕਿ ਜਦੋਂ ਹਾਈ ਕੋਰਟ ਵੱਲੋਂ ਜਿਹੜੀ ਹੈ 9 ਅਪ੍ਰੈਲ ਨੂੰ ਕੋਟਕਪੂਰਾ ਗੋਲੀਕਾਂਡ ਦੀ ਵਿਸ਼ੇਸ਼ ਜਾਂਚ ਟੀਮ ਦੇ ਜਿਹੜੇ 4 ਚਾਰਜ ਸ਼ੀਟਾਂ ਸੀ ਉਹਨਾਂ ਨੂੰ ਗੈਰ ਕਾਨੂੰਨੀ ਜਦੋਂ ਐਲਾਨ ਦਿੱਤਾ ਗਿਆ, ਤੇ ਜਦੋਂ ਗੈਰ ਕਾਨੂੰਨੀ ਐਲਾਨ ਸੀਆਂ ਤੋਂ ਤੈਅ ਹੈ ਕਿ ਵਧੀਕ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਜਦੋਂ ਧਿਰਾਂ ਆ ਕੇ ਕਹਿਣਗੀਆਂ ਕਿ ਹਾਈ ਕੋਰਟ ਨੇ ਇਹ ਚਾਰਜ ਸ਼ੀਟਾਂ ਗੈਰ ਕਾਨੂੰਨੀ ਐਲਾਨ ਦਿੱਤੀਆਂ ਨੇ, ਕਿਉਂਕਿ ਇਹ ਚਾਰਜ ਸ਼ੀਟਾਂ ਜਿਹੜੀਆਂ ਸੀ ਉਹ 27 ਮਈ 2019 ਤੇ 18 ਜਨਵਰੀ 2021 ਨੂੰ 4 ਚਲਾਨ ਜਿਹੜੇ ਉਹ ਪੇਸ਼ ਕੀਤੇ ਗਏ ਸੀਗੇ, ਜਿਹਦੇ ਚ ਸਾਬਕਾ ਆਈਜੀ ਪਰਮਰਾਜ ਉਮਰਾ ਨੰਗਲ, ਐਸਐਸਪੀ ਚਰਨਜੀਤ ਸ਼ਰਮਾ, ਏਡੀਸੀਪੀ ਪਰਮਜੀਤ ਪੰਨੂ, ਐਸਪੀ ਬਲਜੀਤ ਸਿੰਘ ਤੇ ਥਾਣਾ ਸਿਟੀ ਕੋਟਕਪੂਰਾ ਦੇ ਐਸਐਚਓ ਆ ਜਿਹੜੇ ਗੁਰਦੀਪ ਸਿੰਘ ਪੰਦੇਰ ਤੇ ਇੱਕ ਮਨਤਾਰ ਸਿੰਘ ਬਰਾੜ ਜਿਹੜੇ ਸਾਬਕਾ ਅਕਾਲੀ ਵਿਧਾਇਕ ਨੇ, ਤਾਂ ਉਹਨਾਂ ਦੇ ਵਿਰੁੱਧ 4 ਚਾਰਜ ਸ਼ੀਟਾਂ ਸੀਗੀਆਂ। ਤੇ ਜਦੋਂ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਇਹ, ਤਾਂ ਸੁਭਾਵਿਕ ਹੈ ਕਿ ਵਧੀਕ ਸੈਸ਼ਨ ਜੱਜ ਦੀ ਕੋਰਟ ਦੇ ਵਿੱਚ ਜਿਹੜਾ ਇਹ ਮਾਮਲਾ ਚੱਲ ਰਿਹਾ ਹੈਗਾ, ਤਾਂ ਉੱਥੇ ਵੀ ਜਿਹੜੀਆਂ ਫਾਈਲਾਂ ਨੇ ਉਹ ਲਾਜ਼ਮੀ ਤੌਰ ਤੇ ਬੰਦ ਹੋਣੀਆਂ ਤੈਅ ਸੀਗੀਆਂ ਜੀ। ਤਾਂ ਹੁਣ ਇਹ ਜਦੋਂ ਫਾਈਲ ਬੰਦ ਹੋਈ ਹੈ ਤਾਂ ਖਬਰ ਸੁਰਖੀਆਂ ਦੇ ਵਿੱਚ
ਜ਼ਰੂਰ ਆਈ ਹੈ ਦੁਬਾਰਾ ਤੋਂ ਕਿ ਉਹਨਾਂ ਨੂੰ ਜੱਜ ਸਾਹਿਬ ਨੇ ਜਿਹੜਾ ਆਜ਼ਾਦ ਕਰ ਦਿੱਤਾ ਹੈ, ਪਰ ਕੁਐਸਚਨ ਪੰਜਾਬ ਸਰਕਾਰ ਦੀ ਹੈ ਕਿ ਉਹ ਕੀ ਕਰ ਰਹੀ ਹੈ। ਨਵੀਂ ਸਿੱਟ ਬਣਾਉਣ ਵੱਲ ਤਾਂ ਵੱਧ ਰਹੀ ਹੈ, ਕਿ ਉਹਨੂੰ ਟਾਈਮ ਬਾਉਂਡ ਕਰ ਰਹੀ ਹੈ, ਉਹ ਦੁਬਾਰਾ ਤੋਂ ਜਾਂਚ ਕਰੂਗੀ ਤਾਂ ਇਨਸਾਫ ਦੀ ਸੰਭਾਵਨਾ ਹੀ ਨਹੀਂ, ਕਿਉਂਕਿ ਦੁਬਾਰਾ ਤੋਂ ਜਾਂਚ ਤਾਂ ਪਹਿਲੇ ਹੀ 3 ਸਾਲਾਂ ਦੇ ਵਿੱਚ ਹੋਈ ਹੈ। ਜੇ ਉਹ ਫੈਕਟ ਕਲੀਅਰ ਕਰਕੇ ਦੁਬਾਰਾ ਚਲਾਨ ਪੇਸ਼ ਕਰੂਗੀ ਤਾਂ ਉਹ ਟਾਈਮ ਬਾਉਂਡ ਹੋਣਾ ਚਾਹੀਦਾ ਕਿ ਉਹ 2 ਮਹੀਨੇ ਦੇ ਵਿੱਚ ਕਰੂਗੀ ਜਾਂ 2.5 ਮਹੀਨੇ ਦੇ ਵਿੱਚ ਕਰੂਗੀ। ਤੇ ਨਾਲੋਂ ਨਾਲ ਜਿਹੜਾ ਕੋਟਕਪੂਰਾ ਗੋਲੀकांड ਨੂੰ ਲੈ ਕੇ ਫੈਸਲਾ ਆਇਆਗਾ ਹਾਈ ਕੋਰਟ ਦਾ, ਉਹਦੇ ਚ ਵੀ ਜਿਹੜੀਆਂ ਪੰਥਕ ਧਿਰਾਂ ਤੇ ਸਿਆਸੀ ਧਿਰਾਂ ਦੀ ਇਕੱਤਰਤਾ ਹੋਈ ਹੈਗੀ। ਉਹਨਾਂ ਨੇ ਇਹੀ ਕਿਹਾ ਕਿ ਇੱਕ ਇੰਸਪੈਕਟਰ ਤੇ ਹੌਲਦਾਰ ਵੱਲੋਂ ਜਿਹੜੀ ਹੈ ਰਿਟ ਪਾਈ ਗਈ ਹੈ ਹਾਈ ਕੋਰਟ ਦੇ ਵਿੱਚ ਚਾਰਜ ਸ਼ੀਟਾਂ ਰੱਦ ਕਰਾਉਣ ਦੇ ਲਈ, ਤਾਂ ਕੀ ਇੱਕ SHO ਤੇ ਹੌਲਦਾਰ ਹਾਈ ਕੋਰਟ ਦੇ ਵਕੀਲ ਦਾ ਫੀਸ ਦੇ ਸਕਦੇ ਨੇ ਪੇਸ਼ੀਆਂ ਦੀ, ਜਿਨ੍ਹਾਂ ਦੀ ਕਿ ਲੱਖਾਂ ਰੁਪਈਏ ਫੀਸ ਹੈਗੀ ਇੱਕ ਪੇਸ਼ੀ ਦੀ? ਤਾਂ ਕੀ ਉਹਨਾਂ ਵਕੀਲਾਂ ਦੀ ਫੀਸ ਉਹ ਉਤਾਰ ਸਕਦੇ ਸੀ? ਕਿਉਂਕਿ ਇੱਕ ਪੇਸ਼ੀ ਦੀ ਜਿਹੜੀ ਫੀਸ ਆ ਉੱਥੇ ਹਾਈ ਕੋਰਟ ਦੇ ਵਿੱਚ ਵਕੀਲਾਂ ਦੀ, ਉਹ ਇਹਨਾਂ ਜਿਹੜੇ ਆਫੀਸਰਸ ਨੇ ਇਹਨਾਂ ਦੀ ਸਾਰੀ ਉਮਰ ਦੀ ਤਨਖਾਹ ਦੇ ਬਰਾਬਰ ਹੈਗੀ। ਤੇ ਇਸ ਕਰਕੇ ਉਹ ਫੀਸ ਕਿਹਨੇ ਤਾਰੀ, ਉਹ ਕੁਐਸਚਨ ਵੀ ਖੜਾ ਕੀਤਾ ਗਿਆ। ਹੁਣ ਦੇਖਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਮੀਡੀਆ 'ਚ ਆ ਕੇ ਕਦੋਂ ਇਸ ਮੁੱਦੇ ਤੇ ਕਲੈਰੀਫਿਕੇਸ਼ਨ ਦਿੰਦੀ ਹੈ, ਪੂਰੇ ਮਾਮਲੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੇ ਆ, ਕਿਉਂਕਿ ਕੋਟਕਪੂਰਾ ਗੋਲੀकांड ਦੀ ਫਾਈਲ ਬੰਦ ਹੋਣੀ ਜਿਹੜੀ ਉਹ ਸੈਸ਼ਨ ਕੋਰਟ ਦੇ ਵਿੱਚ ਤੈਅ ਸੀ, ਜਦੋਂ ਹਾਈ ਕੋਰਟ ਨੇ ਜਿਹੜੀ ਹੈ ਚਾਰਜ ਸ਼ੀਟਾਂ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ ਢਿੱਲੋਂ ਵੀਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਪਹਿਲਾਂ ਤਾਂ ਮੈਂ ਜੀ ਅਕਾਲੀ ਦਲ ਦੀ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਸਿੱਟ ਰੱਦ ਕੀਤੀ ਹੈ ਕੋਰਟ ਨੇ ਜੀ, तो अकाली दल ਨੂੰ ਇਸ ਤਰ੍ਹਾਂ ਖੁਸ਼ੀਆਂ ਨਹੀਂ ਮਨਾਉਣੀ ਚਾਹੀਦੀ। ਅਕਾਲੀ ਦਲ ਨੂੰ ਆਪਣਾ ਬਣਾਉਣਾ ਚਾਹੀਦੀ ਪੋਜੀਸ਼ਨ, ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਦੇਖੋ ਜੀ ਸਿੱਟ ਰੱਦ ਹੋ ਗਈ ਹੈ, ਸਾਨੂੰ ਬੜਾ ਇਸ ਚੀਜ਼ ਦਾ ਦੁੱਖ ਹੈ ਕਿ ਸਾਡੇ ਦੇ ਲੋਕ ਉਂਗਲੀਆਂ ਚੁੱਕਦੇ ਸੀ ਔਰ ਅਸੀਂ ਤਾਂ ਚਾਹੁੰਦੇ ਸੀ ਸਿੱਟ ਕੋਈ ਨਾ ਕੋਈ ਫੈਸਲਾ ਦੇਵੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਕੌਣ ਦੋਸ਼ੀ ਹੈ। ਬਿਲਕੁਲ ਜੀ। ਲੇਕਿਨ ਅਕਾਲੀ ਦਲ ਨੇ ਜਿਹੜੇ ਭੰਗੜੇ ਪਾ ਕੇ ਬਹੁਤ ਉਹਨਾਂ ਨੇ ਗਲਤੀ ਕੀਤੀ, ਵੱਡੀ ਗੁਨਾਹ ਕੀਤਾ, ਉਹਨਾਂ ਨੇ ਆਪਣੇ ਆਪ ਨੂੰ ਹੋਰ ਥੱਲੇ ਕਰਾ ਲਿਆ ਜੀ। ਤੇ ਦੂਸਰਾ ਨੂੰ ਪੁੱਛਣਾ ਚਾਹੁੰਦਾ ਸੀ, ਜਿਹੜਾ ਗੂਗਲ ਨੇ 135 ਕਰੋੜ ਰੁਪਇਆ ਦਿੱਤਾ ਇੰਡੀਆ ਨੂੰ, 135 ਕਰੋੜ ਗੂਗਲ ਨੇ ਜੀ ਜੀ, ਬਾਕੀ ਦੇਸ਼ ਵੀ ਮਦਦ ਕਰ ਰਹੇ ਹੈ। ਮੇਰੇ ਖਿਆਲ ਜਿਹੜੇ ਬਾਕੀ ਦੇਸ਼ ਮਦਦ ਕਰ ਰਹੇ ਉਹ ਤਾਂ ਸਰਕਾਰ ਆਪਣੇ ਤੌਰ ਤੇ ਉਹਨਾਂ ਨੂੰ ਵਰਤ ਲਵੇ ਜੀ, ਲੇਕਿਨ ਜਿਹੜਾ ਗੂਗਲ ਨੇ 135 ਕਰੋੜ ਦਿੱਤਾ ਅਗਰ ਉਹ ਲੋਕਾਂ ਦੇ ਖਾਤਿਆਂ 'ਚ ਪਾਤਾ ਜਾਵੇ ਤਾਂ ਬਹੁਤ ਚੰਗੀ ਗੱਲ ਹੋਏਗੀ ਜੀ। ਥੈਂਕ ਯੂ ਜੀ, ਧੰਨਵਾਦ। ਧੰਨਵਾਦ ਵੀਰ ਜੀ, ਬੜਾ ਵਧੀਆ ਸਵਾਲ ਹੈ ਤੁਹਾਡਾ, ਕਿਉਂਕਿ ਜਸਟਨ ਟਰੂਡੋ ਹੋਣਾ ਨੇ ਕਿਹਾ ਵੀ ਅਸੀਂ ਜਿਹੜਾ ਪੈਸਾ ਆ ਉਹ ਰੈੱਡ ਕਰਾਸ ਨੂੰ ਦੇਣਾ, ਪਰ ਰੈੱਡ ਕਰਾਸ ਦਾ ਜ਼ਿਆਦਾ ਪੈਸਾ ਵੀ ਜਿਹੜਾ ਉਹ ਤਨਖਾਹਾਂ ਦੇ ਵਿੱਚ ਚਲਿਆ ਜਾਂਦਾ, 20% ਹੀ ਜਿਹੜਾ ਅੱਗੇ ਲੋਕਾਂ ਤੱਕ ਪਹੁੰਚਦਾ। ਜੀ ਅਰਸ਼ਦੀਪ। ਦੇਖੋ ਜੀ, ਗੂਗਲ ਵਾਲਾ ਨਹੀਂ, ਵੈਸੇ ਹੀ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਆਪਣੇ ਲੋਕਾਂ ਨੂੰ ਪੈਸਾ ਦਿੰਦੀ, ਕਿਉਂਕਿ ਜਦੋਂ ਤੁਹਾਡੇ ਮੁਲਕ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਾਡੀ 50% ਪਾਪੂਲੇਸ਼ਨ ਜਿਹੜੀ ਉਹ 35-40 ਰੁਪਏ ਤੇ ਗੁਜ਼ਾਰਾ ਕਰਦੀ ਹੈਗੀ, ਤੇ ਜਦੋਂ ਪੂਰਨ ਲਾਕਡਾਊਨ ਲਾਵਾਂਗੇ ਜਿਹਦੇ ਨਾਲ ਬੇਰੁਜ਼ਗਾਰੀ ਵੀ ਵਧੂਗੀ, ਇੰਡਸਟਰੀ ਦੇ ਵਿੱਚ ਅੱਧੀਆਂ ਵੈਕੈਂਸੀਆਂ ਤੇ ਲੋਕ ਕੰਮ ਕਰਨਗੇ ਤਾਂ ਉਹਦੇ ਨਾਲ ਬੇਰੁਜ਼ਗਾਰੀ ਵਧੂਗੀ। ਤੇ ਇੰਡਸਟਰੀ ਵਾਲ ਨੂੰ ਵੀ ਆਪਾਂ ਇੱਥੇ ਦੋਸ਼ੀ ਨਹੀਂ ਕਹਿੰਦੇ, ਕਿਉਂਕਿ ਸਮਾਲ ਸਕੇਲ ਇੰਡਸਟਰੀ ਜਿਹੜੀ ਹੈਗੀ ਹੈ ਉਹਨਾਂ ਦੇ ਮਾਲਕ ਵੀ ਇੰਨੇ ਵਿੱਤੀ ਤੌਰ ਤੇ ਸੰਪੂਰਨ ਨਹੀਂ ਹੈਗੇ ਕਿ ਉਹ 1 ਸਾਲ ਬਿਨਾਂ ਕੰਮ ਤੋਂ ਤਨਖਾਹਾਂ ਜਿਹੜੀਆਂ ਆਪਣੇ ਮੁਲਾਜ਼ਮਾਂ ਨੂੰ ਦੇ ਸਕਣ। ਇਸ ਕਰਕੇ ਗੌਰਮੈਂਟ ਦੀ ਜ਼ਿੰਮੇਵਾਰੀ ਬਣਦੀ ਸੀ ਗੂਗਲ ਵਾਲੇ ਪੈਸੇ ਤੋਂ ਬਿਨਾਂ ਹੀ ਕਿ ਉਹ ਮਹੀਨਾਵਾਰ ਖਰਚਾ ਜਿਹੜਾ ਹੈ ਰਾਸ਼ਨ ਦੇ ਨਾਲ ਨਾਲ ਜ਼ਰੂਰੀ ਵਸਤਾਂ ਦੇ ਲਈ ਉਹ ਆਪਣੇ ਨਾਗਰਿਕਾਂ ਨੂੰ ਮੁਹੱਈਆ ਕਰਵਾਉਂਦੀ। ਬੇਸ਼ੱਕ ਵੱਡੇ ਵੱਡੇ ਲੱਖਾਂ ਕਰੋੜਾਂ ਦੇ ਪੈਕੇਜ ਤਾਂ ਦਿਖਾਏ ਗਏ, ਪਰ ਉਹਨਾਂ ਪੈਕੇਜ ਆਮ ਲੋਕਾਂ ਲਈ ਤੇ ਛੋਟੀ ਇੰਡਸਟਰੀ ਲਈ ਕੁਝ ਨਹੀਂ ਨਿਕਲਿਆ। ਉਹ ਪੈਕੇਜ ਵੱਡੀਆਂ ਇੰਡਸਟਰੀਆਂ 'ਚ ਖਪਤ ਹੋ ਗਏ, ਇੱਧਰ ਉੱਧਰ ਅੰਕੜਿਆਂ ਦਾ ਹੇਰ ਫੇਰ ਹੀ ਦਿਖਾਈ ਦਿੱਤਾ, ਕਿਉਂਕਿ ਨਾ ਤਾਂ ਛੋਟੀ ਇੰਡਸਟਰੀ ਨੂੰ ਉਹਦੇ 'ਚ ਕੁਝ ਮਿਲਿਆ, ਛੋਟੀ ਇੰਡਸਟਰੀ ਨੂੰ ਮਿਲਦਾ ਤਾਂ ਛੋਟੀ ਇੰਡਸਟਰੀ ਅੱਗੇ ਕੁਝ ਕਰ ਸਕਦੀ ਸੀ। ਪਰ ਸਭ ਤੋਂ ਵੱਧ ਜ਼ਰੂਰੀ ਸੀ ਕਿ ਬਿਨਾਂ ਗੂਗਲ ਦੇ 135 ਕਰੋੜ ਤੋਂ ਹੀ ਜੇ ਸਰਕਾਰ ਚਾਹੁੰਦੀ ਤਾਂ ਉਹ ਸਿੱਧੇ ਪੈਸੇ ਆਪਣੇ ਨਾਗਰਿਕਾਂ ਦੇ ਖਾਤਿਆਂ 'ਚ ਪਾਉਂਦੀ, ਜਿਹਦੇ ਨਾਲ ਉਹ ਰੋਜ਼ਮਰਾ ਦੇ ਖਰਚੇ ਜਿਹੜੇ ਨੇ ਆਪਣੇ ਉਹ ਘਰਾਂ 'ਚ ਬਹਿ ਕੇ ਚਲਾ ਸਕਦੇ, ਕਰੋਨਾ ਨਾ ਸਪਰੈਡ ਹੁੰਦਾ। ਜੇ ਹੁਣ ਵੀ ਸਰਕਾਰ ਲਾਕਡਾਊਨ ਲਾਉਣ ਵੱਲ ਤੇ ਵੱਧਦੀ ਹੈ, ਜਿਸ ਹਿਸਾਬ ਦੇ ਨਾਲ ਕੇਸ ਵੱਧ ਰਹੇ ਨੇ, ਤਾਂ ਇੱਥੇ ਵੀ ਜ਼ਰੂਰੀ ਹੈ ਕਿ ਰਾਸ਼ਨ ਦਾਲਾਂ ਦੇ ਨਾਲ ਨਾਲ ਜਿਹੜੇ ਬਾਕੀ ਘਰ ਦੇ ਖਰਚੇ ਨੇ ਉਹਦੇ ਲਈ ਸਰਕਾਰ ਜਿਹੜੀ ਹੈ ਉਹ ਸਿੱਧੀ ਸਹਾਇਤਾ ਕਰੇ। ਪਰ ਇੱਥੇ ਤਾਂ ਲੋਕਾਂ ਦੇ ਲੋਨ ਵੀ ਡੈਫਰ ਨਹੀਂ ਕੀਤੇ ਗਏ, ਇੱਕ ਵਾਰੀ ਕਿਸ਼ਤਾਂ ਰੋਕ ਦਿੱਤੀਆਂ ਗਈਆਂ, ਉਹਦੇ ਬਾਅਦ ਪ੍ਰਾਈਵੇਟ ਬੈਂਕਾਂ ਨੇ ਜਿਹੜੀਆਂ ਕਿਸ਼ਤਾਂ ਵੀ ਪੂਰੀਆਂ ਲਈਆਂ ਨੇ, ਨਾਲ ਵਿਆਜ ਵੀ ਲਿਆ ਗਿਆ ਬਹੁਤ ਸਾਰੇ ਲੋਕਾਂ ਤੋਂ, ਤੇ ਇਸ ਕਰਕੇ ਉਹ ਸਹੂਲਤ ਵੀ ਜਿਹੜੀ ਉਹ ਨਹੀਂ ਦਿੱਤੀ ਗਈ। ਤਾਂ ਇਸ ਕਰਕੇ ਲੋਨ ਵੀ ਡੈਫਰ ਹੋਣੇ ਚਾਹੀਦੇ ਸੀ, ਠੰਡੇ ਬਸਤੇ ਪੈਣੇ ਚਾਹੀਦੇ ਸੀ। ਜੇ ਹੁਣ ਵੀ ਲਾਕਡਾਊਨ ਲੱਗਦਾਗਾ, ਨਾਲੋਂ ਨਾਲ ਸਿੱਧੀ ਸਹਾਇਤਾ ਗੂਗਲ ਦੀ ਮਦਦ ਤੋਂ ਬਿਨਾਂ ਵੀ ਸਰਕਾਰੀ ਖਜ਼ਾਨੇ 'ਚੋਂ ਇੰਡੀਅਨ ਗਵਰਨਮੈਂਟ ਦਾ ਫਰਜ਼ ਬਣਦਾ ਸੀ ਕਿ ਉਹ ਆਪਣੇ ਨਾਗਰਿਕਾਂ ਨੂੰ ਦਿੰਦੀ, ਟਰਾਂਸਪੋਰਟੇਸ਼ਨ ਦਾ ਪ੍ਰਬੰਧ ਵੀ ਕਰਦੀ, ਉਹਨਾਂ ਨੂੰ ਘਰੇ ਪਹੁੰਚਾਉਣ ਦੇ ਲਈ ਰੇਲਵੇ ਰਾਹੀਂ। ਪਰ ਇਹ ਸਭ ਕੁਝ ਜਿਹੜਾ ਨਹੀਂ ਹੋਇਆ ਉਹ ਖਾਮੀਆਂ ਤੇ ਰਹੀਆਂ ਨੇ, ਤੇ ਉਹਦੀ ਹਕੀਕਤ ਜਿਹੜੀ ਹੈ ਉਹ ਸੜਕਾਂ ਤੇ ਪ੍ਰਵਾਸੀ ਮਜ਼ਦੂਰਾਂ ਦੀ ਸਭ ਨੇ ਦੇਖੀ ਹੈ। ਬਿਲਕੁਲ ਜੀ। ਆਪਾਂ IPL ਦੀ ਗੱਲ ਕਰਦੇ ਜੀ, ਅੱਜ ਕੱਲ੍ਹ ਚੇਨਈ ਤੇ ਹੈਦਰਾਬਾਦ ਦੀ ਟੱਕਰ ਆ ਜੀ।
ਦੇਖੋ ਜੀ, ਅੱਜ IPL ਦੇ ਵਿੱਚ ਚੇਨਈ ਸੁਪਰ ਕਿੰਗਸ ਤੇ ਹੈਦਰਾਬਾਦ ਦੀ ਟੱਕਰ ਆ ਗਈ, ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਹੈਦਰਾਬਾਦ ਦੀ ਟੀਮ ਜਿਹੜੀ ਉਹ ਬੋਲਿੰਗ ਦੇ ਲਈ ਵਧੀਆ ਮੰਨੀ ਜਾਂਦੀ ਹੈ, ਪਰ ਚੇਨਈ ਦੇ ਕੋਲੇ ਐਕਸਪੀਰੀਅੰਸ ਪਲੇਅਰ ਨੇ, ਸਾਰੇ ਬੈਟਸਮੈਨ ਵੀ ਅੱਛੇ ਨੇ, ਨਾਲੋਂ ਨਾਲ ਆਲਰਾਊਂਡਰ ਵੀ ਅੱਛੇ ਨੇ, ਕਿਉਂਕਿ ਰਵਿੰਦਰ ਜਡੇਜਾ ਹੋਵੇ ਜਾਂ ਮਹਿੰਦਰ ਸਿੰਘ ਧੋਨੀ ਆ ਉਹਨਾਂ ਕੋਲੇ, ਤਾਂ ਇਸ ਕਰਕੇ ਉਹਨਾਂ ਕੋਲੇ ਜਿਹੜਾ ਇੱਕ ਚੰਗਾ ਕਪਤਾਨ ਵੀ ਹੈ, ਨਾਲੋਂ ਨਾਲ ਟੀਮ ਵੀ ਬਿਹਤਰ ਹੈ। ਪਰ ਸਨਰਾਈਜ਼ ਹੈਦਰਾਬਾਦ ਦਾ ਹਾਲ ਜਿਹੜਾ ਇਸ IPL 'ਚ ਸਭ ਤੋਂ ਬੁਰਾ ਹੈ, ਉਹ 8ਵੇਂ ਨੰਬਰ ਤੇ ਨੇ। ਉਹਨਾਂ ਨੇ ਅੱਜ ਤੱਕ 5 ਚੋਂ ਆਪਣਾ ਇੱਕੋ ਮੈਚ ਜਿੱਤਿਆ ਹੈਗਾ, ਪਰ ਚੇਨਈ ਨੇ 5 ਚੋਂ 4 ਮੈਚ ਜਿੱਤੇ ਨੇ, ਕਿਉਂਕਿ ਉਹਨਾਂ ਕੋਲੇ ਟੀਮ ਬਿਹਤਰ ਹੈਗੀ ਤੇ ਟੀਮ ਚੱਲ ਵੀ ਰਹੀ ਹੈ, ਫਾਰਮ ਦੇ ਵਿੱਚ ਵੀ ਹੈਗੀ। ਤੇ ਇਸ ਕਰਕੇ ਡੁਪਲੇਸੀ ਹੋਵੇ, ਰੋਬਿਨ ਅਥੱਪਾ ਨੂੰ ਜੇ ਅੱਜ ਪਾਇਆ, ਪਰ ਸੁਰੇਸ਼ ਰੈਣਾ ਨੂੰ ਜਿਹੜਾ ਖੜਾਇਆ ਜਾਊਗਾ, ਮੋਇਨ ਅਲੀ ਨੂੰ ਵੀ ਖੜਾਇਆ ਜਾਊਗਾ, MS ਧੋਨੀ ਵੀ ਹੈਗੇ ਨੇ ਉਹਨਾਂ ਕੋਲੇ, ਰਵਿੰਦਰ ਜਡੇਜਾ ਵੀ ਹੈ, ਤਾਂ ਇਸ ਕਰਕੇ ਉਹਨਾਂ ਕੋਲੇ ਜਿਹੜੇ ਨੇ ਵੱਡੇ ਪਲੇਅਰ ਨੇ। ਪਰ ਚੇਨਈ ਸੁਪਰ ਕਿੰਗਸ ਕੋਲੇ ਪਲੇਅਰ ਤਾਂ ਅੱਛੇ ਨੇ, ਪਰ ਬੈਟਸਮੈਨ ਜਿਹੜੇ ਨੇ ਉਹ 3 ਹੀ ਨੇ। ਪਹਿਲਾਂ ਵਿਲੀਅਮਸਨ ਤੇ ਆ ਕੇ ਗੱਲ ਜਿਹੜੀ ਉਹ ਮੁੱਕ ਜਾਂਦੀ ਹੈ, ਡੇਵਿਡ ਵਾਰਨਰ ਦੇ ਕੰਧਿਆਂ ਤੇ ਸਾਰਾ ਭਾਰ ਰਹਿੰਦਾ ਕਿ ਭਾਈ ਤੂੰ ਸਾਂਭ। ਤੇ ਇਸ ਕਰਕੇ ਉਮੀਦ ਇਹੀ ਹੈ ਕਿ ਚੇਨਈ ਜਿਹੜੀ ਹੈ ਇਸ ਮੈਚ ਦੇ ਵਿੱਚ ਭਾਰੀ ਪਾਊਗੀ। ਪਰ ਜਿਹੜਾ ਬੀਤੇ ਦਿਨ ਦਾ ਮੈਚ ਸੀਗਾ ਬੈਂਗਲੌਰ ਤੇ ਦਿੱਲੀ ਦੇ ਵਿਚਾਲੇ, ਉਹ ਬੈਂਗਲੌਰ ਤੇ ਦਿੱਲੀ ਦਾ ਮੈਚ ਜਿਹੜਾ ਫੇਰ ਰੌਚਕ ਹੋਇਆ, ਕਿਉਂਕਿ ਦਿੱਲੀ ਦੇ 2 ਮੈਚ ਲਗਾਤਾਰ ਰੌਚਕ ਹੋ ਗਏ। ਪਿਛਲੇ ਮੈਚ ਦੇ ਵਿੱਚ ਵੀ ਸੁਪਰ ਓਵਰ 'ਚ ਗੱਲ ਗਈ ਸੀ, ਤਾਂ ਬੀਤੇ ਦਿਨ ਵੀ ਬੈਂਗਲੌਰ ਵੱਲੋਂ 171 ਸਕੋਰ ਜਿਹੜੇ ਉਹ ਬਣਾਏ ਗਏ ਤੇ ਦਿੱਲੀ ਜਿਹੜੀ 170 ਸਕੋਰ ਬਣਾ ਸਕੀ 4 ਵਿਕਟਾਂ ਦੇ ਨੁਕਸਾਨ ਤੇ ਉਹਨਾਂ ਨੇ 5 ਵਿਕਟਾਂ ਦੇ ਨੁਕਸਾਨ ਤੇ 171 ਬਣਾਏ ਸੀ। ਤੇ ਜਾਣੀ ਕਿ ਬਹੁਤ ਮੁਸ਼ਕਲ ਦੇ ਨਾਲ ਬੈਂਗਲੌਰ ਨੇ ਪਿਛਲਾ ਮੁਕਾਬਲਾ ਜਿੱਤਿਆ ਗਿਆ। ਪਰ ਅੱਜ ਦੇ ਮੈਚ 'ਚੋਂ ਇਹੀ ਸੰਭਾਵਨਾ ਕਿ ਅੱਜ ਦੇ ਮੈਚ ਦੇ ਵਿੱਚ ਜਿਹੜਾ ਹੈ ਚੇਨਈ ਦਾ ਪਲੜਾ ਜਿਹੜਾ ਉਹ ਭਾਰੀ ਰਹਿਣਾ ਹੈਗਾ ਤੇ ਉਹਨਾਂ ਨੂੰ ਜਿੱਤ ਜਿਹੜੀ ਉਹ ਹਾਸਲ ਹੋਊਗੀ ਹੈਦਰਾਬਾਦ ਤੋਂ। ਤੇ ਨਾਲੋਂ ਨਾਲ ਸ਼ੁੱਕਰਵਾਰ ਦਾ ਦਿਨ ਵੀ ਅਹਿਮ ਹੈ, ਕਿਉਂਕਿ ਸ਼ੁੱਕਰਵਾਰ ਨੂੰ ਪੰਜਾਬ ਦੀ ਟੱਕਰ ਜਿਹੜੀ ਹੈ ਉਹ ਬੈਂਗਲੌਰ ਦੇ ਨਾਲ ਹੈ, ਤੇ ਉਮੀਦ ਹੈ ਕਿ ਪੰਜਾਬ ਜਿਹੜਾ ਹੈ ਕਮਬੈਕ ਕਰੂਗਾ, ਦੁਬਾਰਾ ਜਿੱਤ ਜਿਹੜੀ ਉਹ ਹਾਸਲ ਹੋਵੇਗੀ, ਕਿਉਂਕਿ ਪੰਜਾਬ ਦੀ ਮੈਨੇਜਮੈਂਟ ਤੇ ਲਗਾਤਾਰ ਉਂਗਲਾਂ ਚੁੱਕੀਆਂ ਜਾ ਰਹੀਆਂ ਤੇ ਇਹੀ ਕਿਹਾ ਜਾ ਰਿਹਾ ਕਿ ਪੰਜਾਬ ਦੀ ਮੈਨੇਜਮੈਂਟ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਪ੍ਰੈਸ਼ਰਾਈਜ਼ ਕਰਦੀ ਹੈ ਪਲੇਅਰਾਂ ਨੂੰ ਵੀ, ਕੋਚਸ ਨੂੰ ਵੀ। ਉਹ ਆਪਣੇ ਹਿਸਾਬ ਦੇ ਨਾਲ ਪਲੇਅਰ ਖਿਡਾਉਂਦੇ ਨੇ, ਜਿਸ ਕਰਕੇ ਪੰਜਾਬ ਜਿਹੜਾ ਉਹ ਮਾਤ ਖਾਂਦਾ ਗਾ। ਬਿਲਕੁਲ ਜੀ, ਇਦਾਂ ਹੀ ਹੋਲਡ ਰੱਖਿਓ ਜੀ। ਆਪਾਂ ਇੱਕ ਕਮਰਸ਼ੀਅਲ ਬ੍ਰੇਕ ਲੈਣੇ, ਤੋਂ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਨੋਆ ਜਿਹੜੀ ਲੋਕਲ ਖਬਰਾਂ ਲੈ ਕੇ ਆਪਣੇ ਨਾਲ ਜੁੜਨਗੇ ਜੀ। ਇੱਕ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ? ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। प्रॉपर्टी रेट होवे उत्ते या थल्ले, रॉयल लीपेज वाले हरपाल भल्ला हमेशा कराउंदे ने बल्ले बल्ले। ਇਹਨਾਂ ਕੋਲ रेजिडेंशियल कमर्शियल इन्वेस्टमेंट लीज ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਹਮੇਸ਼ਾ ਅਵੇਲੇਬਲ ਰਹਿੰਦੇ ਨੇ। ਇਹ ਫ੍ਰੀ ਹੋਮ ਐਵੋਲੂਸ਼ਨ ਵੀ ਕਰਦੇ ਨੇ। ਨਵੇਂ ਰੀਅਲਟਰਸ ਜੇ ਇਹਨਾਂ ਨੂੰ ਜੁਆਇਨ ਕਰਨਾ ਚਾਹਣ ਤਾਂ ਐਡਵਾਈਸ ਲੈ ਸਕਦੇ ਨੇ। ਟੌਪ ਰੀਅਲਟਰ ਰॉयल ਲੀਪੇਜ, ਕਾਲ ਹਰਪਾਲ ਪੱਲਾ 4165602400 416 560 2400। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਆਹਾਹਾਹਾ, ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? जी एलो नंबर ते हुने बुकिंग करो। बेस्ट कैनेडियन राइड सर्विस टोरंटो तो मॉन्ट्रियल ते मॉन्ट्रियल तो टोरंटो, जिथे भी घुम्मण दा मन होवे बस एक कॉल ते हाजिर ते सोने ते सुहागा पार्सल्स भी डिलीवर करते ने हर रोज मॉर्निंग, आफ्टरनून एंड इवनिंग, सवेरे दोपहर शाम 24 घंटे सर्विस। कॉल 5145606613। ਕੀ ਗੱਲ ਅੰਕਲ ਜੀ, ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉੱਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ ਤੇ ਨਿੱਕੀ ਦੇ ਘਰ ਦੇ ਕਲੇਸ਼
ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। ਜੀ ਹਾਂ, ज्योतिष गुरु बलदेव सिंह जो महादशा, अंतरदशा, नजर दोष, वास्तु, गंडमूल दोष, घरेलू कलेश, जादू टोना, ਪਤੀ ਪਤਨੀ ਦਾ ਝਗੜਾ, ਤਲਾਕ ਦੀ ਨੌਬਤ ਆਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਕਹਿਣੇ ਤੋਂ ਬਾਹਰ ਹੋਣਾ, ਵਿਆਹ 'ਚ ਦੇਰੀ, PR ਨਾ ਮਿਲਣਾ, ਬੈਂਡ ਘੱਟ ਆਉਣਾ, ਲੋਟਰੀ ਨਾ ਲੱਗਣਾ, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। ਅੱਜ ਹੀ ਕਾਲ ਕਰੋ 742704 7267 742 704 7267। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ, 255 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 459 1300। ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕੋਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 4167222385 416 722 2385। Key to happiness is finding the right home. ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 905 799 8877। ਸੋਫਾ ਸਟੂਡੀਓ। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RBC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 6472859119 ਜਾਨੀ 647 285 9119। ਪਰਮਿੰਦਰ ਮੰਗਟ with mortgage alliance, broker license number 10530। ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਆਪਣੇ ਨਾਲ ਹਰਜਿੰਦਰ ਸਿੰਘ ਧਨੋਆਣੀ ਲੋਕਲ ਖਬਰਾਂ ਲੈ ਕੇ ਜੁੜ ਚੁੱਕੇ ਆ। ਇਹਨਾਂ ਖਬਰਾਂ ਲਈ ਤੁਹਾਡੇ ਤੱਕ ਪਹੁੰਚਾਉਣ ਲਈ ਸਾਥ ਦੇ ਰਿਹਾ ਜੀ ਸਰਬਲੋਬਿਲਡਰ.com ਵਾਲੇ ਕੁਲਵਿੰਦਰ ਸਿੰਘ ਪੱਤੜ ਹੋਣੀ। ਤੁਸੀਂ ਕਸਟਮੇਡ ਘਰ ਬਣਾਉਣਾ ਚਾਹੁੰਦੇ ਹੋ, ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ, ਜਿਸ ਤਰ੍ਹਾਂ ਘਰਾਂ ਦੀਆਂ ਪ੍ਰਾਈਸਾਂ ਕਾਫੀ ਵਧੀਆਂ ਜੀ। ਤੁਹਾਡੇ ਕੋਲ ਫਾਰਮ ਹਾਊਸ ਹੈਗਾ, ਤੁਸੀਂ ਉੱਥੇ ਵੀ ਅਪਰੂਵਲ ਲੈ ਕੇ ਘਰ ਬਣਾ ਸਕਦੇ ਹੋ। 2000 ਸਕੁਅਰ ਫੁੱਟ ਤੋਂ ਲੈ ਕੇ 20000 25000 ਸਕੁਅਰ ਫੁੱਟ ਦਾ ਘਰ। 416 841 0478 ਤੇ ਗੱਲ ਕਰਨੀ ਹੈ ਜੀ। ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ, ਬਰੈਂਪਟਨ ਇਮੀਗ੍ਰੇਸ਼ਨ, ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ, LMI, ਰਿਫਿਊਜੀ ਕੇਸ, ਅਪੀਲ ਦਲੀਲ 647 786 2012 ਤੇ ਤੁਸੀਂ ਸੰਦੀਪ ਵੀਰ ਹੋਣਾ ਨਾਲ ਕਾਲ ਕਰ ਸਕਦੇ ਹੋ। ਤੇ ਬੈਸਟ ਕੁਆਲਿਟੀ ਦੇ ਵਿੱਚ ਸੋਫਾ ਲੈਣਾ ਜੀ, L ਸ਼ੇਪ, ਰਾਊਂਡ ਸ਼ੇਪ, ਕੱਪੜੇ ਵਾਲਾ, ਲੈਦਰ ਵਾਲਾ। ਤੇ ਸ਼ਗਨਦੀਪ ਉਹਨਾਂ ਨੂੰ ਕਾਲ ਕਰ ਲਓ 905 799 8877 ਤੇ। ਇਸ ਦੇ ਨਾਲ ਹੀ ਤੁਸੀਂ ਮੌਂਟਰੀਅਲ ਦੇ ਵਿੱਚ IPTV ਬਾਕਸ ਲਵਾਉਣਾ 514 566 0055 ਤੇ ਕਾਲ ਕੀਤੀ ਜਾ ਸਕਦੀ ਆ। ਸਵਾਗਤ ਕਰਦੇ ਜੀ ਆਪਾਂ ਹਰਜਿੰਦਰ ਸਿੰਘ ਧਨਵਾਦਾ ਜੀ। ਧਨਵਾਦ ਸਾਹਿਬ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਤੇ ਜਿੰਨੇ ਵੀ ਆਪਣੇ PTN 24 ਦੇ ਨਾਲ ਸਰੋਤੇ ਜੁੜੇ ਆ ਸਾਰਿਆਂ ਨੂੰ ਜੀ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚੰਦੀ ਸਾਹਿਬ, ਜੇ ਆਪਾਂ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਅੰਟੇਰੀਓ ਦੇ ਵਿੱਚ ਜਿਹੜੇ ਕੇਸ ਆ 32 ਤੋਂ 65 ਆਏ ਸੀ ਤੇ ਡੈਥ ਜਿਹੜੀਆਂ 29 ਹੋਈਆਂ ਸੀ ਜੀ, ਤੇ ਟੈਸਟ ਜਿਹੜੇ ਆ 34000 ਹੋਏ ਸੀ। ਜੇ ਆਪਾਂ ਟੋਰਾਂਟੋ ਦੇ ਕੇਸਾਂ ਦੀ ਗੱਲ ਕੀਤੀ ਜਾਵੇ ਤੇ 1044 ਕੇਸ ਟੋਰਾਂਟੋ ਦੇ ਵਿੱਚ ਆਏ ਸੀ, ਤੇ ਪੀਲ ਦੇ ਵਿੱਚ 673 ਤੇ ਯਾਰਕ ਰੀਜਨ ਦੇ ਵਿੱਚ 452 ਤੇ ਦਰਹਮ ਚ 171 ਤੇ ਆਟਵਾ ਦੇ ਵਿੱਚ 150 ਆਏ ਸੀ।
ਤੇ ਜੇ ਆਪਾਂ ਪੋਜ਼ਿਟਿਵਿਟੀ ਰੇਟ ਦੀ ਗੱਲ ਕਰਦੇ ਆ 10.2 ਹੈ ਜੀ। ਤੇ ਜੇ ਆਪਾਂ ਹੁਣ ਅਲਬਰਟਾ ਦੀ ਮੈਂ ਥੋੜੀ ਜਿਹੀ ਗੱਲ ਕਰਦੀ ਚਾਹੁੰਦਾ ਕਿ ਉੱਥੇ ਵੀ ਜਿਹੜੇ ਕੇਸ ਬਹੁਤ ਜ਼ਿਆਦਾ ਵੱਧ ਗਏ ਇੱਕ ਦਿਨ ਦੇ ਵਿੱਚ ਹੀ, ਕਿਉਂਕਿ ਪੋਪੂਲੇਸ਼ਨ ਵੀ ਉੱਥੇ ਇੰਨੀ ਕੋਈ ਜ਼ਿਆਦਾ ਨਹੀਂ, 4.5 ਮਿਲੀਅਨ ਦੀ ਪੋਪੂਲੇਸ਼ਨ ਹੈ ਤੇ 1549 ਜਿਹੜੇ ਉੱਥੇ ਆਏ ਆ। ਤੇ ਜੇ ਆਪਾਂ ਪੋਜ਼ਿਟਿਵਿਟੀ ਰੇਟ ਦੀ ਗੱਲ ਕਰਦੇ ਆ ਤੇ 11.4 ਆ, ਜਿਹੜੀ ਕਿ ਇੰਟੀਰੀਅਰ ਦੇ ਵਿੱਚ 10.2 ਆ। ਇੰਟੀਰੀਅਰ ਨਾਲੋਂ ਦੇਖ ਲਓ 1.2% ਦਾ ਜਿਹੜਾ ਉਹ ਵਾਧਾ ਹੋਇਆ। ਤੇ ਕਵੈਕ ਦੇ ਨੰਬਰ ਜਿਹੜੇ ਆ ਉਹ ਬੜੇ ਵਧੀਆ ਜੀ, 899 ਆ ਕਵੈਕ ਦੇ ਵਿੱਚ। ਡੈਥ ਉੱਥੇ 14 ਹੋਈਆਂ ਜੀ। ਪਿਛਲੇ ਦਿਨੀ ਤੁਹਾਡੇ ਇੱਥੇ ਆਪਣੇ ਪੋਲੀਟੀਸ਼ੀਅਨ ਵੀ ਆਏ ਸੀ, MPP ਆਏ ਸੀ, ਤਾਂ ਉਹਨਾਂ ਨੇ ਜਦੋਂ ਤੁਸੀਂ ਸਵਾਲ ਜਵਾਬ ਕੀਤਾ ਸੀ ਤਾਂ ਪੋਪੂਲੇਸ਼ਨ ਦੀ ਉਹਨਾਂ ਨੇ ਗੱਲ ਕੀਤੀ ਸੀ। ਜੇ ਮੈਂ ਹੁਣ ਪੋਪੂਲੇਸ਼ਨ ਦੇ ਹਿਸਾਬ ਦੇ ਨਾਲ ਹੀ ਮੈਂ ਚੰਦੀ ਸਾਹਿਬ ਤੁਹਾਨੂੰ ਦੱਸਾਂ ਕਿ ਜਿਹੜੀ ਕਵੈਕ ਦੀ ਪੋਪੂਲੇਸ਼ਨ ਹੈ 8.5 ਮਿਲੀਅਨ ਹੈ ਤੇ ਉੱਥੇ ਕੇਸ ਆਇਆ 899 ਤੇ ਜਿਹੜੀ ਇੰਟੀਰੀਅਰ ਦੀ ਪੋਪੂਲੇਸ਼ਨ ਹੈ ਉਹ ਹੈਗੀ ਹੈ 14 ਮਿਲੀਅਨ। ਜੇ ਆਪਾਂ ਕਵੈਕ ਦਾ ਹੀ ਨੰਬਰ ਲਾ ਕੇ ਆਪਾਂ ਆਫਟਰ ਮੈਚ ਕੀਤਾ ਜਾਵੇ, ਜੇ ਇੰਟੀਰੀਅਰ ਦੇ ਵਿੱਚ ਕਰਫਿਊ ਲੱਗਾ ਹੁੰਦਾ ਤੇ ਅੱਜ ਇੰਟੀਰੀਅਰ ਦੇ ਵਿੱਚ 1480 ਕੇਸ ਹੋਣੇ ਸੀਗੇ। ਜਿਹੜੇ ਅੱਜ ਦਾ ਨੰਬਰ ਤੁਸੀਂ ਦੇਖ ਲਓ 3265 ਆ, ਇਹ ਤਾਂ ਅੱਜ ਹੋਏ ਆ ਕਿਉਂਕਿ ਜਿਹੜੇ ਟੈਸਟ ਆ ਬਹੁਤ ਘਟੇ ਆ, ਨਹੀਂ ਤਾਂ 4000 ਪਲੱਸ 4500 ਇਸ ਤਰ੍ਹਾਂ ਕੇਸ ਆਉਂਦੇ ਰਹੇ ਆ ਜੀ। ਤੇ ਇਹਨਾਂ ਨੂੰ ਕਰਫਿਊ ਬਾਰੇ ਜ਼ਰੂਰ ਸੋਚਣਾ ਪਊਗਾ ਜੀ ਇਹ, ਤੇ ਤਾਂ ਹੀ ਕੇਸ ਘਟਣਗੇ ਕਿਉਂਕਿ ਕਵੈਕ ਦੇ ਵਿੱਚ ਦੇਖ ਲਓ 899 ਆ, ਬਹੁਤ ਗੁੱਡ ਕਰ ਰਹੇ ਆ ਜੀ ਉਹ ਹਨਾ। ਤੇ ਅਗਲੀ ਖਬਰ ਤੇ ਆਪਾਂ ਜਾਂਦੇ ਹਾਂ ਜੀ, ਕਵੈਕ ਦੇ ਵਿੱਚ 54 ਈਅਰ 올ਡ ਵੂਮਨ ਹੈ, ਉਹਨੇ ਐਸਟਰਾਜੈਨਕਾ ਦੀ ਵੈਕਸੀਨ ਲਈ ਸੀ ਤੇ ਉਹਦੀ ਹੁਣ ਡੈਥ ਹੋ ਗਈ ਆ। ਕਵੈਕ ਨੇ ਜਿਹੜਾ 45 ਤੋਂ 79 ਸਾਲ ਤੱਕ ਇਹਨਾਂ ਨੇ ਆਫਰ ਕੀਤਾ ਸੀ ਕਿ ਜਿਹੜੇ ਲੋਕ ਇਸ ਏਜ ਦੇ ਹੈ ਤੇ ਉਹ ਆਪਣੀ ਵੈਕਸੀਨ ਲੈ ਸਕਦੇ ਆ। ਤੇ ਜਿਹੜੇ ਪਬਲਿਕ ਹੈਲਥ ਡਾਇਰੈਕਟਰ ਡਾਕਟਰ ਸਰੈਕੀਓ ਅਰੂਡਾ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਐਸਟਰਾਜੈਨਕਾ ਦੀ 54 ਈਅਰ 올ਡ ਵੂਮਨ ਨੇ ਲਈ ਸੀਗੀ ਤੇ ਉਹਦਾ ਜਿਹੜਾ ਟੈਸਟ ਆ ਮੈਕਮਾਸਟਰ ਯੂਨੀਵਰਸਿਟੀ ਹੈਮਿਲਟਨ ਦੀ ਲੈਬ ਦੇ ਵਿੱਚੋਂ ਕਰਾਇਆ ਕਿ ਸਾਰੇ ਆਪਣੇ ਸਰੋਤਿਆਂ ਨੂੰ ਪਤਾ ਮੈਕਮਾਸਟਰ ਯੂਨੀਵਰਸਿਟੀ ਇੱਕ ਨੰਬਰ 1 ਯੂਨੀਵਰਸਿਟੀ ਹੈ ਇਸ ਏਰੀਏ ਦੀ। ਉੱਥੋਂ ਉਹਨਾਂ ਨੇ ਕਿਹਾ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਲੇਡੀ ਦੀ ਜਿਹੜੀ ਮੌਤ ਹੋਈ ਹੈ ਐਸਟਰਾਜੈਨਕਾ ਵੈਕਸੀਨ ਲੈਣ ਦੇ ਨਾਲ ਹੀ ਹੋਈ ਹੈ। ਤੇ ਡਾਕਟਰ ਨੇ ਕਿਹਾ ਹੈ ਕਿ ਰਿਸਕ ਦਾ ਬਹੁਤ ਜ਼ਿਆਦਾ ਹੈਗਾ, ਪਰ ਫਿਰ ਵੀ ਉਹਨਾਂ ਨੇ ਜੇ ਨੰਬਰਾਂ ਦੀ ਗੱਲ ਕੀਤੀ ਹੈ ਉਹ ਕਹਿੰਦੇ 1 ਲੱਖ ਦੇ ਪਿੱਛੇ ਇੱਕ ਬੰਦੇ ਨੂੰ ਰਿਸਕ ਜ਼ਰੂਰ ਹੈਗਾ। ਤੇ ਮੈਂ 2 ਦਿਨ ਪਹਿਲਾਂ ਇੱਕ ਆਰਟੀਕਲ ਪੜ੍ਹਦਾ ਸੀ, ਸ਼ਾਇਦ ਉਹ ਡਾਕਟਰ ਸੁਪ੍ਰਿਆ ਸ਼ਰਮਾ ਸੀ, ਉਹਨਾਂ ਨੇ ਕਿਹਾ ਸੀ ਕਿ ਇਹ 2.5 ਲੱਖ ਪਿੱਛੇ ਇੱਕ ਜਣੇ ਨੂੰ ਰਿਸਕ ਆ। ਇਹਦਾ ਮਤਲਬ ਹੁਣ ਜਿਹੜੇ ਨੰਬਰ ਕਵੈਕ ਦੇ ਜਿਹੜੇ ਡਾਕਟਰ ਆ ਉਹਨਾਂ ਨੇ ਕਿਹਾ ਲੱਖ ਪਿੱਛੇ ਇੱਕ ਜ਼ਰੂਰ ਹੈਗਾ ਰਿਸਕ ਹੀ ਇਹ। ਤੇ ਉੱਥੋਂ ਦੇ ਜਿਹੜੇ ਆ ਹੈਲਥ ਮਿਨਿਸਟਰ ਕ੍ਰਿਸਟੀਨ ਡੂਬੇ ਉਹਨਾਂ ਨੇ ਕਿਹਾ ਹੈ ਕਿ ਹੁਣ ਤੱਕ 4 ਲੱਖ ਜਿਹੜੀ ਐਸਟਰਾਜੈਨਕਾ ਦੀਆਂ ਡੋਜ਼ਸ ਜਿਹੜੀਆਂ ਕਵੈਕ ਨੂੰ ਦਿੱਤੀਆਂ ਗਈਆਂ ਤੇ ਉਹਦੇ ਵਿੱਚ 4 ਕੇਸ ਬਹੁਤ ਜ਼ਿਆਦਾ ਜਿਹੜੇ ਸੀਰੀਅਸ ਕੰਪਲਿਕੇਸ਼ਨ ਦੇ ਵਿੱਚ ਆ, ਉਹਨਾਂ ਨਾਲ ਕੁਝ ਵੀ ਹੋ ਸਕਦਾ ਜੀ ਇਹ। ਤੇ ਕੱਲ ਜੈਸਟਰਡੇ ਦੀ ਗੱਲ ਆ, QEW ਦੇ ਉੱਤੇ ਕੰਸਟਰਕਸ਼ਨ ਵਹੀਕਲ ਸੀ, 1 ਵਜੇ ਤੜਕੇ ਦੀ ਗੱਲ ਹੈ ਜੀ, ਬਿਟਵੀਨ ਬਰਲਿੰਗਟਨ ਐਂਡ ਹੈਮਿਲਟਨ ਦਾ ਜਿਹੜਾ ਬ੍ਰਿਜ ਨੂੰ ਆਪਾਂ ਕ੍ਰਾਸ ਕਰਕੇ ਜਾਂਦੇ ਆ, ਉੱਥੇ ਇੱਕ ਸਟਰੀਟ ਦਾ ਨਾਂ ਚੇਂਜ ਕੀਤਾ, ਨਿਕੋਲਾ ਟੈਸਲਾ ਬੁਲੇਵਰਡ। ਜਿਹੜੇ ਲੋਕ ਉਸ ਏਰੀਏ 'ਚ ਉਹਨਾਂ ਨੂੰ ਪਤਾ ਹੋਊਗਾ। ਤੇ ਇਹ ਕੰਸਟਰਕਸ਼ਨ ਵਹੀਕਲ ਦੇ ਜਿਹੜੇ ਉੱਪਰ ਹਾਈਵੇ ਦੇ ਉੱਤੇ ਸਾਈਨ ਲੱਗੇ ਹੁੰਦੇ ਉਹਨੂੰ ਹਿੱਟ ਕੀਤਾ ਤੇ ਜਿਹੜੀ ਦੂਸਰੀ ਸਾਈਡ ਤੇ ਇੱਕ ਕਾਰ ਜਾਂਦੀ ਸੀਗੀ ਤੇ ਕੰਪਲੀਟਲੀ ਉਹ ਕਾਰ ਜਿਹੜੀ ਕ੍ਰਸ਼ਡ ਹੋ ਗਈ। ਜਿਹੜਾ ਡਰਾਈਵਰ ਸੀਗਾ 46 ਈਅਰ 올ਡ, ਉਹ ਮਤਲਬ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਤੇ ਪੁਲਿਸ ਨੇ ਜਿਹੜੀ QEW ਨੂੰ ਦੋਨਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਸੀਗਾ ਜੀ ਇਹ। ਤੇ ਫਿਰ 10 ਘੰਟਿਆਂ ਬਾਅਦ ਜਾ ਕੇ ਇਨਵੈਸਟੀਗੇਸ਼ਨ ਚੱਲ ਰਹੀ ਸੀ, 10 ਘੰਟੇ ਬਾਅਦ ਜਾ ਕੇ 11 ਵਜੇ ਇਹਨਾਂ ਨੇ ਜਾ ਕੇ ਖੋਲਿਆ ਤੇ ਇਹ ਬੜੀ ਬੁਰੀ ਮੌਤ ਹੋਈ ਹੈ ਜੀ 46 ਈਅਰ 올ਡ ਆਦਮੀ ਦੀ ਉੱਥੇ ਜੀ। ਤੇ ਟੋਰਾਂਟੋ ਸਿਟੀ ਦੇ ਕਾਉਂਸਲਰ ਵਾਰਡ 12 ਦੇ ਜਿਹੜੇ ਹੈਗੇ ਆ ਜੋਸ਼ ਮੈਟਲੋ, ਉਹਨਾਂ ਨੇ ਪਿਛਲੇ ਦਿਨੀ ਕਿਹਾ ਸੀਗਾ ਕਿ ਜਿੰਨੇ ਵੀ ਟੋਰਾਂਟੋ ਦੇ ਪਬਲਿਕ ਪਾਰਕ ਆ ਜਾਂ ਬੀਚਸ ਆ ਉੱਥੇ ਬੀਅਰ ਵਾਈਨ ਜਿਹੜੀ ਆ ਵੀ ਅਲਾਉ ਕੀਤੀ ਜਾਵੇ ਕਿ ਲੋਕ ਜਿਹੜੇ ਘਰਾਂ ਦੇ ਵਿੱਚ ਜਿਵੇਂ ਹੁਣ ਸਟੇ ਐਟ ਹੋਮ ਦਾ ਆਰਡਰ ਆ ਜਾਂ ਮਤਲਬ ਕਿ 1 ਸਾਲ ਤੋਂ ਉੱਤੇ ਹੋ ਗਿਆ ਕਿ ਲੋਕ ਘਰਾਂ ਦੇ ਵਿੱਚ ਸਟਕ ਆ, ਜਿਨ੍ਹਾਂ ਦੇ ਕੋਲ ਤਾਂ ਘਰ ਆ ਉਹ ਤਾਂ ਆਪਣੇ ਬੈਕਵਰਡ 'ਚ ਜਾ ਕੇ ਬੀਅਰ ਬੱਤਾ ਆਪਣਾ ਲਾ ਸਕਦੇ ਆ ਕਿ ਜਿਨ੍ਹਾਂ ਦੇ ਕੋਲ ਇਹੋ ਜਿਹੀ ਸਪੇਸ ਨਹੀਂ ਗੀ ਉਹਨਾਂ ਨੂੰ ਅਲਾਉ ਕੀਤਾ ਜਾਵੇ ਪਾਰਕਾਂ ਦੇ ਵਿੱਚ ਬੀਅਰ ਵਾਈਨ ਜਿਹੜੀ ਲਾ ਦਿੱਤੀ ਜਾਵੇ। ਤੇ ਇਹ ਪਾਇਲਟ ਪ੍ਰੋਜੈਕਟ ਤੇ ਇਹਨਾਂ ਨੇ ਮੰਗ ਕੀਤੀ ਸੀਗੀ, ਪਰ ਹੁਣ ਕਮੇਟੀ ਨੇ ਇਹਨਾਂ ਨੂੰ ਸਪੋਰਟ ਨਹੀਂ ਕੀਤੀ, ਨੋ ਕਰਤੀ ਆ, ਜਿਹੜੀ ਗ੍ਰੀਨ ਝੰਡੀ ਇਹਨਾਂ ਨੂੰ ਨਹੀਂ ਮਿਲੀ। ਇਹ ਸਾਰਾ ਕੁਝ ਠੀਕ ਹੋ ਜਾਂਦਾ ਤੇ ਇਹ ਮਈ 21 ਤੋਂ ਲੱਗ ਕੇ ਅਕਤੂਬਰ 31 ਤੱਕ ਇਹ ਚੱਲਣਾ ਪੈਣਾ ਜੀ। ਜਿੰਨੇ ਵੀ ਆਪਣੇ ਆਲ ਰੈਜ਼ੀਡੈਂਟਸ ਇਨ ਇੰਟੀਰੀਅਰ ਹੌਟਸਪੌਟ ਏਰੀਏ ਜਿਹੜੇ 114 ਜਾਂ ਜਿਹੜੇ ਦੂਸਰੇ ਚਾਈਲਡ ਕੇਅਰ ਵਰਕਰ ਆ ਉਹਨਾਂ ਦੀ ਏਜ ਥੋੜੀ ਰਿਡਿਊਸ ਕਰਕੇ 45 ਸਾਲ ਜਾਂ ਉੱਥੋਂ 올ਡ ਆ, ਸਾਰੇ ਜਿਹੜੇ ਐਲੀਜੀਬਲ ਆ ਆਪਣੇ ਅਪੁਆਇੰਟਮੈਂਟ ਬਣਾ ਕੇ ਵੈਕਸੀਨ ਦੇ ਸ਼ਾਟ ਉਹ ਲੈ ਸਕਦੇ ਆ 45 ਪਲੱਸ ਜੀ। ਤੇ ਇੰਟੀਰੀਅਰ ਦੇ ਹੈਲਥ ਮਿਨਿਸਟਰ ਕ੍ਰਿਸਟੀਨ ਐਲਨ ਨੇ ਕਿਹਾ ਹੈ ਕਿ ਸਾਨੂੰ ਹੈਲਥ ਕੇਅਰ ਵਰਕਰ ਦੀ ਬਹੁਤ ਜ਼ਿਆਦਾ ਲੋੜ ਆ ਤੇ ਉਹ ਹੁਣ ਟਰਾਈ ਕਰ ਰਹੇ ਆ ਆਪਣੇ
ਪ੍ਰੋਵਿੰਸ ਦੀ ਸਰਕਾਰ ਕਿ USA ਜਾਂ ਫਿਲੀਪੀਨ ਤੋਂ ਜਿਹੜੇ ਸਟੇਟ ਹੀ ਲਏ ਜਾਣ ਵੀ ਜਿਹੜੇ ਐਡੀਸ਼ਨਲ ਵਰਕਰ ਉਹਨਾਂ ਨੂੰ ਚਾਹੀਦੇ ਆ। ਪਰ ਉਹਨਾਂ ਨੇ ਕਿਹਾ ਆ ਕਿ ਇਹ ਜਿਹੜੀ ਪ੍ਰੋਬਲਮ ਆ ਪੈਂਡੈਮਿਕ ਦੀ ਇਹ ਸਾਰੇ ਬੰਨੇ ਚੱਲ ਰਹੀ ਆ, ਵੀ ਟਰਾਈ ਕਰ ਰਹੇ ਤੇ ਇਹ ਇੱਕ ਇੰਟਰਵਿਊ ਦੇ ਰਹੇ ਸੀ ਆਪਣੇ ਕਵੀਨਸ ਪਾਰਕ ਤੇ ਕਿਸੇ ਰਿਪੋਰਟਰ ਨੂੰ। ਉਸ ਵੇਲੇ ਇਹਨਾਂ ਨੇ ਕਹੀ ਆ ਤੇ ਇਹ ਵੀ ਕਿਹਾ ਹੈ ਕਿ ਨਿਊਫਾਊਂਡਲੈਂਡ ਤੇ ਲੈਬਰਾਡੋਰ ਤੋਂ ਜਿਹੜੇ 9 ਹੈਲਥ ਕੇਅਰ ਵਰਕਰ ਦੀ ਟੀਮ ਸੀਗੀ ਉਹ ਇੱਥੇ ਆ ਗਈ ਆ। ਪਰ ਉਹ ਕਹਿ ਰਹੇ ਆ ਕਿ ਅਸੀਂ ਹੁਣ ਫਿਲੀਪੀਨ ਤੇ USA ਤੇ ਟਰਾਈ ਕਰ ਰਹੇ ਆ। ਇਸ ਤੋਂ ਇਲਾਵਾ ਅਸੀਂ ਹੋਰ ਕੰਟਰੀਆਂ ਤੇ ਵੀ ਟਰਾਈ ਕਰ ਰਹੇ ਆ ਕਿ ਜੇ ਸਾਨੂੰ ਕਿਤੇ ਹੈਲਥ ਕੇਅਰ ਵਰਕਰ ਹੋਰ ਮਿਲ ਜਾਣਗੇ ਜੀ। ਤੇ ਆਪਣੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਆਪਣੇ 60 ਕੈਨੇਡੀਅਨ ਦੇ ਟਰੁੱਪ ਜਿਹੜੇ ਆ ਨੋਵਾ ਸਕੋਸ਼ੀਆ ਨੂੰ ਭੇਜਿਆ ਕਿ ਨੋਵਾ ਸਕੋਸ਼ੀਆ ਦੇ ਵੀ ਹਾਲਾਤ ਏਡੇ ਹੁਣ ਜ਼ਿਆਦਾ ਚੰਗੇ ਨਹੀਂ ਆ ਵਿਦ ਰੈਪਿਡ ਕਰੋਨਾ ਵਾਇਰਸ ਟੈਸਟਿੰਗ ਐਫਰਟ। ਤੇ ਉਹਨਾਂ ਨੇ ਕਿਹਾ ਆ ਕਿ ontario ਨੂੰ ਵੀ ਜਿਹੜੀ ਹੈਲਪ ਆ ਜਾਣ ਦਾ ਵੇ ਆ ਤੇ ਅਲਬਰਟਾ ਕਹਿੰਦੇ ਅਗਰ ਡਿਸਕਸ਼ਨ ਦੇ ਵਿੱਚ ਆ ਉਹਨੂੰ ਵੀ ਜਲਦੀ ਜਿਹੜੀ ਹੈਲਪ ਭੇਜੀ ਜਾਊਗੀ ਜੀ। ਤੇ ਟੋਰਾਂਟੋ ਦੇ ਜਿਹੜੇ ਡਿਪਟੀ ਮੇਅਰ ਆ ਤੇ ਈਟੋਬੀਕੋ ਦੇ ਕਾਉਂਸਲਰ ਆ ਜੀ ਉਹਨਾਂ ਨੇ ਓਪਨ ਲੈਟਰ ਡਗ ਫੋਰਡ ਨੂੰ ਲਿਖਿਆ। ਉਹਨਾਂ ਨੇ ਕਿਹਾ ਕਿ ਜਿਹੜੇ ਗੋਲਫ ਕੋਰਸ ਆ ਜਾਂ ਜਿਹੜੇ ਟੈਨਿਸ ਕੋਰਟ ਆ ਉਹਨਾਂ ਨੂੰ ਓਪਨ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਡਿਸੀਜਨ ਲਿਆ ਆ ਉਹਨੂੰ ਰੀਕਨਸੀਡਰ ਕੀਤਾ ਜਾਵੇ ਕਿ ਜਿੰਨੀਆਂ ਵੀ ਸਾਰੀਆਂ ਸਪੋਰਟਸ ਆ ਕੋਈ ਜ਼ਰੂਰੀ ਨਹੀਂ ਕਿ ਸਾਰੀਆਂ ਦਾ ਜਿਹੜਾ ਸੇਮ ਰਿਸਕ ਹੋਵੇ ਉਹ ਸਪਰੈਡ ਹੀ ਕਰਦੀਆਂ ਹੋਣ। ਉਹਨਾਂ ਨੇ ਇਹ ਓਪਨ ਲੈਟਰ ਦੇ ਵਿੱਚ ਕਿਹਾ ਆ ਕਿ ਇਹ ਜਿਹੜੇ ਆ ਟੈਨਿਸ ਕੋਰਟ ਤੇ ਗੋਲਫ ਕੋਰਸ ਨੂੰ ਜਿਹੜਾ ਉਹ ਖੋਲਿਆ ਜਾਵੇ। ਟੋਰਾਂਟੋ ਦੇ ਵਿੱਚ ਪੁਲਿਸ ਨੇ 24 ਸਾਲਾ ਇੱਕ ਆਦਮੀ ਨੂੰ ਜਾਂ ਲੜਕੇ ਨੂੰ ਵੀ ਉਹਨਾਂ ਨੇ ਚਾਰਜ ਕੀਤਾ, ਉੱਤੇ ਐਲੀਗੇਸ਼ਨ ਲੱਗੇ ਆ ਸੈਕਸੁਅਲ ਅਸਾਲਟ ਦੇ। ਤੇ ਪੁਲਿਸ ਦੇ ਦੱਸਣ ਦੇ ਮੁਤਾਬਕ ਇਹ ਲੜਕੇ ਨੇ ਇੱਕ ਲੜਕੀ ਨੂੰ ਯਾਰਕਵਿਲ ਏਰੀਆ ਦੇ ਵਿੱਚ ਡੇਟ ਕੀਤਾ ਸੀ, ਐਵਨਿਊ ਬਲੂਬਰੀ ਏਰੀਆ ਤੇ ਅਪਾਰਟਮੈਂਟ ਬਿਲਡਿੰਗ ਦੇ ਵਿੱਚ। ਉੱਥੇ ਗਏ ਗੱਲਾਂ ਬਾਤਾਂ ਕੀਤੀਆਂ, ਉਸ ਤੋਂ ਪਤਾ ਨਹੀਂ ਬਾਅਦ ਉਹਦੇ ਮਨ ਨੂੰ ਕੀ ਆਇਆ ਤੇ ਉਸਨੇ ਜਿਹੜਾ ਸੈਕਸੁਅਲੀ ਅਸਾਲਟ ਕੀਤਾ ਤੇ ਇਹ ਇਸ ਕਰਕੇ ਪੁਲਿਸ ਨੇ ਉਹਨੂੰ ਹੁਣ ਚਾਰਜ ਕੀਤਾ ਜੀ। ਇੱਕ ਰਿਪੋਰਟ ਆਈ ਆ ਕਿ ਬਰੈਂਪਟਨ ਦੇ ਜਿਹੜੇ ਰੈਜ਼ੀਡੈਂਟਸ ਆ ਪੇਇੰਗ 123% ਮੋਰ ਦੈਨ ਦੀ ਇੰਸ਼ੋਰੈਂਸ ਦੈਨ ਰੈਸਟ ਆਫ ontario ਕਿ ਜਿਹੜੀ ਬਹੁਤ ਜ਼ਿਆਦਾ ਆ ਜੀ 123% ਜਿਹੜੀ ਜ਼ਿਆਦਾ ਦੂਸਰੇ ਜਿਹੜੇ ਇੰਟੀਰੀਅਰ ਦੇ ਪਾਰਟ ਆ ਉਹਦੇ ਨਾਲੋਂ ਜ਼ਿਆਦਾ ਇੰਸ਼ੋਰੈਂਸ ਜਿਹੜੀ ਪੇ ਕਰ ਰਹੇ ਆ। ਜਿਹੜੀ ਬਰੈਂਪਟਨ ਸਿਟੀ ਆ ਕਾਲਿੰਗ ਪ੍ਰੋਵਿੰਸ ਟੂ ਰਿਫਾਰਮ ਆਟੋ ਇੰਸ਼ੋਰੈਂਸ ਰੇਟ ਜਿਹੜੇ ਆ ਘਟਾਏ ਜਾਣ। ਇੱਕ ਲੇਟੈਸਟ ਡਾਟਾ ਜਿਹੜਾ ਆਇਆ ਕਿ ਜਿਹੜੇ ਬਰੈਂਪਟਨ ਦੇ ਰੈਜ਼ੀਡੈਂਟਸ ਆ ਰਹਿਣ ਵਾਲੇ ਲੋਕ ਆ ਉਹ $2698 ਇੱਕ ਕਾਰ ਦਾ ਜਿਹੜਾ ਉਹ ਪੇ ਕਰ ਰਹੇ ਆ ਤੇ ਸਮ ਜਿਹੜੇ ਰੈਜ਼ੀਡੈਂਟਸ ਆ ਉਹ $3301 ਉਹ ਪੇ ਕਰ ਰਹੇ ਆ। ਤੇ ਇਹਨਾਂ ਨੇ ਕੰਪੇਅਰ ਕੀਤਾ ਕਿ ਇੰਟੀਰੀਅਰ ਦੇ ਜਿਹੜੇ ਦੂਸਰੇ ਪਾਰਟ ਆ ਉਹ ਇਹਨਾਂ ਦੇ ਕੰਪੇਅਰ ਦੇ ਨਾਲੋਂ ਬਿਲਕੁਲ ਅੱਧੀ ਇੰਸ਼ੋਰੈਂਸ ਹੈ ਜੀ $1616 ਜਿਹੜੇ ਕਰ ਰਹੇ ਆ। ਤੇ ਮੈਂ ਥੋੜਾ ਜਿਹਾ ਸਰੋਤਾਂ ਨੂੰ ਦੱਸਣਾ ਚਾਹੁੰਦਾ ਕਿ ਇੰਟਰੋਡਕਸ਼ਨ ਜਿਹੜਾ ਬਿੱਲ 42 ਆ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ 2019 ਚ ਪੇਸ਼ ਕੀਤਾ ਸੀ ਉਹਦਾ ਵੀ ਉੱਥੇ ਕੁਝ ਨਹੀਂ ਬਣਿਆ ਕਿਉਂਕਿ ਇਹਨਾਂ ਨੇ ਪੋਸਟਲ ਕੋਡ ਦੀ ਗੱਲ ਕੀਤੀ ਸੀ ਕਿ ਜਿਹੜੇ ਇੰਸ਼ੋਰੈਂਸ ਹੁੰਦੀ ਆ ਪੋਸਟਲ ਕੋਡ ਦੇ ਨਾਲ ਹੀ ਹੁੰਦੀ ਆ, ਨਾ ਕਿ ਤੁਹਾਡਾ ਡਰਾਈਵਰ ਰਿਕਾਰਡ ਚੈੱਕ ਕਰਕੇ ਹੁੰਦੀ ਆ। ਤੇ ਇਸੇ ਤਰ੍ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਬਰੈਂਪਟਨ ਦੇ ਰੈਜ਼ੀਡੈਂਟਸ ਨੇ ਇੱਕ ਸ਼ੇਅਰ ਕੀਤਾ ਸੀ, ਉਹਨੇ ਇਹ ਦੱਸਿਆ ਕਿ ਮੇਰਾ 0 ਐਕਸੀਡੈਂਟ ਆ, ਨੋ ਟਿਕਟ ਆ, ਨੋ ਕਲੇਮ ਆ, ਪਰ ਮੈਂ $3000 ਜਿਹੜਾ ਪੇ ਕਰ ਰਿਹਾ ਵਿਦ ਕਲੀਨ ਰਿਕਾਰਡ ਜੀ। ਇਹ ਇਹਨਾਂ ਨੂੰ ਜੀ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਕਿ ਟੋਰਾਂਟੋ ਦੇ ਮੇਅਰ ਜਿਹੜੇ ਜੌਨ ਟੋਰੀ ਆ ਉਹਨਾਂ ਨੇ ਯੈਸਟਰਡੇ ਅਨਾਉਂਸ ਕੀਤਾ ਸੀ ਕਿ ਜਿਹੜਾ ਨੈਟਫਲਿਕਸ ਆ ਜੀ ਇਸ ਸਮਰ ਦੇ ਵਿੱਚ ਆਪਣੇ ਕੈਨੇਡਾ ਚ ਆ ਰਿਹਾ, ਉਹਦਾ ਜਿਹੜਾ ਹੈੱਡ ਆਫਿਸ ਆ ਹੈੱਡ ਕੁਆਟਰ ਉਹ ਵੀ ਟੋਰਾਂਟੋ ਦੇ ਵਿੱਚ ਹੋਊਗਾ ਜੀ। ਤੇ ਟੋਰਾਂਟੋ ਬੀਚਸ ਏਰੀਆ ਦੀ ਗੱਲ ਹੈ ਕਿ ਇੱਥੇ 82 ਈਅਰ 올ਡ ਲੇਡੀ ਆ ਆਪਣੀ ਲਾਈਟ ਕ੍ਰਾਸ ਕਰ ਰਹੀ ਸੀ, ਸੜਕ ਕ੍ਰਾਸ ਕਰ ਰਹੀ ਮੇਨ ਐਂਡ ਡੈਨਫੋਰਡ ਦੀ ਗੱਲ ਹੈ 3 ਵਜੇ ਦੀ ਕੱਲ ਦੀ। ਉੱਥੋਂ ਇੱਕ ਡਰਮ ਟਰੱਕ ਜਿਹੜਾ ਸੀਗਾ ਹੀ ਵਾਜ਼ ਔਨ ਮੇਨ ਸਟਰੀਟ ਐਂਡ ਮੇਕਿੰਗ ਰਾਈਟ ਟਰਨ ਔਨ ਦਾ ਡੈਨਫੋਰਡ ਤੇ ਉਹਨੇ ਉਸ ਚੰਗੀ ਤਰ੍ਹਾਂ ਦੇਖਿਆ ਨਹੀਂ, ਇਸ ਕਰਕੇ ਲੇਡੀ ਨੂੰ ਹਿੱਟ ਕੀਤਾ ਤੇ ਉਹਦੀ ਸ਼ੀ ਇਜ਼ ਡੈਡ ਔਨ ਦਾ ਸੀਨ ਆ। ਤੇ ਪੁਲਿਸ ਨੇ ਰੋਡ ਨੂੰ ਬੰਦ ਕਰਕੇ ਜਿਹੜੀ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਸੀਗੀ। ਨੋਵਾ ਸਕੋਸ਼ੀਆ ਦੀ ਆਪਾਂ ਗੱਲ ਕਰਕੇ ਹਟੇ ਆ ਕਿ ਉੱਥੇ ਵੀ ਉਹਨਾਂ ਨੇ ਹੁਣ ਲਾਕਡਾਊਨ ਜਿਹੜਾ 2 ਵੀਕ ਦਾ ਲਾਤਾ, ਅੱਜ ਤੋਂ ਸ਼ੁਰੂ ਆ ਜੀ 8 ਵਜੇ ਤੋਂ। ਜਿੰਨੇ ਵੀ ਨੋਵਾ ਸਕੋਸ਼ੀਆ ਦੇ ਵਿੱਚ ਸਕੂਲ ਆ ਐਂਡ ਨੌਨ ਅਸੈਂਸ਼ੀਅਲ ਸਟੋਰ ਆ ਸਾਰੇ ਜਿਹੜੇ 12 ਮਈ ਤੱਕ ਬੰਦ ਕਰ ਦਿੱਤੇ ਆ। ਜਿੰਨੇ ਵੀ ਅਸੈਂਸ਼ੀਅਲ ਬਿਜ਼ਨਸ ਆ ਉਹਦੀ ਕਪੈਸਿਟੀ ਜਿਹੜੀ ਆ ਰਿਡਿਊਸ ਕਰਕੇ ਉਹਨਾਂ ਨੇ 25% ਕਰ ਦਿੱਤੀ ਆ ਜੀ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਅਨਾਉਂਸ ਕੀਤਾ ਸੀ ਕਿ ਜਿਹੜੇ ਤੁਸੀਂ ਘਰ ਤੋਂ ਬਾਹਰ ਜਾਂਦੇ ਆ ਤੇ ਤੁਹਾਨੂੰ ਮਾਸਕ ਜਿਹੜਾ ਪਹਿਨਣਾ ਪਊਗਾ। ਤੇ ਹੁਣ CDC ਨੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਉਹਨਾਂ ਨੇ ਕਿਹਾ ਆ ਕੋਈ ਵੀ ਜਿਹੜਾ ਅਮਰੀਕਨ ਆ ਫੁਲੀ ਵੈਕਸੀਨੇਟ ਹੋ ਜਾਂਦਾ ਤੇ ਉਹਨੂੰ ਬਾਹਰ ਜਾ ਕੇ ਮਾਸਕ ਪਾਉਣ ਦੀ ਕੋਈ ਲੋੜ ਨਹੀਂ ਗੀ। ਉਹਨੂੰ ਜੇ ਫੁਲੀ ਵੈਕਸੀਨੇਟ ਹੋ ਜਾਂਦਾ ਦੋ ਡੋਜ਼ ਜਿਹੜੀ ਉਹ ਲੈ ਲੈਂਦਾ ਉਹ। ਤੇ ਹਾਂ ਜੇ ਕਿਤੇ ਬਹੁਤ ਜ਼ਿਆਦਾ ਕਰਾਊਡ ਆ ਉੱਥੇ ਤੁਹਾਨੂੰ ਜ਼ਰੂਰ ਮਾਸਕ ਜਿਹੜਾ ਉਹ ਪਾਉਣਾ ਪਊਗਾ ਜੀ।
ਤੇ ਇੰਟੀਰੀਅਰ ਦੀ ਸਰਕਾਰ ਡਾਕਫੋਰ ਨੇ ਆਪਣੇ ਫੈਡਰਲ ਸਰਕਾਰ ਨੂੰ ਕਿਹਾ ਆ ਕਿ ਪੇਡ ਸਿਕ ਲੀਵ ਜਿਹੜਾ ਆ ਉਹ $500 ਪਰ ਵੀਕ ਦਾ ਜਿਹੜਾ ਦਿੰਦੇ ਆ, ਤੇ ਉਹ ਕਹਿ ਰਹੇ ਆ ਕਿ ਇਹਨੂੰ ਵਧਾ ਕੇ ਜਿਹੜਾ $1000 ਪਰ ਵੀਕ ਕੀਤਾ ਕਰ ਦਿੱਤਾ ਜਾਵੇ ਕਿ ਜਿਹੜਾ 4 ਵੀਕਾਂ ਲਈ ਦਿੱਤਾ ਜਾਵੇ। ਪਰ ਆਟਵਾ ਸਰਕਾਰ ਨੇ, ਫੈਡਰਲ ਸਰਕਾਰ ਨੇ ਇਹ ਰਿਜੈਕਟ ਕਰਤਾ ਤੇ ਇਹ ਡਾਕਫੋਰ ਨੂੰ ਕਿਹਾ ਆ ਤੁਸੀਂ ਇਹ ਇੰਟੀਰੀਅਰ ਸਰਕਾਰ ਦੇਵੇ ਜਾਂ ਜਿਹੜੇ ਬਿਜ਼ਨਸ ਕਰਦੇ ਲੋਕ ਆ ਉਹ ਆਪਣੇ EMPLOYE ਨੂੰ ਪੇ ਕਰਨ। ਤੇ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਨੇ ਤਾਂ ਸਿਰਫ ਉਹਨਾਂ ਲੋਕਾਂ ਲਈ ਇਹ ਪ੍ਰੋਗਰਾਮ ਬਣਾਇਆ ਸੀ ਜਿਹਨਾਂ ਲੋਕਾਂ ਦੀ ਕੋਈ ਜੌਬ ਨਹੀਂ ਗੀ ਜਾਂ ਜਿਨ੍ਹਾਂ ਦੇ ਕੋਲ EMPLOYER ਨਹੀਂ ਗਾ, ਅਸੀਂ ਤਾਂ ਉਹਨਾਂ ਨੂੰ ਦਿੰਦੇ ਆ। ਤੁਹਾਨੂੰ ਯਾਦ ਹੋਣਾ ਚੰਦੀ ਸਾਹਿਬ ਤਿੰਨ ਕੁ ਵੀਕ ਦੀ ਸ਼ਾਇਦ ਗੱਲ ਹੋਣੀ ਆ ਕਿ ਆਪੋਜੀਸ਼ਨ ਲੀਡਰ ਜਿਹੜੇ ਸੀ ਐਂਡਰੀਆ ਹਾਰਵਰਥ, ਇਹਨਾਂ ਨੇ ਵੀ ਆਪਣਾ ਮੋਸ਼ਨ ਲਿਆਂਦਾ ਸੀਗਾ ਕਿ ਇਹਦੇ ਉੱਤੇ ਜਿਹੜਾ ਸਿਕ ਲੀਵ ਦਿੱਤੀ ਜਾਵੇ ਤੇ ਇਹ ਜਿੰਨੇ ਕਿਉਂਕਿ ਮੈਜੋਰਟੀ ਇਹਨਾਂ ਦੀ ਆ PC ਪਾਰਟੀ ਦੀ, ਇਸ ਕਰਕੇ ਇਹਨਾਂ ਨੇ ਸਾਰਿਆਂ ਨੇ ਵੋਟਾਂ ਜਿਹੜੀਆਂ ਅਗੇਂਸਟ ਪਾਤੀਆਂ ਸੀ ਤਾਂ ਇਹ ਬਿੱਲ ਜਿਹੜਾ ਥਰੂ ਨਹੀਂ ਸੀ ਹੋ ਸਕਿਆ। ਤੇ ਹੁਣ ਇਹ ਇੱਕ ਬੰਨੇ ਤਾਂ ਵੋਟਾਂ ਅਗੇਂਸਟ ਪਾ ਕੇ ਬਿੱਲ ਨੂੰ ਥਰੂ ਨਹੀਂ ਇਹਨਾਂ ਨੇ ਹੋਣ ਦਿੱਤਾ, ਦੂਸਰੇ ਬੰਦੇ ਆਪਣੇ ਜਿਹੜੀ ਆ ਫੈਡਰਲ ਸਰਕਾਰ ਤੋਂ ਇਹ ਮੰਗ ਕਰ ਰਿਹਾ ਕਿ ਇਹਨੂੰ ਡਬਲ ਕੀਤਾ ਜਾਵੇ। ਇਹ ਮੈਨੂੰ ਨਹੀਂ ਸਮਝ ਆਉਂਦੀ ਜੀ ਆਪਣੇ ਡਾਕਟਰ ਕਰ ਕੀ ਰਹੇ ਆ ਜੀ ਇਹ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ 2 ਪੋਲੀਟੀਸ਼ੀਅਨ ਆ ਜੀ ਆਪਣੇ ਇਲਮਰ ਇੰਟੀਰੀਓ ਚਰਚ ਦੇ ਵਿੱਚ ਗਏ ਆ, ਜਿਵੇਂ ਸਟੇ ਐਟ ਹੋਮ ਆ, ਲੋਕਡਾਊਨ ਆ, ਰੈਸਟ੍ਰਿਕਸ਼ਨ ਚੱਲ ਰਹੀਆਂ, ਰੂਲ ਨੂੰ ਬ੍ਰੇਕ ਕੀਤਾ ਉਹਨਾਂ ਨੇ। ਇੱਕ ਤਾਂ ਆਪਣੇ ਹੈਗੇ ਜੀ ਮੈਂਬਰ ਪਾਰਲੀਮੈਂਟ ਡੈਰੇਕ ਸਲੋਨ। ਮੈਂ ਡੈਰੇਕ ਸਲੋਨ ਸ਼ਾਇਦ ਬਹੁਤ ਸਾਰੇ ਲੋਕ ਇਹਨੂੰ ਜਾਣਦੇ ਹੋਣਗੇ, ਪਰ ਜੇ ਨਹੀਂ ਜਾਣਦੇ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਦਾ ਇਹਦੇ ਬਾਰੇ ਜੀ। MP ਡੈਰੇਕ ਸਲੋਨ ਇਹ ਚਰਚਾਂ ਦੇ ਵਿੱਚ ਮੋਸਟਲੀ ਆਉਂਦੇ ਹੀ ਰਹਿੰਦੇ ਆ। ਆਪਣੇ ਜਿਹੜੇ ਡਾਕਟਰ ਟਰੀਸਾ ਟੈਮ ਆ ਇਹ ਆਪਣਾ ਕੰਮ ਠੀਕ ਚਲੋ ਕਰ ਰਹੇ ਆ, ਠੀਕ ਹੈ, ਬਹੁਤ ਸਾਰੇ ਲੋਕ ਕਹਿੰਦੇ ਚੰਗਾ ਕਰ ਰਹੇ, ਮਾੜਾ ਕਰਦੇ ਆ, ਪਰ ਜਦੋਂ ਤੁਸੀਂ ਕਿਸੇ ਨੂੰ ਕੋਈ ਮੈਸੇਜ ਦੇਣਾ ਹੁੰਦਾ ਜੇ ਚੰਗੀ ਭਾਸ਼ਾ ਦੇ ਵਿੱਚ ਦਿੱਤਾ ਜਾਵੇ ਤਾਂ ਉਹ ਠੀਕ ਹੁੰਦਾ। ਇਹਨਾਂ ਨੇ ਉਹਨਾਂ ਦੇ ਉੱਤੇ ਕਮੈਂਟਸ ਕੀਤੇ ਸੀਗੇ ਕਿ ਠੀਕ ਹੈ, ਉਹਨਾਂ ਦੀ ਜਿਹੜੇ ਟਰੀਸਾ ਟੈਮ ਆ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਚਾਈਨਾ ਤੋਂ ਆ, ਉਹਨਾਂ ਨੇ ਸਟ੍ਰੇਟ ਫਾਰਵਰਡ ਇਹੀ ਕਹਿਤਾ ਸੀ ਕਿ ਤੁਸੀਂ ਕੰਮ ਕੈਨੇਡਾ ਲਈ ਕਰ ਰਹੇ, ਚਾਈਨਾ ਲਈ ਕਰ ਰਹੇ ਆ। ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਅਪੋਲੋਜਾਈਜ਼ ਕਰਨਾ ਪਿਆ ਸੀ, ਇਹਦਾ ਇੱਕ ਇਹ ਵੀ ਕਾਰਨ ਸੀਗਾ ਕਿ ਇਹਨਾਂ ਨੇ ਲੀਡਰਸ਼ਿਪ ਰੇਸ ਦੇ ਵਿੱਚ ਆਉਣਾ ਸੀਗਾ ਤੇ ਲੀਡਰਸ਼ਿਪ ਰੇਸ ਦੇ ਵਿੱਚ ਆਏ, ਉੱਥੇ ਵੀ ਇਹਨਾਂ ਦੀ ਹਾਰ ਹੋਈ ਆ। ਉਸ ਤੋਂ ਬਾਅਦ ਕਿ ਜਿਹੜੇ ਨਵੇਂ ਲੀਡਰ ਆਏ ਆ, ਕਿਉਂਕਿ ਇਹਨਾਂ ਦੀ ਆਪਸ ਵਿੱਚ ਇੰਨੀ ਜ਼ਿਆਦਾ ਬਣਦੀ ਵੀ ਨਹੀਂ ਸੀ, ਤਾਂ ਇਹਨਾਂ ਨੇ ਡੋਨੇਸ਼ਨ ਜਿਹੜੀ ਲਈ ਸੀ ਉਸ ਵੇਲੇ ਇੱਕ ਵਾਈਟ ਰੇਸਿਸਟ ਸੀਗਾ ਉਹਦੇ ਕੋਲ ਲਈ ਸੀ ਵੀ ਇਹਨਾਂ ਨੂੰ ਮਤਲਬ ਕਿ ਵੋਟਿੰਗ ਕਰਾ ਕੇ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਤਾ। ਤਾਂ ਇਹਨਾਂ ਨੇ ਉਸ ਵੇਲੇ ਕਿਹਾ ਸੀਗਾ ਕਿ ਜਿਹੜੀ ਡੋਨੇਸ਼ਨ ਆਈ ਆ ਉਹਦਾ ਕੁਛ ਹਿੱਸਾ ਜਿਹੜਾ ਕੰਜ਼ਰਵੇਟਿਵ ਪਾਰਟੀ ਉਹਨੂੰ ਵੀ ਮਿਲਿਆ, ਪਰ ਇਹਦੀ ਕਿਸੇ ਨੇ ਨਹੀਂ ਸੁਣੀ। ਫੇਸ ਕਰਕੇ ਜਿਹੜਾ MP ਡੈਰੇਕ ਸਲੋਨ ਆ ਇਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਕਾਕਸ ਦੇ ਵਿੱਚੋਂ। ਹੁਣ ਠੀਕ ਹੈ, ਇੰਡੀਪੈਂਡੈਂਟ ਹੈ, ਮੈਂਬਰ ਆਫ ਪਾਰਲੀਮੈਂਟ ਆ, ਬਾਹਰ ਪੈਂਦੇ ਆ। ਤੇ ਦੂਸਰੇ ਜਿਹੜੇ ਆਪਣੇ MPP ਰੈਂਡੀ ਹਿਲੀਅਰ ਇਹ ਡਾਕਫੋਰ ਨੇ ਇਹਨਾਂ ਨੂੰ ਇੱਥੋਂ ਬਾਹਰ ਦਾ ਰਸਤਾ ਦਿਖਾਤਾ ਸੀ। ਦੋਨੇ ਜਿਹੜੇ ਆ ਜੀ ਇਹ ਹੁਣ ਕਾਕਸ ਤੋਂ ਬਾਹਰ ਆ, ਤੇ ਦੋਨੇ ਜਿਹੜੇ ਰੀਪ੍ਰੈਜ਼ੈਂਟ ਆ ਕਿੰਗਸਟਨ ਏਰੀਆ ਨੂੰ ਕਰਦੇ ਆ। ਤੇ ਪੁਲਿਸ ਨੇ ਇਹਨਾਂ ਦੋਨਾਂ ਨੂੰ ਹੁਣ ਚਾਰਜ ਕੀਤਾ ਕਿਉਂਕਿ ਇਹ ਚਰਚ ਦੇ ਵਿੱਚ ਗਏ ਆ, ਕਰਾਊਡ ਦੇ ਵਿੱਚ ਗਏ ਆ। ਤੇ ਇਹਨਾਂ ਦੀ ਜਿਹੜੀ ਕੋਰਟ ਦੀ ਡੇਟ ਆ ਜਿਹੜੀ ਜੂਨ ਮਹੀਨੇ ਦੇ ਵਿੱਚ ਆ, ਇਹਨਾਂ ਨੇ ਕਿਹਾ ਆ ਕਿ ਅਸੀਂ ਜਿਹੜੀ ਇਹ ਟੈਕਨਾ ਫਾਈਟ ਜ਼ਰੂਰ ਕਰਾਂਗੇ, ਪਰ ਜੇ ਇਹ ਗਿਲਟੀ ਪਾਏ ਜਾਂਦੇ ਆ ਤੇ $1 ਲੱਖ ਦਾ ਫਾਈਨ ਤੇ 1 ਸਾਲ ਦੀ ਇਹਨਾਂ ਨੂੰ ਜੇਲ੍ਹ ਹੋ ਸਕਦੀ ਆ। ਤੇ ਜਿਹੜੀ ਕਾਰਪੋਰੇਸ਼ਨ ਨੇ ਕੁਡ ਫੇਸ ਫਾਈਨ ਅਪ ਟੂ 10 ਮਿਲੀਅਨ ਵੀ ਇਹਨਾਂ ਨੂੰ ਹੋ ਸਕਦਾ ਜੀ। ਤੇ ਪ੍ਰੀਮੀਅਰ ਡਾਕਫੋਰ ਨੇ ਆਪਣੇ ਫੈਡਰਲ ਸਰਕਾਰ ਨੂੰ ਕਿਹਾ ਕਿ ਜਿਹੜੀਆਂ ਡੋਮੈਸਟਿਕ ਫਲਾਈਟਾਂ ਆਉਂਦੀਆਂ ਉਹਨਾਂ ਤੇ ਵੀ ਕੋਵਿਡ ਦਾ ਟੈਸਟ ਕੀਤਾ ਜਾਵੇ, ਉਹ ਲਿਆ ਜਾਵੇ ਜੀ। ਤੇ ਉਹਨਾਂ ਨੇ ਕਿਹਾ ਹੈ ਕਿ ਲਾਸਟ ਜੇ 2 ਵੀਕਾਂ ਦੀ ਗੱਲ ਕੀਤੀ ਜਾਵੇ ਤਾਂ 17 ਡੋਮੈਸਟਿਕ ਫਲਾਈਟਾਂ ਆਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਲੱਗ ਰਿਹਾ ਕਿ ਕਈ ਜਿਹੜੇ ਪੋਜ਼ਿਟਿਵ ਲੋਕ ਹੋ ਸਕਦੇ। ਉਹਨਾਂ ਨੇ ਕਿਹਾ ਵੀ ਫਲਾਈਟ ਕਿਉਂ ਨਾ ਭਾਵੇਂ ਆਟਵਾ ਭਾਵੇਂ ਹੈਮਿਲਟਨ ਤੋਂ ਆਉਣੀ ਹੋਵੇ ਤਾਂ ਟੈਸਟ ਇਹਨਾਂ ਦੇ ਜ਼ਰੂਰ ਹੋਣੇ ਚਾਹੀਦੇ ਆ ਜੀ ਇਹ ਠੀਕ। ਤੇ ਆਪਣੇ ਆਪੋਜੀਸ਼ਨ ਪਾਰਟੀ ਨੇ ਜਿਹੜੇ ਆਪੋਜੀਸ਼ਨ ਪਾਰਟੀ ਨੇ ਆਪਣੇ ਲਿਬਰਲ ਪਾਰਟੀ ਨੂੰ ਕਹਿ ਦਿੱਤਾ ਸੀ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਆ ਕਿ ਡੇ ਬਾਈ ਡੇ ਜਿਹੜੇ ਕਰੋਨਾ ਦੇ ਕੇਸ ਬਹੁਤ ਆਈ ਜਾਂਦੇ। ਜੇ ਮੈਂ ਅੱਜ ਦਾ ਨੰਬਰ ਦੱਸਾਂ 3,62,000 ਦੇ ਕਰੀਬ ਅੱਜ ਦਾ ਨੰਬਰ ਆਇਆ। ਤੇ ਕੰਜ਼ਰਵੇਟਿਵ ਪਾਰਟੀ ਤੇ NDP ਪਾਰਟੀ ਨੇ ਲਿਬਰਲ ਪਾਰਟੀ ਨੂੰ ਗ੍ਰੀਨ ਝੰਡੀ ਦੇ ਦਿੱਤੀ ਆ ਕਿ ਇੰਡੀਆ ਦੇ ਹਾਲਾਤ ਬੜੇ ਮਾੜੇ ਆ ਤੇ ਜੇ ਤੁਸੀਂ ਉਹਨਾਂ ਨੂੰ ਏਡ ਭੇਜਣੀ ਆ ਤਾਂ ਭੇਜ ਦਿਓ। ਤੇ ਹੁਣ ਭੇਜਣਗੇ ਜ਼ਰੂਰ ਹੈ, ਪਰ ਅਜੇ ਫੈਡਰਲ ਸਰਕਾਰ ਵੱਲੋਂ ਵੀ ਕੋਈ ਵੀ ਜਿਹੜੀ ਡਿਟੇਲ ਨਹੀਂ ਦਿੱਤੀ ਗਈ ਜੀ। ਪੋਲ ਸਰਵੇ ਆਇਆ ਸੀਗਾ ਜਿਹੜੇ 100 ਡੇ ਆਪਣੇ ਅਮਰੀਕਾ ਦੇ ਵਿੱਚ ਬਾਈਡਨ ਨੇ ਪੂਰੇ ਕੀਤੇ ਸੀਗੇ। 52% ਲੋਕਾਂ ਨੇ ਜੋ ਬਾਈਡਨ ਨੂੰ ਅਪਰੂਵ ਕੀਤਾ ਸੀਗਾ। ਇੱਕ ਹੋਰ ਸਰਵੇ ਆਇਆ ਉਹਦੇ ਵਿੱਚ ਕਿਹਾ ਕਿ 59% ਲੋਕ ਜਿਹੜੇ ਆ ਬਾਈਡਨ ਦੀ ਜਿਹੜੀ ਜੌਬ ਆ ਉਹਨੂੰ ਪਸੰਦ ਕਰਦੇ ਆ, ਕਹਿੰਦੇ ਗੁੱਡ ਜੌਬ ਆ। ਕਿ ਜਿੰਨੇ ਵੀ ਹੁਣ ਤੱਕ ਇਹਨਾਂ ਨੇ ਕੈਂਪੇਨ ਦੇ ਜਿਹੜੇ ਪ੍ਰੋਮਿਸ ਕੀਤੇ ਸੀ ਉਹਨਾਂ ਨੂੰ ਫਿਲਫੁਲ ਕਰ ਰਿਹਾ ਆ। ਜੇ ਮੈਂ ਥੋੜੀ ਜਿਹੀ ਹੋਰ ਡਿਟੇਲ ਦੇਵਾਂ, ਜੇ ਆਪਾਂ ਕਰੋਨਾ ਵਾਇਰਸ ਦੀ ਗੱਲ ਕੀਤੀ ਜਾਵੇ ਤਾਂ 66% ਲੋਕ ਖੁਸ਼ ਆ
ਕਿ ਕਰੋਨਾ ਬਾਰੇ ਜੋ ਵੀ ਕਰ ਰਿਹਾ ਠੀਕ ਕਰ ਰਿਹਾ, ਕਿ ਯੂਨੀਵਰਸਲ ਅਪਰੂਵਲ ਆਫ ਦਾ ਇਸ਼ੂ ਆਫ ਦਾ ਡੈਮੋਕ੍ਰੇਟਸ ਜਿਹੜੇ ਆ 97% ਉਹਨਾਂ ਨੇ ਅਪਰੂਵ ਕੀਤਾ। ਜੇ ਆਪਾਂ ਇੰਡੀਪੈਂਡੈਂਟ ਲੋਕਾਂ ਦੀ ਆਪਾਂ ਗੱਲ ਕਰ ਲਈਏ 65% ਲੋਕ ਉਹ ਖੁਸ਼ ਆ ਵੀ ਠੀਕ ਕਰ ਰਿਹਾ, ਤੇ ਇਹਨਾਂ ਦੀ ਵਿਰੋਧੀ ਪਾਰਟੀ ਰਿਪਬਲਿਕਨ ਪਾਰਟੀ ਜਿਹੜੀ ਆ 30% ਉਹ ਇਹਨਾਂ ਨੂੰ ਕਹਿ ਰਹੇ ਆ ਕਿ ਇਹ ਠੀਕ ਕੰਮ ਕਰ ਰਿਹਾ। ਜੇ ਆਪਾਂ 10 ਦੇ ਵਿੱਚੋਂ 6 ਲੋਕ ਉਹ ਆ ਐਕਸਪੈਕਟ ਕਰਦੇ ਆ, ਐਕਸਪੈਕਟ ਦੀ ਇਕਨੋਮੀ ਟੂ ਬੀ ਅ ਗੁੱਡ ਸ਼ੇਪ, ਜਿਹੜੇ ਆ ਇਹ ਅਪਰੋਕਸੀਮੇਟਲੀ 58% ਲੋਕ ਜਿਹੜੇ ਆ ਇਹ ਕਹਿੰਦੇ ਵੀ ਇਕਨੋਮੀ ਨੂੰ ਵੀ ਚੰਗੇ ਪਾਸੇ ਲੈ ਕੇ ਜਾ ਰਿਹਾ। ਤੇ ਜੇ ਆਪਾਂ ਕਮਲਾ ਹੈਰਿਸ ਦੀ ਵੀ ਗੱਲ ਕੀਤੀ ਜਾਵੇ ਤਾਂ 53% ਜਿਹੜੇ ਲੋਕ ਆ ਉਹਨਾਂ ਨੇ ਅਪਰੂਵਡ ਕੀਤਾ ਜੀ ਕਮਲਾ ਹੈਰਿਸ ਨੂੰ, ਜੋ ਕਰ ਰਹੀ ਆ ਵਧੀਆ ਕਰ ਰਹੀ ਆ। ਤੇ ਗੇਟਵੇ ਪੋਸਟ ਆਫਿਸ ਹੈ ਜੀ ਆਪਣੇ ਮਿਸਾਗਾ ਦੇ ਵਿੱਚ 4, 5, 6, 7 ਡਿਕਸੀ ਰੋਡ ਦੇ ਉੱਤੇ ਲਾਸਟ ਵੀਕ ਉੱਥੇ 12 ਲੋਕਾਂ ਨੂੰ ਜਿਹੜਾ ਪੋਜ਼ਿਟਿਵ ਪਾਇਆ ਗਿਆ ਸੀ, ਤਾਂ ਹੁਣ 90 ਲੋਕਾਂ ਨੂੰ ਉਹਨਾਂ ਨੇ ਘਰੇ ਜਿਹੜਾ ਆਈਸੋਲੇਟ ਕਰਨ ਲਈ ਕਿਹਾ ਹੈ ਕਿ 10 ਦਿਨ ਆਪਣੇ ਘਰੇ ਰਹੋ। ਤੇ ਇਹਨਾਂ ਨੇ ਸੈਕਸ਼ਨ 22 ਦੀ ਧਾਰਾ ਲਾ ਕੇ ਇਹਨੂੰ ਇਸ ਸ਼ਿਫਟ ਨੂੰ ਜਿਹੜਾ ਆ ਉਹ ਬੰਦ ਕਰ ਦਿੱਤਾ ਸੀਗਾ ਕਿ ਇੱਥੇ ਜਿਹੜੇ ਗੇਟਵੇ ਪੋਸਟ ਆਫਿਸ ਦਾ ਤੇ 5000 ਦੇ ਲੋਕ ਜਿਹੜੇ ਇੱਥੇ ਕੰਮ ਕਰਦੇ ਆ ਜੀ। ਅਗਲੀ ਖਬਰ ਥੋੜਾ ਧਿਆਨ ਮੰਗਦੀ ਹੈ ਜੀ। ਕਮਿੰਗ ਦਿਸ ਸਮਰ ਦੀ ਗੱਲ ਕਰਦਾ ਹੈ। ਗੈਸ ਸਟੇਸ਼ਨ ਰਨਿੰਗ ਆਊਟ ਆਫ ਦਾ ਗੈਸ ਆ, ਜਿਵੇਂ ਮਿਲੀਅਨ ਆਫ ਪੀਪਲ ਸਟਕ ਐਟ ਹੋਮ ਮੋਰ ਦੈਨ ਅ ਈਅਰ। ਪੈਂਡੈਮਿਕ ਦੇ ਚੱਲਦੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕਰੂਡ ਆਇਲ ਹੈ ਜਾਂ ਗੈਸੋਲੀਨ ਹੈ ਉਹਦੀ ਘਾਟ ਨਹੀਂ, ਘਾਟ ਗਈ ਹੈ ਟੈਂਕਰ ਟਰੱਕ ਡਰਾਈਵਰ ਜਿਨ੍ਹਾਂ ਦੀ ਘਾਟ ਹੈ ਤੇ ਨੀਡਡ ਡਿਲੀਵਰ ਟੂ ਦੀ ਗੈਸ ਸਟੇਸ਼ਨ। ਉਹਨਾਂ ਨੇ ਇਹੀ ਕਿਹਾ ਕਿ ਜੇ ਡਰਾਈਵਰ ਨਾ ਹੋਣਗੇ ਤਾਂ ਗੈਸ ਸਟੇਸ਼ਨਾਂ ਤੇ ਜਿਹੜੀ ਸ਼ਾਰਟੇਜ ਆਫ ਸਪਲਾਈ ਆਊਗੀ। ਅਕੋਰਡਿੰਗ ਟੂ ਦੀ ਨੈਸ਼ਨਲ ਟੈਂਕ ਟਰੱਕ ਕੈਰੀਅਰ, ਉਹਨਾਂ ਨੇ ਦੀ ਇੰਡਸਟਰੀ ਟ੍ਰੇਡ ਗਰੁੱਪ ਨੇ ਦੱਸਿਆ ਕਿ ਸਮਵੇਅਰ ਬਿਟਵੀਨ 20 ਤੋਂ 25% ਜਿਹੜੇ ਆ ਟੈਂਕ ਟਰੱਕ ਡਰਾਈਵਰ ਜਿਹੜੇ ਆ ਉਹਨਾਂ ਦੀ ਫਲੀਟ ਆ ਉਹ ਆਪਣੇ ਟਰੱਕ ਪਾਰਕ ਕਰ ਦੇਣਗੇ, ਤੇ ਜਿਹਦੇ ਕਰਕੇ ਇਹ ਤੇਲ ਦੀ ਘਾਟ ਤੁਹਾਨੂੰ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਇਸ ਸਮਰ ਦੇ ਵਿੱਚ ਆਵੇਗੀ ਜੀ। ਤੇ BC ਨੇ ਵੀ ਜਿਹੜੀ ਆ ਵੈਕਸੀਨ ਦੀ ਜਿਹੜੀ ਏਜ ਆ ਉਹਨਾਂ ਨੇ ਰਿਡਿਊਸ ਕਰਤੀ ਸੀ, 30 ਸਾਲ ਕਰ ਦਿੱਤੀ ਸੀ। ਤੇ ਉਹਨਾਂ ਨੇ ਕਿਹਾ ਕਿ 30 ਸਾਲ ਪਲੱਸ ਜਿਹੜੇ ਹੌਟ ਏਰੀਆ ਦੇ ਲੋਕ ਆ ਉਹ ਆਪਣੀ ਜਿਹੜੀ ਆ ਵੈਕਸੀਨ ਐਸਟਰਾਜੈਨੇਕਾ ਦੀ ਲਗਾ ਸਕਦੇ ਆ। ਤੇ ਲੋਕਾਂ ਨੇ ਅਪੁਆਇੰਟਮੈਂਟ ਬਣਾ ਗਏ ਤੇ ਕੱਲ ਟੀਵੀ ਵਿੱਚ ਦੇਖ ਰਿਹਾ ਸੀਗਾ ਮੈਂ ਕਿ ਉੱਥੇ ਬੜੀਆਂ ਲੰਮੀਆਂ ਲਾਈਨਾਂ ਉੱਥੇ ਲੱਗੀਆਂ, 4-4 ਘੰਟਿਆਂ ਬਾਅਦ ਜਾ ਕੇ ਲੋਕਾਂ ਨੂੰ ਜਿਹੜੀ ਉਹ ਵਾਰੀ ਆਈ ਹੈ ਜੀ ਇਹ। ਤੇ ਆਪਾਂ ਲਾਸਟ ਖਬਰ ਤੇ ਜਾਂਦੇ ਹਾਂ ਜੀ। ਆਪਾਂ ਜਿਵੇਂ ਹੁਣ ਇਨਕਮ ਟੈਕਸ ਭਰਨ ਦਾ ਸਮਾਂ ਆ, 30 ਅਪ੍ਰੈਲ ਦੀ ਡੇਟ ਆ, ਤੇ ਹੁਣ ਜਿਹੜੇ ਇੱਥੋਂ ਦੇ ਪੋਲੀਟੀਸ਼ੀਅਨ ਆ ਜਾਂ ਜਿਹੜੇ ਅਕਾਊਂਟੈਂਟ ਆ ਉਹਨਾਂ ਨੇ ਕੈਨੇਡਾ ਰੈਵਨਿਊ ਏਜੰਸੀ ਨੂੰ ਕਿਹਾ ਆ ਕਿ ਜਿਹੜੀ ਇਨਕਮ ਟੈਕਸ ਜਿਹੜੀ ਡੇਟ ਆ ਉਹਦੀ ਡੈਡਲਾਈਨ ਜਿਹੜਾ ਡਿਲੇ ਕੀਤਾ ਜਾਵੇ। ਤੇ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਜਿਵੇਂ 2019 ਦੇ ਵਿੱਚ ਜਿਹੜੇ ਟੈਕਸ ਫਾਈਲ ਕੀਤੇ ਸੀਗੇ, CRA ਨੇ ਜਿਹੜੀ ਆ ਉਹਦੀ ਡੈਡਲਾਈਨ ਨੂੰ ਡਿਲੇ ਕਰਕੇ 1 ਜੂਨ ਤੱਕ ਕਰ ਦਿੱਤਾ ਸੀ, ਪਰ ਕੁਬੈਕ ਨੇ ਆਲਰੇਡੀ ਜਿਹੜਾ ਅਨਾਉਂਸ ਆ ਉਹਨਾਂ ਨੇ ਕਰਤਾ ਕਿ ਐਂਡ ਆਫ ਮਈ ਤੱਕ ਤੁਹਾਨੂੰ ਕੋਈ ਪਲੈਂਟੀ ਵਗੈਰਾ ਨਹੀਂ ਲੱਗੂਗੀ, ਐਂਡ ਆਫ ਮਈ ਤੱਕ ਤੁਸੀਂ ਆਪਣਾ ਟੈਕਸ ਭਰ ਸਕਦੇ ਹੋ। ਆਉਣ ਵਾਲੇ ਸਮੇਂ 'ਚ ਦੇਖਾਂਗੇ ਜੇ ਨਵੀਂ ਅਨਾਉਂਸਮੈਂਟ ਹੋਈ ਤੇ CRA ਨੇ ਕੋਈ ਡਿਲੇ ਕੀਤੀ ਤਾਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਰੋਤਿਆਂ ਨੂੰ ਜ਼ਰੂਰ ਦੱਸਾਂਗੇ ਜੀ। ਇਹੀ ਆਪਣੀਆਂ ਅੱਜ ਦੀਆਂ ਚੱਲੀ ਸਾਹਿਬ ਖਬਰਾਂ ਹੋਲਡ ਰੱਖਣਾ ਜੀ। ਬੜੇ ਲੰਮੇ ਸਮੇਂ ਤੋਂ ਵੀਰ ਹੋਲਡ ਆ, ਆਲਮੋਸਟ 17-18 ਮਿੰਟ ਹੋ ਗਏ ਜੀ। 2899 ਸਵਾਗਤ ਹੈ ਵੀਰ ਜੀ। ਹੈਲੋ ਹਾਂਜੀ ਵੀਰ, ਬਹੁਤ ਲੰਮੇ ਸਮੇਂ ਤੋਂ ਹੋਲਡ ਆ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮਾਫੀ ਚਾਹੁੰਦੇ ਵੀਰ, ਉਧਰੋਂ ਨਾਲ ਹੀ ਖਬਰਾਂ ਸ਼ੁਰੂ ਹੋ ਗਈਆਂ। ਸਤਿ ਸ਼੍ਰੀ ਅਕਾਲ ਵੀਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਤੁਸੀਂ ਆਉਂਦੇ ਰਹੋ ਜੀ। ਹਾਂਜੀ ਅੱਛਾ ਭਾਜੀ, ਦੇਖੋ ਆ ਜਿਹੜੀ ਬਾਜੀ ਖਬਰਾਂ ਦਿੰਦੇ ਨੇ। ਹਾਂਜੀ ਆਵਾਜ਼ ਆ ਰਹੀ ਹੈ ਜੀ? ਜੀ ਆ ਰਹੀ। ਹਾਂਜੀ ਹਾਂਜੀ ਵੀਰ ਆ ਰਹੀ ਆਵਾਜ਼। ਹਾਂਜੀ ਵੀਰ ਜੀ, ਭਾਜੀ ਜਿਹੜੀ ਖਬਰਾਂ ਦੇ ਰਹੇ ਬਹੁਤ ਵਧੀਆ ਦੇ ਰਹੇ ਜੀ, ਬਹੁਤ ਵਧੀਆ ਖਬਰਾਂ ਦੇ ਰਹੇ ਨੇ ਜੀ। ਅੱਛਾ ਇੱਕ ਤੁਹਾਡੇ ਤੇ ਇੱਕ ਗੁੱਸਾ ਆ ਭਾਜੀ ਮੈਨੂੰ ਜੀ। ਇੱਕ ਆਪਣੇ ਐਡ ਚੱਲ ਰਹੀ ਆ ਵਸੀਕਰਨ ਵਾਲੀ, ਹੈ ਨਾ ਜੀ, ਉਹ ਪਲੀਜ਼ ਉਹਨੂੰ ਬੰਦ ਕਰ ਦਿਓ ਜੇ ਹੋ ਸਕੇ, ਕਿਉਂਕਿ ਉਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਆ। ਭਾਜੀ ਨਹੀਂ ਇੱਕ ਮਿੰਟ ਵੀਰ ਜੀ, ਇੱਕ ਮਿੰਟ ਉਹਨੂੰ ਥੋੜਾ ਭਾਜੀ ਇਹ ਖਰਚੇ ਜਿਹੜੇ ਆ ਉਹ ਐਡਾਂ ਤੋਂ ਚੱਲਦੇ ਆ। ਕੋਈ ਵੀਰ ਇੱਕ ਵੀ ਕਾਲ ਕਰਕੇ ਕਹਿ ਦੇਵੇ ਵੀ ਮੈਂ ਇੱਕ ਵੀ ਐਡ ਦਵਾਈ ਆ 14 ਮਹੀਨਿਆਂ ਦੇ ਵਿੱਚ, ਇੱਕ ਵੀ ਬੰਦਾ ਕਹਿ ਦੇਵੇ ਵੀ ਇੱਕ ਵੀ ਐਡ ਮੈਂ ਦਵਾਈ ਕਿਸੇ ਵੀ ਵੀਰ ਨੇ, ਕਿਉਂਕਿ ਭਾਜੀ ਜਿਹੜੇ ਖਰਚੇ ਉਹ ਕਿੱਥੋਂ ਚੱਲਣੇ ਆ। ਨਹੀਂ ਵੀਰ ਜੀ, ਮੈਂ ਉਹ ਨਹੀਂ ਕਹਿੰਦਾ ਵੀ ਖਰਚੇ ਐਡਾਂ, ਪਰ ਭਾਜੀ ਹਰ ਬੰਦੇ ਦੇ ਨਹੀਂ ਉਹ ਠੀਕ ਆ ਵੀਰ, ਹਰ ਬੰਦੇ ਦੇ ਦਿਮਾਗ ਲਗਾ। ਸਾਡੇ ਵੀ ਖਰਚੇ ਕਿਤੋਂ ਚੱਲਣੇ ਆ। ਪੈਂਡੈਮਿਕ ਚੱਲ ਰਿਹਾ ਤੇ ਜੀ ਹਾਂਜੀ ਪੈਂਡੈਮਿਕ ਚੱਲ ਰਿਹਾ, ਪਰ ਐਡਾਂ ਤਾਂ ਇਸ ਟਾਈਮ ਮਿਲ ਨਹੀਂ ਰਹੀਆਂ, ਬਿਜ਼ਨਸ ਲੋ ਆ ਤੁਹਾਨੂੰ ਪਤਾ ਹੀ ਆ, ਤੇ ਖਰਚੇ ਪੂਰੇ ਕਿੱਥੋਂ ਕਰਨੇ ਆ। ਉਹ ਤੁਹਾਡੇ ਨਾਲ ਮੈਂ ਸਹਿਮਤ ਹਾਂ, ਪਰ ਬਾਕੀ ਵੀਰ ਉਹਨਾਂ ਨੂੰ ਮੰਨਣ ਵਾਲੇ ਵੀ ਹੈਗੇ ਆ। ਹਾਂਜੀ ਭਾਜੀ ਖਰਚੇ ਨਹੀਂ ਨਾ ਤੁਰਦੇ, ਨਹੀਂ ਤਾਂ ਅਸੀਂ ਅੱਜ ਤੱਕ ਚਲਾਈ ਨਹੀਂ ਐਡ ਇਹ।
ਬੇਨਤੀ ਆ। ਨਹੀਂ ਉਹ ਠੀਕ ਹੈ ਵੀਰ, ਜਾਂ ਤੇ ਕਹੋ ਨਾ ਇੱਕ ਵੀ ਵੀਰ ਕਹਿ ਦੇਵੇ, ਕੋਈ ਵੀ ਹੁਣ ਕਹਿ ਦੇਵੇ ਵੀ ਐਡ ਦੇ ਐਡਾਂ ਦੇ ਤਾਂ ਭਾਜੀ ਪੈਸੇ ਵੀ ਨਹੀਂ ਮਿਲ ਰਹੇ, ਖਰਚੇ ਨਹੀਂ ਪੂਰੇ ਹੋ ਰਹੇ, ਇਦਾਂ ਦੇ ਹਾਲਾਤ ਬਣੇ ਹੋਏ ਆ ਹੁਣ। ਤੇ ਕਿਉਂਕਿ ਬਿਜ਼ਨਸ ਬੰਦ ਆ, ਤੇ ਜੇ ਅਸੀਂ ਸਾਰਾ ਕੁਝ ਬੰਦ ਕਰ ਦਾਂਗੇ ਤਾਂ ਸਾਰਾ ਕੁਝ ਨਾਲ ਸਿਸਟਮ ਵੀ ਸ਼ਟ ਡਾਊਨ ਹੋ ਜਾਣਾ। ਨਹੀਂ ਤੁਹਾਡੇ ਵਿਚਾਰ ਠੀਕ ਆ ਵੀਰ, ਪਰ ਜਦੋਂ ਖਰਚੇ ਨਾ ਚੱਲਣ, ਹਾਂਜੀ ਐਡ ਨੂੰ ਨਹੀਂ ਕਰ ਰਿਹਾ, ਇਹ ਐਡ ਨਾਲ ਭਾਜੀ ਮੈਂ ਮੰਨਦਾ ਭਾਜੀ, ਪਰ ਖਰਚੇ ਨਹੀਂ ਪੂਰੇ ਹੋ ਰਹੇ ਨਾ। ਇਹ ਐਡ ਨਾਲ ਲੋਕ ਗੁੰਮਰਾਹ ਹੁੰਦੇ। ਨਹੀਂ ਭਾਜੀ ਕੋਈ ਗੁੰਮਰਾਹ ਨਹੀਂ ਹੁੰਦਾ ਵੀਰ, ਹਰ ਬੰਦੇ ਦਾ ਦਿਮਾਗ ਆ। ਬਾਕੀ ਜ਼ਰੂਰੀ ਨਹੀਂ ਕਿ ਜਿਹੜੇ ਸਾਡੇ ਹਿੰਦੂ ਵੀਰ ਭਾਈਚਾਰਾ ਆ ਉਹ ਇਹਨਾਂ ਨੂੰ ਫੋਲੋ ਕਰਦੇ ਆ, ਕਿਉਂਕਿ ਜੇ ਵਿਆਹ ਸ਼ਾਦੀ ਕੋਈ ਵੀ ਕੰਮ ਆ ਉਹਨਾਂ ਨੂੰ ਪੁੱਛ ਕੇ ਕਰਦੇ ਆ। ਜ਼ਰੂਰੀ ਨਹੀਂ ਗਾ, ਉਹ ਤਾਂ ਤੁਹਾਡੀ ਮਰਜ਼ੀ ਆ, ਤੁਸੀਂ ਉੱਥੇ ਜਾਣਾ ਨਹੀਂ ਜਾਣਾ, ਉਹ ਹਰ ਬੰਦੇ ਨੂੰ ਥੋੜ੍ਹਾ ਆਪਾਂ ਕੰਪੈਲ ਕਰਦੇ ਭਾਈ ਤੁਸੀਂ ਉੱਥੇ ਜਾਓ, ਉਹ ਤਾਂ ਆਪਦੀ ਮਰਜ਼ੀ ਹੈ ਨਾ। ਧੰਨਵਾਦ ਵੀਰ ਜੀ, ਧੰਨਵਾਦ। ਧਨੋਆ ਸਾਹਿਬ, ਚਲੋ ਵੀਰ ਉਹਨਾਂ ਨੇ ਐਪਰੀਸ਼ੀਏਟ ਹੀ ਕੀਤਾ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਠੀਕ ਹੈ ਚੰਦੀ ਸਾਹਿਬ, ਮੈਂ ਵੀ ਕੁਝ ਬੋਲ ਸਕਦਾ? ਹਾਂਜੀ ਬੋਲ ਸਕਦੇ ਜੀ, ਬੋਲ ਸਕਦੇ ਹਾਂ ਜੀ। ਹਾਂਜੀ ਠੀਕ ਹੈ ਚੰਦੀ ਸਾਹਿਬ, ਆਪਾਂ ਉਹ ਕਾਲਰ ਜਿਹੜੇ ਵੀਰ ਆਏ ਸੀ ਆਪਾਂ ਬਿਲਕੁਲ ਉਹਦੇ ਨਾਲ ਸਹਿਮਤ ਹੈ ਕਿ ਇਹੋ ਜਿਹੀਆਂ ਐਡਾਂ ਜਿਹੜੀਆਂ ਨਹੀਂ ਲੱਗਣੀਆਂ ਚਾਹੀਦੀਆਂ। ਪਰ ਪ੍ਰੋਬਲਮ ਇਹ ਆ ਪਰ ਹੁਣ ਤੁਸੀਂ ਵੀ ਕਿਹਾ ਆ ਕਿ ਹੁਣ ਕਿੰਨੇ ਕੁ ਬੰਦੇ ਜਿਹੜੇ ਆਪਣੇ ਸਰੋਤੇ ਸੁਣਦੇ ਆ ਬਾਂਹ ਖੜੀ ਕਰਕੇ ਕਹਿ ਸਕਦੇ ਆ ਕਿ ਅਸੀਂ ਚੰਦੀ ਸਾਹਿਬ ਨੂੰ ਇੰਨੀਆਂ ਐਡਾਂ ਦਵਾਈਆਂ, ਕਿਉਂਕਿ ਇਹ ਜਿਹੜਾ ਖਰਚਾ ਜਿੰਨਾ ਤੁਸੀਂ ਪ੍ਰੋਗਰਾਮ ਹੁਣ 2 ਘੰਟੇ ਦਾ ਕਰਦੇ ਆ, ਖਰਚਾ ਬਹੁਤ ਜ਼ਿਆਦਾ ਹੁੰਦਾ ਮੇਰੇ ਹਿਸਾਬ ਦੇ ਨਾਲ। ਤਾਂ ਹੁਣ ਤੁਸੀਂ ਮੈਨੂੰ ਪਤਾ ਹੈ ਜੀ ਉਹ ਪਿਛਲੇ 14 ਮਹੀਨਿਆਂ ਤੋਂ ਤੁਸੀਂ ਨੂੰ ਕਿਵੇਂ ਉਹ ਕਹਿੰਦੇ ਹੁੰਦੇ ਆ ਕਿ ਮਤਲਬ ਤੁਸੀਂ ਆਪਣੀ ਜੇਬ 'ਚ ਪਾ ਕੇ ਸਾਰਾ ਕੀਤਾ। ਮੇਰੇ ਹਿਸਾਬ ਦੇ ਨਾਲ ਤੇ ਜੇ ਹੁਣ ਐਡ ਨਾ ਆਊਗੀ ਇਹ ਤਾਂ ਹੁਣ ਪ੍ਰੋਗਰਾਮ ਬੰਦ ਹੀ ਹੋਗਾ ਜੀ, ਇਸ ਤੋਂ ਅੱਗੇ ਤਾਂ ਹੁਣ ਕੁਝ ਨਹੀਂ ਹੋ ਸਕਦਾ। ਕਿਉਂਕਿ ਸਭ ਤੋਂ ਪਹਿਲਾਂ ਤਾਂ ਆਫ ਈਅਰ ਗੱਲ ਹੋਈ, ਮੈਂ ਵੀ ਤੁਹਾਨੂੰ ਚੰਦੀ ਸਾਹਿਬ ਕਿਹਾ ਸੀ ਆਪਣੀ ਇਹੀ ਡਿਸਕਸ਼ਨ ਚੱਲਦੀ ਸੀਗੀ ਪਰ ਖਰਚੇ ਕਿੱਥੋਂ ਪੂਰੇ ਕਰਨੇ ਆ। ਪਿਛਲੇ 14 ਮਹੀਨਿਆਂ ਤੋਂ ਹੁਣ ਤੁਸੀਂ ਆਪਣੇ ਪੱਲਿਓਂ ਪਾ ਸਾਰਾ ਕੁਝ ਚਲਾਈ ਜਾਂਦੇ। ਠੀਕ ਹੈ ਹਾਲਾਤ ਮਾੜੇ ਆ, ਠੀਕ ਆ, ਉਹ ਵੀਰ ਦੀ ਆਪਾਂ ਇਹ ਨਹੀਂ ਕਰਦੇ, ਐਪਰੀਸ਼ੀਏਟ ਕਰਦੇ ਆ ਕਿ ਉਹਨਾਂ ਨੇ ਜੋ ਵੀ ਕਿਹਾ ਠੀਕ ਆ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਆਪਣੇ ਸ਼ੋਲਡਰ ਦੇ ਉੱਤੇ ਧੌਣ ਲੱਗੀ, ਧੌਣ ਦੇ ਉੱਤੇ ਛੋਟਾ ਜਿਹਾ ਦਿਮਾਗ ਆ, ਹਰ ਬੰਦੇ ਨੇ ਆਪਣਾ ਦਿਮਾਗ ਸੋਚ ਕੇ ਕਰਨਾ ਆ। ਕੋਈ ਜ਼ਰੂਰੀ ਨਹੀਂ ਉਹ ਜੇ ਕਹਿ ਰਿਹਾ ਵੀ ਤੁਸੀਂ ਉੱਥੇ ਜਾਣਾ ਹੀ ਜਾਣਾ। ਬਾਕੀ ਹਿੰਦੂ ਭਾਈਚਾਰਾ ਜਾਂ ਆਪਣੇ ਹੋਰ ਜਿਹੜੇ ਲੋਕ ਉਹਨਾਂ ਨੂੰ ਸੁਣਦੇ ਆ, ਮੰਨਦੇ ਆ, ਉਹਨਾਂ ਨੇ ਵਿਆਹਾਂ ਸ਼ਾਦੀਆਂ ਆਪਣੀਆਂ ਕਰਨੀਆਂ ਆ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਉਹਨਾਂ ਨੂੰ ਪੁੱਛ ਕੇ ਆਪਣੇ ਦਿਨ ਸੁੱਧ ਉਹ ਰੱਖਦੇ ਆ। ਤੇ ਬਾਕੀ ਕਿਉਂਕਿ ਇਹੀ ਆ, ਮੈਂ ਵੀਰ ਨੂੰ ਕਹਿੰਦਾ ਕਿ ਠੀਕ ਹੈ ਤੁਸੀਂ ਬਿਲਕੁਲ ਸਹੀ ਕਹਿ ਰਹੇ ਆ, ਪਰ ਕਿਉਂਕਿ ਐਡਾਂ ਦੀ ਬਹੁਤ ਘਾਟ ਆ, ਪੈਸਾ ਮਿਲ ਨਹੀਂ ਰਿਹਾ ਪੱਲਿਓਂ ਦੇ ਕੇ ਵੀਰ ਪ੍ਰੋਗਰਾਮ ਚਲਾਉਂਦੇ ਆ, ਇਸ ਕਰਕੇ ਇਹਨਾਂ ਨੇ ਐਡ ਲਗਾਈ ਆ। ਜਿੱਦਣ ਸਾਰਾ ਕੁਝ ਬੈਕ ਟੂ ਨਾਰਮਲ ਹੋ ਗਿਆ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹੈ ਕਿ ਜੇ ਮੈਂ ਇਸ ਰੇਡੀਓ ਤੇ ਆਊਂਗਾ ਇਹ ਐਡ ਬੰਦ ਹੋਊਗੀ ਤਾਂ ਹੀ ਆਊਂਗਾ। ਵੀ ਇਹ ਹੁਣ ਹਾਲਾਤ ਦੇਖ ਕੇ ਵੀਰ ਜੀ ਸਾਰੇ ਜਣੇ ਮੰਨ ਲਓ ਕਿ ਮੈਂ ਇਹ ਐਪਰੀਸ਼ੀਏਟ ਹੀ ਕਰਦਾ ਕਿ ਇਹਦੇ ਬਾਰੇ ਕੋਈ ਟੀਕਾ ਟਿੱਪਣੀ ਇਸ ਐਡ ਦੇ ਨਾਲ ਕੀਤੀ ਜਾਵੇ। ਧੰਨਵਾਦ ਜੀ। ਆਪਾਂ ਇੱਕ ਖਬਰ ਹੋਰ ਲੈ ਲਈ ਜੀ, ਕਾਲਰ ਜੁੜੇ ਆਪਣੇ ਨਾਲ। ਹਾਂਜੀ 9431 ਸਵਾਗਤ ਹੈ ਵੀਰ ਬਾਈ ਜੀ, ਸਤਿ ਸ੍ਰੀ ਅਕਾਲ ਬਾਈ। ਮੇਰੇ ਦੋਨੇ ਹੀ ਬੋਲ ਗਏ ਤੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਅਸੀਂ ਇੱਕ ਦਿਹਾੜੀ ਤੁਹਾਡੇ ਲਈ ਲਾ ਦਿਆਂਗੇ ਕੰਮ ਕਰਕੇ, ਜਿੱਦਾਂ ਸਾਨੂੰ ਇੱਕ ਦਿਹਾੜੀ ਦਾ ਬਣੂ ਅਸੀਂ ਤੁਹਾਨੂੰ ਪੇ ਕਰ ਦਿਆਂਗੇ ਵੀ ਤੁਸੀਂ ਐਡ ਨਾ ਲਾਓ। ਜੇ ਹੁਣ ਐਡ ਤੋਂ ਬਿਨਾਂ ਕੋਈ ਚੱਲਦਾ ਕੰਮ? ਬਿਲਕੁਲ ਨਹੀਂ ਚੱਲਦਾ ਵੀਰ। ਮੈਂ ਤਾਂ ਸੁਣਿਆ ਨਹੀਂ ਵੀ ਐਡ ਕਿਹੜੀ ਸੀ, ਕੋਈ ਵੀ ਐਡ ਹੈ। ਅਸੀਂ ਸਾਡਾ ਬਿਜ਼ਨਸ ਹੈ, ਅਸੀਂ ਕੰਮ ਕਰਦੇ ਹਾਂ, ਸਾਨੂੰ ਉੱਥੇ ਕੰਮ ਹੀ ਨਾ ਮਿਲੇ ਤੇ ਘਰ ਨੂੰ ਆ ਜਾਈਏ ਬਿੱਲ ਭਰ ਦਾਂਗੇ ਜੀ। ਸੋ ਇਸ ਕਰਕੇ ਬਾਈ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਅਸੀਂ ਇੱਕ ਦਿਹਾੜੀ ਦੇ ਪੈਸੇ ਤੁਹਾਨੂੰ ਭੇਜ ਦਾਂਗੇ। ਜੀ ਜੀ ਬਿਲਕੁਲ ਜੀ ਬਿਲਕੁਲ। ਨਹੀਂ ਐ ਨਹੀਂ ਕੰਮ ਚੱਲਦਾ। ਇਹ ਐਪਰੀਸ਼ੀਏਟ ਕਰੋ ਜਿਹੜੇ ਬੰਦੇ ਕੰਮ ਕਰਦੇ। ਦੇਖੋ ਵੀਰ ਕਿੰਨੀ ਮਿਹਨਤ ਕਰਦੇ ਆ। ਹੁਣ ਹਰਜਿੰਦਰ ਸਿੰਘ ਧਰੋਵਾ ਜੇ 40-50 ਖਬਰਾਂ ਹੁੰਦੀਆਂ ਵੀਰ, ਕਿੰਨਾ ਟਾਈਮ ਲੱਗਦਾ, ਕਿੰਨੀ ਮਿਹਨਤ ਕਰਕੇ ਲਿਆਉਂਦੇ, ਕਿਤੇ ਛੋਟੀ ਮੋਟੀ ਗੱਲ ਥੋੜੋ ਹੈ ਭਾਈ ਜੀ। ਕੋਈ ਵੀ ਕੰਮ ਮਿਹਨਤ ਤੋਂ ਬਿਨਾਂ ਜਿਸ ਨਾਲ ਲੱਗ ਗਿਆ ਕੰਮ ਉਹ ਮਿਹਨਤ ਨਾਲ ਹੀ ਹੁੰਦਾ। ਕਿਤੋਂ ਇਕੱਠਾ ਕਰਦੇ ਆ, ਕਿਤੋਂ ਕੰਮ ਕਰਦੇ ਆ, ਕਿਤੋਂ ਤੁਸੀਂ ਘੰਟਾ ਪਹਿਲਾਂ ਆ ਕੇ ਇਹਨੂੰ ਤਿਆਰ ਕਰਦੇ ਆ ਵੀ ਕੋਈ ਆਵਾਜ਼ ਨਾ ਰੁਕ ਜੇ। ਸੋ ਇਹ ਚੰਗੀ ਗੱਲ ਨਹੀਂ ਮੇਰੇ ਭਾਈਆਂ ਦੀ ਜਿਹੜੇ ਕਹਿੰਦੇ ਐਡ ਬੰਦ ਕਰੋ। ਜੀ ਧੰਨਵਾਦ ਵੀਰ ਜੀ, ਧੰਨਵਾਦ। ਥੈਂਕ ਯੂ ਬਾਈ ਜੀ, ਧੰਨਵਾਦ ਜੀ। ਧੰਨਵਾਦ ਹਰਜਿੰਦਰ ਸਿੰਘ ਧਰੋਵਾ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹਾਂਜੀ ਠੀਕ ਹੈ ਚੰਦੀ ਸਾਹਿਬ, ਸਾਰਿਆਂ ਨੂੰ ਦੋਵੇਂ ਜੁੜ ਕੇ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹ ਪ੍ਰੋਗਰਾਮ ਜਿਹੜਾ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਹੈ, ਤੁਹਾਡਾ ਹੀ ਪ੍ਰੋਗਰਾਮ ਹੈ ਜੀ। ਇਸ ਲੋਕਲ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦਿੱਤਾ ਜੀ G&G ਟਰੱਕਿੰਗ ਸੋਲਿਊਸ਼ਨ ਨੇ। ਤੁਸੀਂ ਅਥਾਰਟੀਆਂ CVR IFTA US ਡਾਟ ਲੈਣਾ ਚਾਹੁੰਦੇ ਹੋ ਜਾਂ ਡਰੱਗ ਟੈਸਟ ਕਰਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਟਰੱਕਾਂ ਦੀ ਇੰਸ਼ੋਰੈਂਸ ਜ਼ਿਆਦਾ ਵੱਧ ਜਾਂਦੀ ਹੈ, ਪੁਆਇੰਟ ਉੱਡ ਜਾਂਦੇ ਆ CVR ਦੇ, ਉਹਨਾਂ ਨੂੰ ਸੇਵ ਕਿੱਦਾਂ ਕਰਨਾ, ਤੇ ਕਾਲ ਕਰ ਸਕਦੇ ਹੋ 905 461 2525 ਤੇ ਤਨਵੀਰ ਢੱਡਾ ਹੋਣਾ ਨੂੰ। ਮੌਂਟਰੀਅਲ ਦੇ ਵਿੱਚ IPTV ਬਾਕਸ ਲਵਾਉਣਾ ਜੀ 514 566 0055। ਤਾਜ਼ਾ ਸਵਾਦ ਵਾਲਾ ਖਾਣਾ ਖਾਣਾ ਜੀ ਬਾਬਾ ਢਾਬਾ 255 ਰਦਰਫੋਰਡ ਰੋਡ ਸਾਊਥ ਬਰੈਂਪਟਨ ਦੇ ਵਿੱਚ। ਤੇ ਤੁਸੀਂ ਘਰ ਖਰੀਦਣਾ ਜਾਂ ਵੇਚਣਾ, ਰੀਮੈਕਸ ਰਿਐਲਿਟੀ ਨਾਲ ਕੰਮ ਕਰਦੇ ਜੀ ਪੰਕਜ ਸਪਰਾ ਹੋਣੀ। 416 722 2385 ਤੇ ਕਾਲ ਕੀਤੀ ਜਾ ਸਕਦੀ ਹੈ ਜੀ।
ਕੋਈ ਤੁਸੀਂ ਗੈਸ ਸਟੇਸ਼ਨ ਵੀ ਲੈਣਾ ਤੇ ਕੋਈ ਪਾਰਕਿੰਗ ਲਾਟ ਲੈਣੀ ਹੈ ਤਾਂ ਕਾਲ ਜ਼ਰੂਰ ਕਰਿਆ ਕਰੋ, ਕਿਉਂਕਿ ਪ੍ਰੋਪਰ ਤੁਹਾਨੂੰ ਗਾਈਡ ਕਰਦੇ ਆ। ਇਸ ਟਾਈਮ ਲੋਕਡਾਊਨ ਲੱਗਾ ਜੀ, ਅਤੇ ਉਹ ਨਾਲ ਵਰਚੁਅਲ ਜਿਹੜਾ ਤੁਹਾਨੂੰ ਵੀਡੀਓ ਕਾਨਫਰੰਸ ਰਾਹੀਂ ਸਾਰਾ ਕੁਛ ਦੱਸ ਦਿੰਦੇ ਆ ਜੀ। ਅਤੇ ਬੈਸਟ ਕੁਆਲਿਟੀ ਦੇ ਵਿੱਚ ਫਰਨੀਚਰ ਖਰੀਦਣਾ ਸਟੀਫਨ ਫਰਨੀਚਰ ਵਾਲੇ 905 790 0560 2 ਲੋਕੇਸ਼ਨਾਂ ਤੋਂ ਸਰਵ ਕਰਦੇ ਆ। ਜਸਵੀਰ ਵੀਰ ਜੀ ਉਹਨਾਂ ਨੂੰ ਕਾਲ ਕਰ ਲਓ। ਘਰ ਵਾਲਾ ਫੋਨ ਲਵਾਉਣਾ ਤੁਸੀਂ ਪੂਰੇ ਕੈਨੇਡਾ ਦੇ ਵਿੱਚ ਕਿਤੇ ਵੀ ਲਵਾ ਸਕਦੇ ਹੋ। ਓਮਾ ਫੋਨ $14.28 ਦੇ ਵਿੱਚ 60 ਕੰਟਰੀਆਂ ਨੂੰ ਕਾਲ ਕਰ ਸਕਦੇ ਹੋ। ਆਪਣੇ 3 ਸੈੱਲਫੋਨ ਦੇ ਉੱਪਰ ਵੀ ਐਪ ਡਾਊਨਲੋਡ ਕਰਕੇ ਤੁਸੀਂ ਫ੍ਰੀ ਸੇਵਾ ਜਿਹੜੀ ਇਹ ਫ੍ਰੀ ਫੋਨ ਪੂਰੀ 60 ਕੰਟਰੀਆਂ ਨੂੰ ਕਰ ਸਕਦੇ ਹੋ। ਕਾਲ ਕਰ ਲਓ ਪ੍ਰਿਆ ਜੀ ਨੂੰ 647 649 4000 647 649 4000 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਲੈਂਦੇ ਇੱਕ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ, ਤੇ ਉਸ ਤੋਂ ਬਾਅਦ ਆਪਾਂ ਭਾਰਤ ਤੋਂ ਆਪਣੇ ਗੈਸਟ ਗੁਰਨਾਮ ਸਿੰਘ ਚੜੂਨੀ ਦੇ ਨਾਲ ਜੁੜਦੇ ਹਾਂ ਜੀ। ਕੀ ਗੱਲ ਅੰਕਲ ਜੀ, ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉੱਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। ਜੀ ਹਾਂ, ਜੋਤਿਸ਼ ਗੁਰੂ ਬਲਦੇਵ ਸਿੰਘ ਜੋ ਮਹਾਦਸ਼ਾ, ਅੰਤਰਦਸ਼ਾ, ਨਜ਼ਰ ਦੋਸ਼, ਵਾਸਤੂ, ਗੰਡਮੂਲ ਦੋਸ਼, ਘਰੇਲੂ ਕਲੇਸ਼, ਜਾਦੂ ਟੋਣਾ, ਪਤੀ ਪਤਨੀ ਦਾ ਝਗੜਾ, ਤਲਾਕ ਦੀ ਨੌਬਤ ਆਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਕਹਿਣੇ ਤੋਂ ਬਾਹਰ ਹੋਣਾ, ਵਿਆਹ 'ਚ ਦੇਰੀ, PR ਨਾ ਮਿਲਣਾ, ਬੈਂਡ ਘੱਟ ਆਉਣਾ, ਲੋਟਰੀ ਨਾ ਲੱਗਣਾ, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। ਅੱਜ ਹੀ ਕਾਲ ਕਰੋ 742704 7267 742 704 7267। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 647-786-2012 647 786 2012। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233 416-731-7710 416 731 7710 6 ਰੇ ਐਵੇਨਿਊ ਬ੍ਰੈਂਪਟਨ। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਹੋਏ ਹੋਏ ਓਹੋ, ਕਿੰਨੀ ਵਾਰ ਕਿਹਾ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡ ਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਤੁਸੀਂ ਲਿਸਨ ਲਾਈਵ ਨੰਬਰ ਮੰਗੇ ਜੀ। ਕੈਨੇਡਾ ਦਾ ਨੰਬਰ ਹੈ 905 670 1129 ਤੇ 905 670 1129। USA ਦਾ ਨੰਬਰ ਹੈ 641 793 6412 641 793 6412 ਤੇ UK ਦਾ ਨੰਬਰ ਹੈ ਜੀ, ਇੰਗਲੈਂਡ ਦੇ ਵਿੱਚ ਵੀ ਸੁਣ ਸਕਦੇ ਹੋ 330 606 98 27 ਤੇ। ਬਿਲਕੁਲ ਜੀ, ਆਪਣੇ ਨਾਲ ਜਿਹੜਾ ਇਸ ਟਾਈਮ ਭਾਰਤ ਤੋਂ ਗੁਰਨਾਮ ਸਿੰਘ ਚੜੂਨੀ, ਜਿਹੜੇ ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਆ ਜੀ, ਬੜੀ ਚੜ੍ਹਦੀ ਕਲਾ ਵਾਲੇ ਆ ਜੀ, ਤੇ ਆਪਣੇ ਨਾਲ ਜੁੜ ਚੁੱਕੇ। ਆਪਾਂ ਉਹਨਾਂ ਦਾ ਟੋਰਾਂਟੋ ਦੀ ਧਰਤੀ ਦੇ ਉੱਤੇ ਨਿੱਘਾ ਸਵਾਗਤ ਕਰਦੇ ਹਾਂ ਜੀ। ਸਰਦਾਰ ਗੁਰਨਾਮ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਸਿਹਤਾਂ ਪਰਿਵਾਰ ਕਿੱਦਾਂ ਜੀ, ਕਿਉਂਕਿ ਇਸ ਟਾਈਮ ਬੜਾ ਪ੍ਰਕੋਪ ਚੱਲ ਰਿਹਾ COVID-19 ਦਾ ਭਾਰਤ ਦੇ ਵਿੱਚ, ਤੇ ਕਿੱਦਾਂ ਸਾਰੇ ਠੀਕ ਆ ਜੀ? ਕਿਸਾਨਾਂ ਤੇ ਉਸ ਮਾਲਕ ਦੀ, ਉਸ ਪਰਵਰਦੀਗਾਰ ਦੀ ਵਿਸ਼ੇਸ਼ ਦਇਆ ਹੈ। 5 ਮਹੀਨੇ ਤੋਂ ਜ਼ਿਆਦਾ ਸਾਨੂੰ ਧਰਨਿਆਂ ਤੇ ਬੈਠਿਆਂ ਨੂੰ ਹੋ ਗਏ ਨੇ। 5-6 ਧਰਨੇ ਦਿੱਲੀ ਦੇ ਵਿੱਚ ਚੱਲ ਰਹੇ ਨੇ, ਜਿੱਥੇ ਲੱਖਾਂ ਦੀ ਗਿਣਤੀ ਵੀ ਹੋਈ ਹੈ, ਹਜ਼ਾਰਾਂ ਤੇ ਇੱਥੇ ਬੈਠੇ ਰਹਿੰਦੇ ਨੇ। ਪਰ ਅਜੇ ਤੱਕ ਇੱਕ ਵੀ ਕਰੋਨਾ ਦਾ ਮਰੀਜ਼, ਇੱਕ ਵੀ ਡੈਥ ਕਰੋਨਾ ਨਾਲ ਨਹੀਂ ਹੋਈ। ਇਸ ਅੰਦੋਲਨ ਤੇ ਉਸ ਮਾਲਕ ਦੀ, ਉਸ ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਹੈ। ਬਿਲਕੁਲ ਜੀ, ਪਰਮਾਤਮਾ ਕਿਰਪਾ ਬਣਾਈ ਰੱਖੇ। ਪਰ ਸਰਕਾਰ ਜਿਹੜੇ ਸਿੱਧੇ ਢੰਗ ਦੇ ਨਾਲ ਕਾਫੀ ਦਬਾਅ ਪਾ ਰਹੀ ਹੈ ਜੀ, ਤੇ ਕਈ ਆਵਾਜ਼ਾਂ ਵੀ ਉੱਠ ਰਹੀਆਂ ਕਈਆਂ ਦੇ ਵੱਲੋਂ ਵੀ, ਜਿਹੜਾ
ਕਿਸਾਨ ਜਥੇਬੰਦੀਆਂ ਨੇ ਪ੍ਰੋਗਰਾਮ ਲਿਖਿਆ ਸੀਗਾ ਪਾਰਲੀਮੈਂਟ ਨੂੰ ਘੇਰਨ ਦਾ। ਚਲੋ ਹੁਣ ਤਾਂ ਪੈਂਡੈਮਿਕ ਚੱਲ ਰਿਹਾ ਜੀ, ਖਤਰਾ ਵੀ ਬਹੁਤ ਜ਼ਿਆਦਾ ਆ, ਪਰ ਉਹਨੂੰ ਇੱਕ ਵਾਰੀ ਡਿਲੇ ਕਰ ਦਿੱਤਾ ਜੀ, ਉਹਨੂੰ ਰੋਕ ਦਿੱਤਾ ਵੀ ਕੈਂਸਲ ਕਰ ਦਿੱਤਾ, ਨਹੀਂ ਕਰਨਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਉਹਦੇ ਚ ਕਈ ਜਥੇਬੰਦੀਆਂ ਦੀ ਵਿੱਚ ਸਹਿਮਤੀ ਨਹੀਂ ਸੀ ਬਣੀ, ਅਲੱਗ-ਅਲੱਗ ਵਿਚਾਰ ਸੀ ਵੀ ਇਹ ਅੰਦੋਲਨ ਵਾਇਲਡ ਹੋ ਸਕਦਾ ਹੈ, ਕਈ ਤਰ੍ਹਾਂ ਦੇ ਲੋਕ ਉਹਦੇ ਚ ਸ਼ਾਮਿਲ ਹੋ ਕੇ ਕੋਈ ਗੜਬੜ ਕਰਾ ਸਕਦੇ ਨੇ, ਇਸ ਤਰ੍ਹਾਂ ਦੀਆਂ ਸ਼ੰਕਾ ਪਈਆਂ ਨੇ ਜਤਾਈ, ਤੇ ਉਹ ਫਿਰ ਸਹਿਮਤੀ ਨਹੀਂ ਬਣੀ ਤੇ ਉਹ ਫਿਰ ਆਖਿਰਕਾਰ ਰੱਦ ਕਰਨਾ ਪਿਆ। ਤੇ ਮੇਰਾ ਖਿਆਲ ਹੈ ਵੀ ਜੋ ਪ੍ਰਮਾਤਮਾ ਕਰਦਾ ਹੈ ਉਹ ਠੀਕ ਹੀ ਕਰਦਾ, ਕਿਉਂਕਿ ਅਸੀਂ ਜਿਹੜੀ ਤਰੀਕ ਦੇਣੀ ਸੀ ਉਹ 15 ਮਈ ਦੇ ਨੇੜੇ ਤੇੜੇ ਦੇਣੀ ਸੀ ਜੀ। ਤੇ ਪਰ ਅੱਜ ਦੇ ਟਾਈਮ ਜਿਹੜਾ ਕਰੋਨਾ ਜਿਸ ਤਰੀਕੇ ਨਾਲ ਇੱਕ ਹਊਆ ਖੜਾ ਹੋ ਗਿਆ ਸਾਰੇ ਦੇਸ਼ ਦੇ ਵਿੱਚ, ਤੇ ਸੱਜੇ ਖੱਬੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਜੀ, ਤੇ ਉਹਦੇ ਹਿਸਾਬ ਨਾਲ ਜੇ ਅਸੀਂ ਸੰਸਦ ਕੂਚ ਦਾ ਰੱਖਦੇ ਵੀ ਤਾਂ ਵੀ ਜਿਹੜਾ ਹੈ ਉਹਦਾ ਫਿਰ ਜਿਹੜੇ ਬੁੱਧੀਜੀਵੀ ਲੋਕ ਸੀ ਉਹਨਾਂ ਨੇ ਇਹ ਕਹਿਣਾ ਸੀ ਵੀ ਇਹ ਕਿਸਾਨਾਂ ਨੂੰ ਨਹੀਂ ਕਰਨਾ ਚਾਹੀਦਾ, ਇਸ ਟਾਈਮ ਦੇ ਵਿੱਚ ਕਰੋਨਾ ਫੈਲ ਰਿਹਾ ਹੈ, ਗਲਤ ਕਰ ਰਹੇ ਹੈ, ਤੇ ਇਹ ਉਂਗਲਾਂ ਸਾਡੇ ਤੋਂ ਉੱਠਣੀਆਂ ਸੀ ਜੀ। ਤੇ ਇਹ ਸਾਨੂੰ ਲੱਗਦਾ ਵੀ ਜੋ ਮਾਲਕ ਨੇ ਕੀਤਾ ਠੀਕ ਹੀ ਕੀਤਾ। ਬਿਲਕੁਲ ਜੀ, ਵਾਕਿਆ ਗੱਲ ਸਹੀ ਆ। ਇਹੀ ਉਮੀਦ ਸੀਗੀ, ਤੁਸੀਂ ਬੜੇ ਸੁਲਝੇ ਹੋਏ ਲੀਡਰ ਹੋ, ਗਾਹੇ ਵਗਾਹੇ ਤੁਸੀਂ ਨੁਕਤਾਚੀਨੀ ਵੀ ਕਰ ਦਿੰਦੇ ਹੋ, ਕਿਉਂਕਿ ਜਦੋਂ ਕੋਈ ਗਲਤ ਹੁੰਦਾ ਹੈ ਤਾਂ ਤੁਸੀਂ ਹਮੇਸ਼ਾ ਨਿਰਪੱਖ ਰਹਿੰਦੇ ਹੋ ਵੀ ਨਹੀਂ ਇਹ ਗੱਲ ਸਹੀ ਆ ਜਾਂ ਇਹ ਨਹੀਂ ਗਲਤ ਆ। ਤੁਸੀਂ ਹਮੇਸ਼ਾ ਅੱਜ ਵੀ ਜਿੱਦਾਂ ਕਹਿ ਦਿੱਤਾ ਵਾਕਿਆ ਉਂਗਲਾਂ ਚੱਕਣੀਆਂ ਸੀ, ਵਾਕਿਆ ਕੋਈ ਸ਼ਰਾਰਤੀ ਅਨਸਰ ਜੁੜ ਸਕਦੇ ਸੀ ਵਿੱਚ, ਕਿਉਂਕਿ ਜਿੰਨਾ ਕਿਸਾਨੀ ਸੰਘਰਸ਼ ਇਸ ਟਾਈਮ ਪੀਕ 'ਤੇ ਆ, ਭਾਰਤੀ ਸਰਕਾਰ ਨੇ, ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਜੀ, ਜਿਸ ਤਰ੍ਹਾਂ ਇਹ ਤਾਂ ਕਿਹਾ ਜਾਂਦਾ ਵੀ ਕਰੋਨਾ ਬਹੁਤ ਜ਼ਿਆਦਾ, ਪਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, 5 ਸਟੇਟਾਂ 'ਚ ਇਲੈਕਸ਼ਨ ਹੋ ਰਹੀ ਹੈ ਅਤੇ ਇਹਨਾਂ ਤਾਬੜ ਤੋੜ ਜਿਹੜੇ ਰੈਲੀਆਂ ਕੀਤੀਆਂ ਆ। ਜ਼ਿੰਮੇਵਾਰ ਤੇ ਚੋਣ ਕਮਿਸ਼ਨਰ ਦੇ ਨਾਲ ਨਾਲ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਦੋਨੇ ਵੀ ਆ। ਜਿਹੜਾ ਮਦਰਾਸ ਹਾਈ ਕੋਰਟ ਨੇ ਕਿਹਾ ਵੀ ਚੋਣ ਕਮਿਸ਼ਨਰ ਦੇ ਉੱਤੇ ਜਿਹੜਾ ਕਤਲ ਦਾ ਮੁਕੱਦਮਾ ਚੱਲਣਾ ਚਾਹੀਦਾ, ਤੇ ਮੁਕੱਦਮਾ ਤੇ ਫਿਰ ਪ੍ਰਧਾਨ ਮੰਤਰੀ ਤੇ। ਤੁਹਾਡੀ ਆਵਾਜ਼ ਕੱਟ ਰਹੀ ਹੈ, ਆਵਾਜ਼ ਨਹੀਂ ਸਮਝ ਆ ਰਹੀ। ਮੈਂ ਗੱਲ ਕਰ ਰਿਹਾ ਜੀ, ਜਿਸ ਤਰ੍ਹਾਂ ਇੰਨੇ ਰੈਲੀਆਂ ਕੀਤੀਆਂ 5 ਸਟੇਟਾਂ ਦੇ ਵਿੱਚ ਜਿੱਥੇ ਜਿੱਥੇ ਇਲੈਕਸ਼ਨ ਹੋਈ ਆ, ਤੇ ਮਦਰਾਸ ਹਾਈ ਕੋਰਟ ਨੇ ਕਿਹਾ ਜੀ ਵੀ ਚੋਣ ਕਮਿਸ਼ਨਰ ਤੇ ਜਿਹੜਾ ਮੁਕੱਦਮਾ ਚੱਲਣਾ ਚਾਹੀਦਾ ਆ, ਵੀ ਉੱਤੇ ਕਤਲ ਦਾ ਮੁਕੱਦਮਾ ਚੱਲਣਾ ਚਾਹੀਦਾ। ਇਹ ਤਾਂ ਮੁਕੱਦਮਾ ਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੇ ਵੀ ਚੱਲਣਾ ਚਾਹੀਦਾ, ਦੋਸ਼ੀ ਉਹ ਵੀ ਬਰਾਬਰ ਦੇ ਆ ਜੀ। ਨਹੀਂ, ਜੇ ਇਸ ਤਰ੍ਹਾਂ ਮੁਕੱਦਮੇ ਸਾਡੀ ਸਰਕਾਰ ਕਰਨ ਲੱਗ ਜੇ ਫਿਰ ਤੇ ਦੇਸ਼ ਬਚ ਜਾਏ ਜੀ। ਹੁਣ ਜੇ ਤੁਸੀਂ ਹਫ਼ਤਾ ਪਹਿਲਾਂ ਦੀ ਘਟਨਾ ਦੇਖੋ, ਜਿਹੜਾ ਇੱਕ ਖਬਰ ਆਈ ਕਿ ਵੀ ਦਿੱਲੀ ਦੇ ਵਿੱਚ ਆਕਸੀਜਨ ਦੀ ਕਮੀ ਹੋ ਗਈ ਹੈ ਤੇ ਕਾਫੀ ਡੈਥਾਂ ਇਸ ਕਰਕੇ ਹੋ ਗਿਆ ਨੇ, ਆਕਸੀਜਨ ਨਹੀਂ ਮਿਲੀ ਤੇ ਕਿਸਾਨਾਂ ਕਰਕੇ ਆਕਸੀਜਨ ਨਹੀਂ ਪਹੁੰਚ ਪਾਈ, ਇਹ ਸਾਡੇ ਤੇ ਦੋਸ਼ ਲਾਇਆ ਜੀ। ਪਰ ਅਸੀਂ ਜਵਾਬ ਦਿੱਤਾ ਵੀ ਕੋਈ ਇੱਕ ਗੱਡੀ ਆਕਸੀਜਨ ਦੀ ਕਿਤੇ ਰੁਕੀ ਹੋਵੇ, ਕਿਤੇ ਖੜੀ ਹੋਏ, ਕੋਈ ਵੀਡੀਓ ਕੋਈ ਅਸੀਂ ਰੋਕੀ ਹੋਵੇ ਸਾਨੂੰ ਦੱਸੋ, ਝੂਠੇ ਇਲਜ਼ਾਮ ਨਾ ਲਾਓ। ਤੇ ਉਸ ਤੋਂ ਅਗਲੇ ਦਿਨ ਜਿਹੜਾ ਆંકੜਾ ਨਿਕਲ ਕੇ ਸਾਹਮਣੇ ਆਇਆ, ਜਿਹੜੀ ਖਬਰ ਆਈ, ਉਹ ਆંકੜਾ ਇਹ ਆਇਆ ਕਿ ਵੀ ਜਿੰਨੀ ਆਕਸੀਜਨ ਹਰਿਆਣਾ ਨੇ ਦਿੱਲੀ ਨੂੰ ਦੇਣੀ ਸੀ ਉਸ ਤੋਂ ਅੱਧੀ ਆਕਸੀਜਨ ਸਪਲਾਈ ਕੀਤੀ ਇਹਨਾਂ ਨੇ, ਜਾਣਬੁੱਝ ਕੇ ਆਕਸੀਜਨ ਨਹੀਂ ਦਿੱਤੀ। ਤੇ ਉੱਥੇ 28 ਡੈਥਾਂ ਲਿਖੀਆਂ ਹੋਈਆਂ ਸੀ, ਜਿਹੜਾ ਖਬਰ ਦੇ ਵਿੱਚ ਵੀ 28 ਡੈਥਾਂ ਆਕਸੀਜਨ ਦੀ ਕਮੀ ਨਾਲ ਹੋ ਗਈਆਂ ਜੀ। ਤੇ ਹਰਿਆਣਾ ਸਰਕਾਰ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ। ਕਿਉਂ ਦਿੱਲੀ ਤੇ ਹਰਿਆਣੇ ਦੇ ਝਗੜੇ ਦੇ ਵਿੱਚ ਜਾਂ ਜਿਸ ਤਰ੍ਹਾਂ ਵੀ ਹੈ ਉਹ ਇੰਨੀ ਐਮਰਜੈਂਸੀ ਦੇ ਵਿੱਚ ਸਪਲਾਈ ਨਹੀਂ ਦਿੱਤੀ, ਆਖਰ ਕਿਉਂ? ਉਹਦਾ ਕੌਣ ਜ਼ਿੰਮੇਵਾਰ ਹੈ? ਉਹ ਜਿਹੜੇ ਲੋਕ ਮਰੇ ਨੇ ਬਿਨਾਂ ਆਕਸੀਜਨ ਤੋਂ। ਕਿ ਮੈਂ ਤੇ ਇਹ ਕਹਿਣਾ ਕਿ ਵੀ ਜਿੰਨੇ ਆਕਸੀਜਨ ਦੀ ਕਮੀ ਤੋਂ, ਹਸਪਤਾਲ ਦੀ ਕਮੀ ਤੋਂ, ਬੈੱਡਾਂ ਦੀ ਕਮੀ ਤੋਂ ਇਹ ਜਿੰਨੇ ਮਰਦੇ ਨੇ, ਇਹਨਾਂ ਦਾ ਮੁਕੱਦਮਾ ਜਿਹੜਾ ਸਾਡੇ ਨੀਤੀਕਾਰ ਨੇ, ਸਾਡੇ ਅਧਿਕਾਰੀ ਨੇ, ਉਹਨਾਂ ਦਰਜ ਹੋਣਾ ਚਾਹੀਦਾ। ਕਿਉਂ ਨਹੀਂ ਦਰਜ? ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਉਹਨਾਂ ਦੇ, ਜਿਹੜੇ ਇੰਨੇ 1 ਸਾਲ ਹੋ ਗਿਆ ਕੋਵਿਡ ਨੂੰ, 1 ਸਾਲ ਦੇ ਵਿੱਚ ਜਿਹੜੇ ਆਕਸੀਜਨ ਨਹੀਂ ਪੈਦਾ ਕਰ ਸਕੇ, ਬਿਲਕੁਲ ਛੋਟੀ ਜਿਹੀ ਚੀਜ਼ ਆਕਸੀਜਨ ਨਹੀਂ ਪੈਦਾ ਕਰ ਸਕੇ, ਜਿਹੜੇ ਬੈੱਡ ਨਹੀਂ ਉਪਲਬਧ ਕਰਾ ਸਕੇ, ਕੀ ਅਧਿਕਾਰ ਸਰਕਾਰ ਨੂੰ ਸੱਤਾ ਦੇ ਵਿੱਚ ਰਹਿਣ ਦਾ? ਕਿਉਂ ਨਹੀਂ ਮੁਕੱਦਮਾ ਦਰਜ ਹੋਣਾ ਚਾਹੀਦਾ ਉਹ ਇੱਥੇ? ਕਾਹਦੇ ਵਾਸਤੇ ਬਣੇ ਨੇ? ਕਾਹਦੀ ਕੌਣ ਤਨਖਾਹ ਦੇ ਰਹੇ ਨੇ? ਦੇਸ਼ ਦਾ ਪੈਸਾ ਲੁਟਾ ਰਹੇ ਨੇ ਜੀ। ਬਿਲਕੁਲ ਜੀ, ਆਪਾਂ ਕਾਲਰਾਂ ਨਾਲ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਇਸ ਟਾਈਮ ਕਿਸਾਨੀ ਸੰਘਰਸ਼ ਦਾ ਕਿਸ ਤਰ੍ਹਾਂ ਜੀ, ਕਿੱਥੇ ਕੁ ਤੱਕ ਪਹੁੰਚਿਆ ਹੋਇਆ, ਕੋਈ ਸੰਭਾਵਨਾ ਤੁਹਾਨੂੰ ਲੱਗਦੀ ਹੈ? ਕਿਉਂਕਿ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਹੈਲੋ ਹਾਂਜੀ ਹਾਂਜੀ, ਮੈਂ ਕਿਹਾ ਜੀ ਇਸ ਟਾਈਮ ਜਿਹੜਾ ਸੰਘਰਸ਼ ਆ ਉਹ ਕਿੱਥੋਂ ਕੁ ਤੱਕ ਪਹੁੰਚਣ ਦੀ ਸੰਭਾਵਨਾ? ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ਹਾਲੇ ਤੱਕ ਜੀ। ਸਰਕਾਰ ਜਿਹੜੀ ਹੈ ਉਹ ਹੱਟ ਧਰਮੀ ਤੇ ਆ ਗਈ, ਤੇ ਹੱਟ ਧਰਮੀ ਜਿਹੜੀ ਹੈ ਰਾਜ ਹੱਟ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਰਾਜ ਹੱਟ ਨਾ ਤੇ ਦੇਸ਼ ਵਾਸਤੇ ਚੰਗਾ ਹੁੰਦਾ ਹੈ, ਨਾ
ਉਸ ਵਾਸਤੇ ਉਹਦੇ ਆਪਣੇ ਪਰਿਵਾਰ ਵਾਸਤੇ, ਉਹਦੀ ਆਪਣੀ ਪਾਰਟੀ ਵਾਸਤੇ ਚੰਗਾ ਹੁੰਦਾ ਜੀ। ਜੇ ਆਪਾਂ ਉਦਾਹਰਨ ਲਈਏ, ਆਪਾਂ ਮਹਾਭਾਰਤ ਦਾ ਦੁਰਯੋਧਨ ਦਾ ਉਦਾਹਰਨ ਲਈਏ, ਆਪਾਂ ਉਦਾਹਰਨ ਲਈਏ ਰਾਵਣ ਦਾ ਉਦਾਹਰਨ ਲਈਏ ਜੀ, ਇਹ ਰਾਜ ਆ ਇਹਨਾਂ ਨੇ ਅਪਣਾਇਆ, ਗੱਲ ਨਹੀਂ ਮੰਨੀ, ਸਮਝਾਉਣ ਤੋਂ ਬਾਅਦ ਵੀ ਨਹੀਂ ਮੰਨੀ। ਉਸ ਰਾਜ ਹੱਥ ਦਾ ਨਤੀਜਾ ਕੀ ਆਇਆ ਜੀ? ਰਾਜ ਵੀ ਗਿਆ ਤੇ ਪਰਿਵਾਰ ਵੀ ਗਿਆ। ਬਿਲਕੁਲ। ਤੇ ਇਹੋ ਹੀ ਬੀਜੇਪੀ ਦੇ ਨਾਲ ਹੋਣੀ ਹੈ। ਇਹ ਹਠੀ ਰਾਜਾ ਹੈ, ਤਬਾਹ ਕਰਕੇ ਜਾਏਗਾ। ਇਹ ਰਾਜ ਵੀ ਤਬਾਹ ਕਰੇਗਾ ਤੇ ਇਹ ਜਿਹੜਾ ਹੈ ਆਪਣੀ ਪਾਰਟੀ ਨੂੰ ਵੀ ਤਬਾਹ ਕਰੇਗਾ। ਬਿਲਕੁਲ ਜੀ, ਬਿਲਕੁਲ। ਅਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ ਨਾਲ ਕਾਲਾਂ ਵੀ ਲੈ ਲਈਏ ਜੀ। ਜੀ ਹਾਂਜੀ ਬਿਲਕੁਲ ਜੀ। ਆਪਾਂ ਚੱਲਦੇ ਜੀ ਕਾਲ ਤੇ। ਹਾਂਜੀ 3331 ਸਵਾਗਤ ਹੈ ਜੀ। ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹਾਂ ਜਹਦਾਰ ਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰਦਾਰ ਗੁਰਨਾਮ ਸਿੰਘ ਜੀ ਆਵਾਜ਼ ਨਹੀਂ ਆ ਰਹੀ ਤੁਹਾਨੂੰ ਜੀ? ਤੁਹਾਡੇ ਵੱਲੋਂ ਤੁਹਾਡੇ ਬੈਕ ਤੇ ਕੋਈ ਪ੍ਰੋਬਲਮ ਆ ਜੀ? ਚੈੱਕ ਕਰੋ ਮਾੜਾ ਜਿਹਾ। ਆਵਾਜ਼ ਕੱਟ ਰਹੀ ਹੈ। ਫਿਰ ਆਵਾਜ਼ ਨਹੀਂ ਹਾਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਉਹ ਸਵਾਲ ਪੁੱਛਣਾ ਚਾਹੁੰਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ। ਹਾਂ ਸਤਿ ਸ੍ਰੀ ਅਕਾਲ ਵੀਰ ਜੀ। ਦੇਖੋ ਭਾਜੀ ਆਪਣੇ ਹਰਿਆਣੇ ਵਾਲਿਆਂ ਨੇ ਨਾ ਛੋਟੇ ਭਾਈ ਬਣ ਕੇ ਦਿਖਾਇਆ, ਜਿਹਦਾ ਕਰਕੇ ਅੰਦੋਲਨ ਆਪਣੇ ਦਿੱਲੀ ਪਹੁੰਚਿਆ ਜੀ। ਨਹੀਂ ਤਾਂ ਅਦਰਵਾਈਜ਼ ਬਾਰਡਰ ਲੰਘਣੇ ਵੀ ਹਰਿਆਣੇ ਦੇ ਮੁਸ਼ਕਲ ਸੀਗਾ ਪੰਜਾਬ ਨੂੰ। ਤੇ ਇਹਦਾ ਸਾਰਾ ਸਿਰਾ ਤੁਹਾਨੂੰ ਜਾਂਦਾ ਵੀਰੇ। ਤੇ ਜਹਦਾਰ ਜੀ ਅੱਗੇ ਵੀ ਅਸੀਂ ਰਿਕੁਐਸਟ ਕਰਦੇ ਹੁੰਦੇ ਵੀ ਆਵਾਜ਼ ਨਹੀਂ ਆ ਰਹੀ। ਤੁਹਾਨੂੰ ਮੈਂ ਦੁਬਾਰਾ ਕੱਟ ਕੇ ਲਾਉਣਾ ਜੀ ਫੋਨ। ਮੈਂ ਕੱਟ ਕੇ ਲਾਉਣਾ ਜਿਹੜੀ ਆਵਾਜ਼ ਨਹੀਂ ਆ ਰਹੀ। ਏਦਾਂ ਹੀ ਵੀਰ ਜੀ ਹੋਲਡ ਰੱਖਣਾ ਪਲੀਜ਼ ਜੀ। ਹੋਲਡ ਰੱਖਿਓ ਜੀ। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਘਰ ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ ਯੂਐਸਏ ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। ਬਿਲਕੁਲ ਜੀ। ਬ੍ਰੇਕ ਤੋਂ ਬਾਅਦ ਫੇਰ ਸਾਰਿਆਂ ਦਾ ਸਵਾਗਤ ਹੈ। ਹਾਂਜੀ ਵੀਰ ਜੀ ਕੰਟੀਨਿਊ ਪਲੀਜ਼। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਰਦਾਰ ਗੁਰਨਾਮ ਸਿੰਘ ਜੀ ਆਵਾਜ਼ ਆ ਰਹੀ ਹੈ ਹੁਣ? ਜੀ ਆ ਰਹੀ ਹੈ ਪਰ ਕੱਟਦੀ ਹੈ ਵਿੱਚ ਵਿੱਚ ਨੂੰ। ਪਤਾ ਨਹੀਂ ਉਹ ਤੁਹਾਡੇ ਵੱਲੋਂ ਹੀ ਹੈ ਜੀ। ਸਾਡੇ ਵੱਲੋਂ ਤਾਂ ਬਹੁਤ ਕਲੀਅਰ ਆ ਰਹੀ ਹੈ। ਸਾਨੂੰ ਤੁਹਾਡੀ ਆਵਾਜ਼ ਵੀ ਠੀਕ ਆ ਰਹੀ ਹੈ। ਜੀ ਹਾਂਜੀ ਵੀਰ ਜੀ। ਹਾਂਜੀ ਵੀਰ ਜੀ ਆਪਣੇ ਅਸੀਂ ਰਿਕੁਐਸਟ ਕਰਦੇ ਸੀ ਵੀ ਆਪਣਾ ਨਾ ਪੰਜਾਬ ਹਰਿਆਣਾ ਛੋਟੇ ਭਾਈ ਵੱਡੇ ਭਾਈ ਬਣੇ ਔਰ ਉਹਦਾ ਤੁਸੀਂ ਪੂਰੇ ਨਿਭਾਇਆ, ਜਿਹਦਾ ਕਰਕੇ ਨਾ ਪੰਜਾਬ ਅੱਜ ਬਾਰਡਰ ਤੇ ਬੈਠਾ। ਉਹ ਤੁਹਾਡੀ ਵੀਰੇ ਸਿਹਰਾ ਤੁਹਾਨੂੰ ਜਾਂਦਾ। ਉਹ ਆਪਣਾ ਜੋ ਵੀ ਹੋਇਆ ਅੱਜ ਤੇ ਬਾਕੀ ਵੀਰੇ ਬੜੀ ਖੁਸ਼ੀ ਵਾਲੀ ਗੱਲ ਆ ਵੀ ਸ਼ਾਂਤਮਈ ਚੱਲਦਾ ਰਿਹਾ। 26 ਤਰੀਕ ਨੂੰ ਜ਼ਰੂਰ ਵੀਰੇ ਜਿਹੜਾ ਨੁਕਸਾਨ ਹੋਇਆ ਉਹਦਾ ਸਾਨੂੰ ਭੁਗਤਣਾ ਪਿਆ ਹਰਜਾਨਾ ਵੀਰ ਜੀ। ਜੀ ਤੇ ਜਿਹੜਾ ਤੁਸੀਂ ਸੰਸਦ ਨਹੀਂ ਘੇਰਨੀ ਬਹੁਤ ਚੰਗਾ ਸਟੈਂਡ ਵਾ, ਕਿਉਂਕਿ ਜਿਹੜੇ ਸ਼ਰਾਰਤੀ ਅੰਸਰ ਹੈ ਨਾ ਤੁਹਾਡੇ ਵਿੱਚ ਦਾਖਲ ਉਹਨਾਂ ਨੇ ਕਰ ਦਿੱਤੇ ਆ ਜੀ। ਉਹਨਾਂ ਦੀ ਵੀਰੇ ਕੋਸ਼ਿਸ਼ ਇਹ ਸੀ ਕਿ ਤੁਸੀਂ ਇੱਥੋਂ ਇੱਕ ਵਾਰੀ ਉੱਠੋ ਤਾਂ ਉਹ ਆਪਣੀ ਸ਼ਰਾਰਤ ਕਰਨ ਤੇ ਜਿਹੜਾ 26 ਨੂੰ ਹੈਪਨ ਹੋਇਆ ਉਦੋਂ ਵੀ ਜ਼ਿਆਦਾ ਵੱਧ ਇਹਨਾਂ ਨੇ ਕਰਨਾ ਸੀਗਾ। ਤੇ ਜਿੰਨਾ ਵੀ ਤੁਸੀਂ ਸ਼ਾਂਤੀ ਪੂਰਵਕ ਇਹਨੂੰ ਰੱਖ ਸਕਦੇ ਆ ਰੱਖੋ ਜੀ। ਦੂਸਰਾ ਵੀਰੇ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣੇ ਮਨਾ ਰਹੇ ਆ 1 ਮਈ 2 ਮਈ ਨੂੰ ਆਪਣੇ ਉਹ ਸਟੇਜ ਦੀ ਤੁਸੀਂ ਵਰਤੋਂ ਦੁਰਵਰਤੋਂ ਨਾ ਹੋਣ ਦੇਣੀ, ਕਿਉਂਕਿ ਜਿਹੜੇ ਹੈ ਨਾ ਦਿੱਲੀ ਮੋਹਰੇ ਤੁਹਾਡੇ ਸਿੰਘੂ ਬਾਰਡਰ ਦੇ ਮੋਹਰੇ ਬਿਠਾਏ ਆ ਉਹ ਵੀ ਸ਼ਰਾਰਤੀ ਵਿੱਚ ਉਹਨਾਂ ਦੇ ਵਿੱਚ ਹੈਗੇ। ਉਹਨਾਂ ਦਾ ਕੰਮ ਇਹ ਆ ਵੀਰੇ ਕੋਈ ਸ਼ਰਾਰਤ ਕਰਨੀ ਔਰ ਪੋਲੀਟੀਕਲ ਪਾਰਟੀਆਂ ਵੀ ਜਿਹੜੀਆਂ ਇੰਡੀਆ ਦੀਆਂ ਉਹ ਵੀ ਚਾਹੁੰਦੀਆਂ ਨਹੀਂ ਉਹ ਵੀ ਤੁਸੀਂ ਕਾਮਯਾਬ ਤੁਹਾਡਾ ਇਹ ਜਿਹੜਾ ਮੋਰਚਾ ਲੱਗਾ ਹੋ ਜਾਏ ਕਿਸਾਨਾਂ ਦਾ। ਜੀ ਵੀਰੇ ਤੁਹਾਨੂੰ ਸੰਭਲ ਕੇ ਤੁਰਨਾ ਪੈਣਾ
ਔਰ ਉਸ ਦਿਨ ਵੀ ਹੈ ਨਾ ਸਟੇਜ ਤੇ ਹੋ ਸਕਦਾ ਗਲਤ ਬੰਦਿਆਂ ਨੂੰ ਉਹ ਸੱਦ ਕੇ, ਜਿਹੜੇ ਬੰਦਿਆਂ ਨੂੰ ਨਾ ਸ਼ਿੰਗਾਰ ਕੇ ਗਵਰਨਮੈਂਟ ਵੀ ਆਪਣੇ ਭੇਜ ਦਿੰਦੀ ਸ਼ਰਾਰਤੀਆਂ ਨੂੰ, ਉਹਨਾਂ ਨੂੰ ਮੋਹਰੇ ਲਿਆ ਕੇ ਉਹ ਸੋਪੇ ਪਾਉਣ, ਹੋਰ ਪਾਉਣ, ਉਹਦੇ 'ਚ ਤੁਹਾਡੀ ਵੀ ਆਪਣੇ ਨਾਕਾਮਯਾਬੀ ਹੋਊਗੀ। ਤੁਸੀਂ ਕੋਸ਼ਿਸ਼ ਕਰੋ ਕਿ ਜਿੰਨਾ ਵੀ ਇਹ ਸ਼ਰਾਰਤੀ ਅਨਸਰਾਂ ਤੋਂ ਵੱਖ ਰਹਿ ਸਕਦੇ, ਵੱਖ ਰਹਿਣ ਦੀ ਕੋਸ਼ਿਸ਼ ਕਰੋ ਵੀਰੇ, ਔਰ ਇਹਨੂੰ ਸ਼ਾਂਤਮਈ ਰੱਖੋ। ਔਰ ਕੋਈ ਸੰਸਦ ਘੇਰਨ ਦੀ ਜਾਂ ਹੋਰ ਕੋਈ ਦੀ ਤੁਹਾਨੂੰ ਕੋਈ ਲੋੜ ਨਹੀਂ ਗੀ। ਉੱਥੇ ਬੈਠਿਆਂ ਦਾ ਵੀਰੇ ਵਰਲਡ 'ਚ ਤੁਹਾਡਾ ਸ਼ਾਂਤਮਈ ਦਾ ਕਰਕੇ ਨਾ ਆਦਰਵਾ ਅੰਦੋਲਨ ਬੜਾ ਚੰਗੀ ਤਰ੍ਹਾਂ ਚੱਲ ਰਿਹਾ। ਸਾਡੀ ਇਹ ਰਿਕੁਐਸਟ ਆ ਵੀਰ ਜੀ। ਔਰ ਬਾਕੀ ਜੋ ਤੁਸੀਂ ਕੀਤਾ ਪੰਜਾਬ ਵਾਸਤੇ ਜਾਂ ਨਾ ਇੰਡੀਆ ਵਾਸਤੇ, ਕੀ ਇੰਟਰਨੈਸ਼ਨਲ ਤੌਰ ਤੇ ਭਾਜੀ ਤੁਹਾਡੀ ਇਹਦੇ 'ਚ ਪ੍ਰਸ਼ੰਸਾ, ਜੋ ਤੁਸੀਂ ਹਰਿਆਣੇ ਨੂੰ ਹੈ ਨਾ ਇੰਨਾ ਛੋਟਾ ਭਾਈ ਬਣਾ ਕੇ ਇਹਦੇ 'ਚ ਅੰਦੋਲਨ 'ਚ ਸਹਾਇਤਾ ਕੀਤੀ ਵੀਰ ਜੀ। ਥੈਂਕ ਯੂ, ਬਹੁਤ ਮਿਹਰਬਾਨੀ ਵੀਰ। ਸਰਦਾਰ ਗੁਰਨਾਮ ਸਿੰਘ ਜੀ ਬੜੇ ਵਧੀਆ ਵਿਚਾਰ ਦਿੱਤੇ ਵੀਰ ਨੇ, ਤੇ ਕਹਿੰਦੇ ਵੀ ਕੋਈ ਵਾਇਓਲੇਸ਼ਨ ਨਾ ਹੋਣ ਦਿਓ, ਸਟੇਜ ਦੇ ਉੱਤੇ ਜਿਹੜਾ ਕੰਟਰੋਲ ਆਪਣਾ ਰੱਖਿਓ ਜੀ। ਮੈਨੂੰ ਆਵਾਜ਼ ਪੂਰੀ ਤਰ੍ਹਾਂ ਸਮਝ ਨਹੀਂ ਆਈ, ਇਹ ਬਾतें ਕੱਟ ਕੇ ਆ ਰਹੀ ਹੈ, ਪਰ ਜਿੱਥੋਂ ਤੱਕ ਸਮਝ ਆਇਆ ਹੈ ਜੀ ਬਈ ਇਹ ਕਹਿ ਰਹੇ ਨੇ ਵੀ ਜਿਹੜਾ ਅੰਦੋਲਨ ਹੈ ਉਹਨੂੰ ਸ਼ਾਂਤਮਈ ਰੱਖਣਾ ਚਾਹੀਦਾ ਹੈ, ਗਲਤ ਲੋਕ ਉਹਦੇ 'ਚ ਸ਼ਾਮਿਲ ਹੋ ਸਕਦੇ ਨੇ, ਫੂਕ ਕੇ ਕਦਮ ਰੱਖਣਾ ਚਾਹੀਦਾ ਹੈ ਜੀ। ਤੇ ਅਸੀਂ ਬਿਲਕੁਲ ਉਹਦੇ ਤੇ ਬੜਾ ਗੰਭੀਰ ਆ ਕਿ ਵੀ ਗਲਤ ਲੋਕ ਕਿਸੇ ਤਰ੍ਹਾਂ ਵੀ ਸਾਡੇ ਅੰਦੋਲਨ ਦੇ ਵਿੱਚ ਸ਼ਾਮਲ ਨਾ ਹੋਣ, ਤੇ ਉਹ ਕਿਸੇ ਤਰ੍ਹਾਂ ਦੀ ਵੀ ਆ ਕੇ ਗੜਬੜ ਨਾ ਕਰ ਸਕਣ। ਉਸ ਚੀਜ਼ ਨੂੰ ਹਰ ਤਰ੍ਹਾਂ ਨਾਲ ਬੜੇ ਸੋਚ ਕੇ ਚੱਲਦੇ ਆ, ਤੇ ਉਹ ਚੀਜ਼ ਸਾਨੂੰ ਨੁਕਸਾਨ ਵੀ ਕਰ ਰਹੀ ਹੈ ਜੀ। ਜਿਵੇਂ ਫਰਜ਼ ਕਰੋ ਅਸੀਂ ਦਿੱਲੀ ਸੰਸਦ ਕੋਚ ਦਾ ਪ੍ਰੋਗਰਾਮ ਦਿਆ ਸੀ, ਪਰ ਉਸ ਤੇ ਜਿਹੜੇ ਵਿਚਾਰ ਆਏ ਫਿਰ ਬਾਅਦ ਦੇ ਵਿੱਚ ਕਈ ਜਥੇਬੰਦੀਆਂ ਨੇ ਬੜਾ ਆਬਜੈਕਸ਼ਨ ਕੀਤਾ। ਉਹਦੇ 'ਚ ਇੱਕ ਬੜੀ ਗੱਲ ਇਹ ਵੀ ਸੀ ਬਈ ਜਿਹੜੇ ਦੂਜੇ ਤਰ੍ਹਾਂ ਦੇ ਲੋਕ, ਗੜਬੜ ਕਰਨ ਵਾਲੇ ਲੋਕ ਸਾਡੇ ਵਿੱਚ ਤੇ ਪਿੱਛੇ ਜਿਵੇਂ 26 ਜਨਵਰੀ ਨੂੰ ਗੜਬੜ ਕੀਤੀ ਹੈ ਜੀ, ਤੇ ਇਸੇ ਤਰ੍ਹਾਂ ਅੱਗੇ ਵੀ ਉਹ ਕਰ ਸਕਦੇ ਨੇ। ਤੇ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਅੰਦੋਲਨ ਵਾਇਲਟ ਹੋ ਜਾਏਗਾ। ਜੇ ਵਾਇਲਟ ਹੋ ਜਾਏਗਾ ਤੇ ਉਹ ਅੰਦੋਲਨ ਟੁੱਟ ਜਾਂਦਾ ਹੈ, ਜ਼ਿਆਦਾ ਲੰਬਾ ਫਿਰ ਨਹੀਂ ਚੱਲਦਾ ਜੀ। ਤੇ ਉਹ ਸ਼ੰਕਾ ਕਈਆਂ ਨੇ ਜ਼ਾਹਿਰ ਕੀਤੀ ਸੀ, ਤੇ ਪਰ ਅਸੀਂ ਫਿਰ ਵੀ ਹਰ ਤਰ੍ਹਾਂ ਤੋਂ ਸੋਚ ਕੇ ਸਮਝ ਕੇ ਕਦਮ ਰੱਖ ਰਹੇ ਹਾਂ ਜੀ। ਤੇ ਇਹ ਅੰਦੋਲਨ ਜਿਹੜਾ ਹੈ ਮਤਲਬ ਇਸ ਢੰਗ ਨਾਲ ਹੀ ਚਲਾਇਆ ਜਾਏਗਾ ਕਿ ਸਰਕਾਰ ਨੂੰ ਮੰਨਣਾ ਵੀ ਪਵੇ, ਇਹ ਅੰਦੋਲਨ ਜਿਹੜਾ ਹੈ ਉਹ ਉਪਦਰਵੀ ਵੀ ਨਾ ਹੋਵੇ। ਬਿਲਕੁਲ ਜੀ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 9431 ਸਵਾਗਤ ਹੈ ਜੀ। ਬਾਈ ਜੀ ਗੁਰਨਾਮ ਸਿੰਘ ਸਤਿ ਸ੍ਰੀ ਅਕਾਲ। ਅਸੀਂ ਬਾਹਲੀ ਲੰਮੀ ਗੱਲ ਨਹੀਂ ਕਰਨੀ। ਇਹ ਜਿਹੜੇ ਕਾਲੇ ਕਾਨੂੰਨ ਹੈ ਸੈਂਟਰ ਦੇ ਅੰਡਰ ਹੈ ਜਾਂ ਪੰਜਾਬ ਦੇ? ਇਹ ਸੈਂਟਰ ਦੇ ਅੰਡਰ ਹੈ ਜੀ, ਪੰਜਾਬ ਸਰਕਾਰ ਦੇ ਅੰਡਰ ਨਹੀਂ ਹੈ। ਸੈਂਟਰ ਗਵਰਨਮੈਂਟ ਨੇ ਬਣਾਏ ਨੇ, ਸਾਰੇ ਦੇਸ਼ ਵਾਸਤੇ ਬਣੇ ਨੇ, ਇਕੱਲੇ ਪੰਜਾਬ ਵਾਸਤੇ ਨਹੀਂ ਹੈ ਜੀ। ਸਾਰੇ ਦੇਸ਼ ਵਾਸਤੇ ਬਣੇ ਤੇ ਸੈਂਟਰ ਗਵਰਨਮੈਂਟ ਨੇ ਬਣਾਏ ਨੇ। ਸਟੇਟ ਸਰਕਾਰ ਦੇ ਇਹਦੇ ਹੱਥ 'ਚ ਕੁਝ ਇਹਨਾਂ ਕਾਨੂੰਨਾਂ ਬਾਰੇ ਹੈ ਨਹੀਂ ਜੀ। ਧੰਨਵਾਦ, ਧੰਨਵਾਦ ਵੀਰ ਜੀ, ਧੰਨਵਾਦ ਜੀ। ਹਾਂਜੀ 8770 ਸਵਾਗਤ ਹੈ ਜੀ। ਹੈਲੋ ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਭੈਣ ਜੀ। ਇਹ ਭਾਜੀ ਉਹਨਾਂ ਨੂੰ ਪੁੱਛੋ ਜੇ ਗੌਰ ਸੈਂਟਰ ਨੇ ਬਣਾਏ ਆ ਕਾਲੇ ਕਾਨੂੰਨ ਤਾਂ ਫਿਰ ਕੱਢ ਟੁੱਟਣਗੇ ਇਹ ਜੀ। ਤੋੜਨ ਲਈ ਬੈਠੇ ਆ ਭੈਣ ਜੀ। ਦੇਖੋ ਹੁਣ ਤਾਂ ਮੋਦੀ ਤੇ ਡਿਪੈਂਡ ਆ ਵੀ ਕਦੋਂ ਮੰਨਦਾ ਆ, ਕਦੋਂ ਉੱਠਦਾ ਬੁੱਲ ਡਿੱਗਦਾ ਜੀ। ਬੈਠੇ ਤਾਂ ਆਸ ਦੇ ਨਾਲ ਹੀ ਆ ਸਾਰੇ। ਨਹੀਂ ਹੈਗੇ ਤਾਂ ਬੈਠੇ ਨੂੰ ਪੁੱਛਣਾ ਚਾਹੀਦਾ ਵੀ ਕੱਟ ਟੁੱਟਣਗੇ ਹਾਲੇ ਭੈਣ ਜੀ ਕੋਈ ਪਤਾ ਨਹੀਂ। ਚਲੋ ਪੁੱਛਦੇ ਆ ਜੀ। ਹਾਂਜੀ ਹਾਂਜੀ ਸਰਦਾਰ ਗੁਰਨਾਮ ਸਿੰਘ ਜੀ। ਇਹਦੇ 'ਚ ਮੈਂ ਇਹ ਕਹਾਂਗਾ ਕਿ ਸਾਡੇ ਗੁਰੂਆਂ ਨੇ ਜਿਹੜਾ ਕਿਹਾ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ। ਟਾਈਮ ਦੀ ਸੀਮਾ ਨਹੀਂ ਹੈ, ਪਰ ਜਦੋਂ ਤੱਕ ਅਸੀਂ ਜਿੱਤ ਨਹੀਂ ਜਾਂਦੇ ਉਦੋਂ ਤੱਕ ਅਸੀਂ ਉੱਠ ਕੇ ਨਹੀਂ ਜਾਣਾ, ਉਦੋਂ ਤੱਕ ਸਾਡੀ ਜੰਗ ਜਾਰੀ ਰਹੇਗੀ। ਬਿਲਕੁਲ ਜੀ। ਜੰਗ ਲੰਬੀ ਹੋ ਸਕਦੀ ਹੈ ਪਰ ਹਾਰਨਾ ਨਹੀਂ ਹੈ, ਹਾਰਨ ਦਾ ਕੋਈ ਸਵਾਲ ਵਿੱਚ ਨਹੀਂ ਹੈ। ਅਸੀਂ ਜਿੱਤ ਕੇ ਜਾਵਾਂਗੇ ਜਾਂ ਫਿਰ ਜਿਹੜਾ ਕੁਰਬਾਨੀ ਹੈ ਜਿਹੜਾ ਸਾਡੇ ਗੁਰੂਆਂ ਨੇ ਦੱਸਿਆ ਹੈ ਉਹ ਹੋਏਗਾ। ਨਿਸ਼ਚੈ ਕਰ ਆਪਣੀ ਜੀਤ ਕਰੋ। ਬਿਲਕੁਲ ਜੀ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 8902 ਸਵਾਗਤ ਹੈ ਜੀ। ਹਾਂਜੀ ਚੰਦੀ ਵੀਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਅੱਛਾ ਭਾਜੀ ਇੱਕ ਤਾਂ ਪਹਿਲਾਂ ਮੈਨੂੰ ਨੰਬਰ ਚਾਹੀਦਾ। ਇੱਕ ਤੁਹਾਡੇ ਕੋਲ ਲੇਡੀ ਡਾਕਟਰ ਆਉਂਦੇ ਹੁੰਦੇ ਆ ਆਯੁਰਵੇਦ ਦਾ ਕੁਛ, ਉਹਨਾਂ ਦਾ ਨੰਬਰ ਦੇ ਦੋਗੇ ਮੈਨੂੰ? ਹਾਂਜੀ ਦੇ ਦਿੰਦੇ ਜੀ। ਕੀ ਜਿਹੜੇ ਸਰੂਜਾ ਹੋਣੀ? ਹਾਂਜੀ 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 ਇੱਕ ਮਿੰਟ ਜੀ ਹੋਲਡ ਰੱਖਿਓ, ਮੈਂ ਇੱਦਾਂ ਹੁਣੇ ਦੇ ਦਿੰਦਾ ਜੀ। ਹਾਂਜੀ 647 ਹਾਂਜੀ ਵੀਰ 281 ਹਾਂਜੀ 2274 2274 ਠੀਕ ਆ ਭਾਜੀ। ਅੱਛਾ ਹਾਂਜੀ ਤੇ ਨੈਕਸਟ ਮੇਰਾ ਕੁਐਸਚਨ ਹੈ ਜੀ ਜੀ ਗੁਰਨਾਮ ਜੀ ਨੂੰ
ਕਿ ਜਿਹੜੀਆਂ ਹੁਣ ਤੱਕ ਆਪਣੇ ਉੱਥੇ ਮੋਰਚੇ ਦੇ ਵਿੱਚ ਸ਼ਹੀਦੀਆਂ ਹੋ ਚੁੱਕੀਆਂ ਜਾਂ ਡੈਥ ਹੋ ਚੁੱਕੀ ਹੈ, ਉਹਦਾ ਜ਼ਿੰਮੇਵਾਰ ਇਹ ਕਿਹਨੂੰ ਮੰਨਦੇ ਆ ਜੀ? ਜੀ ਧੰਨਵਾਦ ਜੀ। ਜੀ ਸਰਦਾਰ ਗੁਰਨਾਮ ਸਿੰਘ ਜੀ, ਦੇਖੋ ਕਿਹਨੂੰ ਜ਼ਿੰਮੇਵਾਰ ਮੰਨੀਏ, ਅਸਲੀ ਤਾਂ ਜ਼ਿੰਮੇਵਾਰ ਸਰਕਾਰ ਹੈ ਤੇ ਵੀ ਜਿਹੜੇ ਉਹਦੇ ਨਾਗਰਿਕ ਨੇ, ਜਿਹਦੀ ਜਨਤਾ ਸੜਕਾਂ ਤੇ ਪਈ ਹੋਵੇ ਠੰਡ ਦੇ ਵਿੱਚ, ਗਰਮੀ ਦੇ ਵਿੱਚ, ਇਹੋ ਜਿਹੀ ਬਿਮਾਰੀ ਦੇ ਵਿੱਚ, ਉਹ ਸਰਕਾਰ ਉਸ ਰਾਜਾ ਨੂੰ ਨੀਂਦ ਨਹੀਂ ਆਉਣੀ ਚਾਹੀਦੀ, ਉਸ ਸਰਕਾਰ ਨੂੰ ਨੀਂਦ ਨਹੀਂ ਆਉਣੀ ਚਾਹੀਦੀ। ਪਰ ਇੱਥੇ ਸਾਨੂੰ 5 ਮਹੀਨੇ ਪਿਆ ਨੂੰ ਹੋ ਗਏ ਤੇ 5 ਮਹੀਨਿਆਂ ਦੇ ਵਿੱਚ ਸਰਕਾਰ ਨੇ ਸਾਡੀ ਸੁੱਧ ਨਹੀਂ ਲਈ ਤੇ ਕਈ ਇੱਥੇ ਸੁਸਾਈਡ ਵੀ ਕਰ ਗਏ ਨੇ ਸਰਕਾਰ ਦੇ ਕਾਨੂੰਨਾਂ ਤੋਂ ਦੁਖੀ ਹੋ ਕੇ, ਜਾਂ ਇਹਨਾਂ ਕਿਸਾਨਾਂ ਦੀ ਹਾਲਤ ਦੇਖ ਕੇ ਦੁਖੀ ਹੋ ਕੇ ਵੀ ਇਹਨਾਂ ਦੁਖੀ ਲੋਕ ਪਏ ਨੇ ਤੇ ਸਰਕਾਰ ਜਿਹੜੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ, ਕਈ ਸੁਸਾਈਡ ਵੀ ਕਰ ਗਏ ਨੇ। ਇਹ 350 ਤੋਂ ਉੱਤੇ ਹੁਣ ਤੱਕ ਸ਼ਹੀਦੀਆਂ ਹੋ ਚੁੱਕੀਆਂ ਨੇ ਜੀ। ਇਹਦੇ ਜ਼ਿੰਮੇਵਾਰ ਜਿਹੜਾ ਮੋਦੀ ਸਰਕਾਰ ਹੈ ਤੇ ਉਹ ਨਹੀਂ ਅਸੀਂ ਜ਼ਿੰਮੇਵਾਰ ਮੰਨਦੇ ਜੀ। ਬਿਲਕੁਲ ਜੀ, ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 7141 ਸਵਾਗਤ ਹੈ ਵੀਰ। ਹੈਲੋ ਸਤਿ ਸ਼੍ਰੀ ਅਕਾਲ ਜੀ, ਟਾਂਡੀ ਮੰਗਦਾ ਬੋਲਦਾ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ ਜੀ। ਹਾਂਜੀ ਮੇਰਾ ਤਾਂ ਸਵਾਲ ਵੀ ਆ ਤੇ ਵਿਚਾਰ ਵੀ ਆ ਜੀ। ਜਿਹੜੀ 26 ਜਨਵਰੀ ਦੀ ਘਟਨਾ ਹੋਈ ਉਹਦੇ ਵਿੱਚ ਇਹਨਾਂ ਦਾ ਕਾਮਰੇਡਾਂ ਦਾ ਵੀ ਕਸੂਰ ਆ ਜੀ। ਜਿਹੜੇ ਮੋਰੇ ਨਾ ਰਾਜੋਵਾਲ ਸਾਹਿਬ ਜਾਂ ਮਤਲਬ ਜੋਗਿੰਦਰ ਸਿੰਘ ਵਰਗੇ, ਗਰਾਹਾਂ ਵਰਗੇ, ਇਹਨਾਂ ਨੇ ਸਰਕਾਰ ਨਾਲ ਮਿਲ ਕੇ ਰਣਨੀਤੀ ਜਿਹੜੀ ਤਿਆਰ ਕੀਤੀ ਸੀ ਵੀ ਇੱਥੋਂ ਦੀ ਜਾਣਾ ਜੀ। ਤੇ ਇਹ ਮਗਰੋਂ ਦੇਣੀ ਇਹਨੀ ਦੀਪ ਸਿੱਧੂ ਤਾਂ ਲੱਖੇ ਸਰਾਣੇ ਦਾ ਨਾਂ ਲਾਤਾ ਕਿ ਇਹ ਨਹੀਂ ਗਮਰਾਹ ਕੀਤਾ ਜੀ, ਇਹ ਨਹੀਂ ਉਹ ਕੀਤਾ। ਤਾਂ ਇਹਨਾਂ ਨੂੰ ਸਰਕਾਰ ਨਾਲ ਬਹਿ ਕੇ ਚੰਗੀ ਤਰ੍ਹਾਂ ਗੱਲਬਾਤ ਕਰਨੀ ਚਾਹੀਦੀ ਵੀ ਸਾਡੇ ਆਪ ਮੁਹਾਰੇ ਹੋ ਜਾਣਾ, ਇਹ ਸਾਡੇ ਕੋਲ ਕੁਛ ਨਹੀਂ ਹੁੰਦਾ। ਉਹਦੀ ਵਜ੍ਹਾ ਦੇ ਨਾਲੋਂ ਇਹ ਨਹੀਂ ਹੁਣ ਮੁੜ ਕੇ ਰਣਨੀਤੀ ਬਣਾਈ ਸੀਗੀ ਵੀ ਉੱਥੇ ਹੁਣ ਬਈ ਦਿੱਲੀ ਘੇਰਨੀ ਆ, ਹੁਣ ਫੇਰ ਮੁੜ ਕੇ ਫੇਰ ਉਸ ਤਰ੍ਹਾਂ ਤਾਂ ਲੱਗਦੇ ਤਾਂ ਇਹ ਆ ਵੀ ਗੌਰਮੈਂਟ ਦੇ ਨਾਲ ਇਹਨਾਂ ਦੀ ਗੱਲਬਾਤ ਚੱਲਦੀ ਆ ਤਾਂ ਇਹ ਫਿਰ ਪਿਛਾ ਨੂੰ ਹੋ ਜਾਂਦੇ, ਕਦੀ ਗਾਹ ਨੂੰ। ਹੁਣ ਇਹਨਾਂ ਦਾ ਜਿਹੜਾ ਕਦਮ ਆ ਨਾ ਉਹ ਡਰਪੋਕ ਕਿਸਮ ਦਾ ਕਦਮ ਆ ਜੀ। ਜਿੱਦਾਂ ਕਹਿ ਲਓ ਜਿੱਦਾਂ ਡਰਪੋਕ ਕਰਦੇ ਹੁੰਦੇ ਆ ਵੀ ਸਾਨੂੰ ਡਰ ਲੱਗਦਾ, ਤੇ ਨਹੀਂ ਫਿਰ ਉੱਥੇ ਬੈਠੇ ਰਹਿਣਾ। ਉੱਥੇ ਤਾਂ ਕਿਨਾਰਿਆਂ ਤੇ ਬੈਠੋ, ਰਹਿ ਕੇ ਜਦੋਂ ਝੁੱਗੀਆਂ ਬਣਾ ਲਓ। ਤੇ ਸਰਕਾਰ ਨੂੰ ਕੀ ਆ, ਲੋਕਾਂ ਨੂੰ ਕੀ ਆ, ਕੋਈ ਤੰਗੀ ਨਹੀਂ। ਜਿੰਨਾ ਚੱਕਰ ਸਾਰੇ ਰਾਹ ਨਹੀਂ ਰੋਕਦੇ ਦਿੱਲੀ ਦੇ, ਉਹਨਾਂ ਚੱਕਰ ਤਾਂ ਮਤਲਬ ਸਰਕਾਰ ਨੇ ਨਹੀਂ ਮੰਨਣਾ। ਮੋਦੀ ਨੂੰ ਕੀ ਆ, ਤੇ ਇਹਨਾਂ ਦੀ ਆਪਣੀ ਵੀ ਰਣਨੀਤੀ ਹੋਊਗੀ ਕਿ ਚੋਣਾਂ ਚੱਕਰ ਏਦਾਂ ਹੀ ਲੈ ਜਾਈਏ ਤੇ ਆਪਾਂ ਆਪਣੀ ਪਾਰਟੀ ਬਣਾਈਏ ਤੇ MP MLA ਬਣੀਏ ਤੇ ਨਵਜੋਤ ਸਿੱਧੂ ਨਾਲ ਗੱਲ ਕਰੀਏ। ਤੇ ਨਵਜੋਤ ਸਿੱਧੂ ਵੀ ਹੁਣ ਕਾਹਦੇ ਵੇਲੇ ਕਿੱਲੇ ਤੇ ਟੱਪਦਾ, ਮੈਨੂੰ ਲੱਗਦਾ ਕਿ ਇਹਨਾਂ ਦੇ ਸਿਰ ਤੇ ਟੱਪਦਾ। ਤੇ ਮਤਲਬ ਕਹਿਣ ਦਾ ਕਿ ਸਰਕਾਰ MP MLA ਬਣੀਏ। ਅੱਗੇ ਵੀ ਕਈਆਂ ਨੇ ਕੀਤਾ, ਬਾਦਲ ਨੇ ਵੀ ਏਦਾਂ ਹੀ MP MLA ਸਟਰਗਲਾਂ ਕਰਕੇ ਬਣ ਕੇ ਬਹਿ ਜਾਂਦੇ ਕੁਰਸੀਆਂ ਤੇ। ਲੋਕਾਂ ਨੂੰ ਭੇਡਾਂ ਬੱਕਰੀ ਬਣਾਇਆ, ਹੁਣ ਇਹ ਕਾਮਰੇਡ ਭੇਡਾਂ ਬੱਕਰੀਆਂ ਬਣਵਾ ਰਹੇ ਆ ਮੇਰੇ ਹਿਸਾਬ ਦੇ ਨਾਲ। ਤਾਂ ਇਹਨਾਂ ਨੂੰ ਚਾਹੀਦਾ ਵੀ ਮਤਲਬ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਤੇ ਉਦੋਂ ਇੰਨਾ ਹੀ ਕਹਿੰਦੇ ਵੀ ਦੀਪ ਸਿੱਧੂ ਤਾਂ ਲੱਖੇ ਸਿਧਾਣੇ ਦੇ ਹੱਕ ਦੇ ਵਿੱਚ ਗੱਲਾਂ ਕਹਿੰਦੇ ਨਹੀਂ, ਵਿਰੋਧ ਦੇ ਵਿੱਚ ਅਜੇ ਵੀ ਕਰੀ ਜਾਂਦੇ ਆ। ਹੁਣ ਖਾਲਿਸਤਾਨੀ ਆ ਗਏ ਆ, ਹੁਣ ਜੋਗਿੰਦਰ ਸਿੰਘ ਰਾਹਾਂ ਏਦਾਂ ਕਹਿ ਰਹੇ ਆ ਅਸੀਂ ਇੱਥੇ ਵੰਡ ਨਹੀਂ ਦੇਵਾਂਗੇ ਅੱਤਵਾਦੀਆਂ ਨੂੰ। ਏਦਾਂ ਦੇ ਬਿਆਨ ਇਹਨਾਂ ਨੂੰ ਦੇ ਕੇ ਅੰਦੋਲਨ ਨੂੰ ਇਹਨੀ ਫੇਲ ਕਰਾਉਣਾ। 3 ਮੇਰੇ ਕੁਐਸਚਨ ਹੈ ਇਹਨਾਂ ਦੇ ਕੋਲ ਵੀ ਢੰਗ ਤਰੀਕੇ ਦੇ ਨਾਲ ਚੱਲਿਆ ਜਾਵੇ, ਹੋ ਸਕਦਾ। ਤੇ ਇਹ ਜੇ ਉੱਥੇ ਬੈਠੇ ਰਹੇ ਨਹੀਂ, ਇਹ ਇਹਨਾਂ ਦਾ ਬਿਲਕੁਲ ਕਦਮ ਗਲਤ ਆ ਤੇ ਡਰਪੋਕ ਕਿਸਮ ਦਾ ਕਰਦਾ। ਇਹਨਾਂ ਨੂੰ ਜਾਣਾ ਚਾਹੀਦਾ। ਜੇ ਇਹਨੀ ਰਣਨੀਤੀ ਬਣਾਈ ਤੇ ਬਣਾਉਣੀ ਚਾਹੀਦੀ ਸੀਗੀ, ਫਿਰ ਪਿਛਾ ਨਹੀਂ ਮੁੜਦੇ ਹੁੰਦੇ ਜਥੇਦਾਰ। ਇਹ ਮੇਰਾ ਸਵਾਲ ਆ ਜੀ। ਸਤਿ ਸ਼੍ਰੀ ਅਕਾਲ ਜੀ। ਜਥੇਦਾਰ ਜੀ ਹੈਲੋ ਜੀ। ਸਰਦਾਰ ਗੁਰਨਾਮ ਸਿੰਘ ਜੀ ਸਵਾਲ ਪੁੱਛੇ ਜੀ ਤੁਹਾਡੇ ਕੋਲ 3 ਉਹਨਾਂ ਨੇ ਜੀ। 3 ਸਵਾਲ ਤਾਂ ਮੈਨੂੰ ਸਮਝ ਨਹੀਂ ਆਈ ਪਿਛਲੀ ਗੱਲਾਂ ਇਹਦੇ, ਪਰ ਜਿਹੜੀ ਪਹਿਲਾਂ ਗੱਲਾਂ ਇਹਨਾਂ ਨੇ ਕਹੀਆਂ ਨੇ ਕਿ ਵੀ ਮਤਲਬ ਬਾਕੀ ਗੱਲ ਸਮਝ ਨਹੀਂ ਆਈ, ਪਰ ਜਿਹੜੀ ਪਹਿਲਾਂ ਕਿਹਾ ਵੀ ਇਹਨਾਂ ਦਾ ਕਸੂਰ ਹੈ ਜੀ, ਕਾਮਰੇਡ ਨੇ ਆ ਜੋ ਰਾਜੇਵਾਲ ਹੈ, ਆ ਜੋਗਿੰਦਰ ਗਰਾਹਾਂ ਹੈ, ਜੋ ਵੀ ਕਹਿ ਲਓ ਇਹਨੂੰ ਮਤਲਬ ਗੁਰੂ ਕਹਿੰਦੇ ਵੀ ਜਿਹੜੀ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦਾ ਕਸੂਰ ਇਹਨਾਂ ਨੇ ਦੱਸਿਆ ਉਹਦੇ ਚ ਜਿਹੜੇ 26 ਜਨਵਰੀ ਵਾਲਾ ਮੈਟਰ ਸੀ। ਉਹ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਜੀ। ਉਹ ਸਾਡਾ ਕਸੂਰ ਸੀ ਵੀ ਅਸੀਂ ਜਿਹੜਾ ਰੂਟ ਹੈ ਉਹ ਲੋਕਾਂ ਦੀ ਭਾਵਨਾ ਮੁਤਾਬਕ ਨਹੀਂ ਲਿਆ ਜੀ। ਅਸੀਂ ਉਹਨਾਂ ਤੋਂ ਰੂਟ ਜਿਹੜਾ ਹੈ ਮੰਗਿਆ ਹੈ, ਅਸੀਂ ਉਹਨਾਂ ਨੂੰ ਕਿਹਾ ਨਹੀਂ, ਦੱਸਿਆ ਨਹੀਂ ਵੀ ਅਸੀਂ ਇਸ ਰੂਟ ਨੂੰ ਜਾਣਾ, ਅਸੀਂ ਜਾਵਾਂਗੇ, ਤੁਸੀਂ ਆਪਣਾ ਇੰਤਜ਼ਾਮ ਕਰੋ ਭਾਵੇਂ ਨਾ ਕਰੋ, ਸਾਡਾ ਇਹ ਰੂਟ ਰਹੇਗਾ। ਸਾਨੂੰ ਇਹ ਕਹਿਣਾ ਚਾਹੀਦਾ ਸੀ ਜੀ।
ਇਹ ਕਹਿਣ ਦੀ ਬਜਾਏ ਅਸੀਂ ਇਹ ਕਿਹਾ ਜੀ ਦੱਸੋ ਕਿਹੜੇ ਰੂਟ ਤੇ ਜਾਈਏ, ਉਹਨਾਂ ਦੱਸਿਆ ਜੀ ਇਸ ਰੂਟ ਨੂੰ ਵਗ ਜਾਓ, ਉਸ ਰੂਟ ਨੂੰ ਵਗ ਜਾਓ। ਜਿਹੜਾ ਉਹਦੇ ਸਾਡੀ ਬਿਲਕੁਲ ਜਿੰਨਾ ਕਸੂਰ ਲੱਖੇ ਸਿਧਾਣੇ ਉਹਨਾਂ ਦਾ ਹੈ, ਉਸ ਤੋਂ ਜ਼ਿਆਦਾ ਕਸੂਰ ਇਹਦੇ ਵਿੱਚ ਅਸੀਂ ਆਪਣਾ ਮੰਨਦੇ ਹਾਂ ਜੀ। ਵੀ ਜਿਹੜਾ ਸਾਨੂੰ ਜਿਵੇਂ ਅੰਦੋਲਨਕਾਰੀਆਂ ਦੀ ਜਿਹੜੀ ਨੀਤੀਆਂ ਹੁੰਦੀਆਂ ਨੇ, ਉਹ ਹੁੰਦੀਆਂ ਨੇ ਵੀ ਅਸੀਂ ਇੱਕ ਰੂਟ ਤੈਅ ਕਰ ਲਿਆ ਵੀ ਅਸੀਂ ਉੱਥੋਂ ਲੈ ਕੇ ਚੱਲਾਂਗੇ, ਉੱਥੋਂ ਤੱਕ ਪ੍ਰਦਰਸ਼ਨ ਕਰਾਂਗੇ ਜੀ। ਅਸੀਂ ਸਰਕਾਰ ਦੀ ਪਰਮਿਸ਼ਨ ਦੇ ਚੱਕਰ 'ਚ ਕਿਉਂ ਪਈਏ? ਸਰਕਾਰ ਸਾਨੂੰ ਕਿਉਂ ਪਰਮਿਸ਼ਨ ਦੇਵੇਗੀ ਜੀ? ਸਰਕਾਰ ਤੇ ਆਪਣਾ ਫਾਇਦਾ ਦੇਖੇਗੀ, ਸਾਨੂੰ ਆਪਣਾ ਫਾਇਦਾ ਦੇਖਣਾ ਹੈ। ਉਹਦੇ ਜਿਹੜਾ ਹੈ ਉਹ ਰਿੰਗ ਰੋਡ ਨੂੰ ਛੱਡ ਕੇ ਰੂਟ ਲੈਣਾ ਜੀ, ਤੇ ਉਹ ਵੀ ਟਾਈਮ ਦੇ ਟਾਈਮ, ਉਹ ਵੀ ਇਹ ਨਹੀਂ ਵੀ 10 ਦਿਨ ਪਹਿਲਾਂ ਉਹ ਲਿਆ ਹੁੰਦਾ, 10 ਦਿਨ ਪਹਿਲਾਂ ਅਸੀਂ ਐਡਵਰਟਾਈਜ਼ਮੈਂਟ ਕਰਦੇ ਵੀ ਆਹ ਰੂਟ ਹੈ। ਹੁਣ ਪਹਿਲਾਂ ਐਡਵਰਟਾਈਜ਼ਮੈਂਟ ਜਿਹੜਾ ਰਿੰਗ ਰੋਡ ਦੀ ਕੀਤੀ ਗਈ, ਬਾਅਦ ਦੇ ਵਿੱਚ ਉਹ 1 ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਉਹ ਰੂਟ ਬਦਲਤਾ ਗਿਆ, ਤੇ ਉਹਦੇ ਚ ਬਿਲਕੁਲ ਉਹਨਾਂ ਕਸੂਰ ਸਾਡਾ ਤੇ ਉਹਨਾਂ ਦਾ ਵੀ ਹੈ। ਅਸੀਂ ਉਹਨਾਂ ਨੂੰ ਇਹ ਕਹਿ ਕੇ ਬਰੀ ਨਹੀਂ ਕਰ ਸਕਦੇ, ਕਿਉਂਕਿ ਜੇ ਆਪਾਂ ਇਹ ਮੰਨੀਏ ਕਿ ਰਿੰਗ ਰੋਡ ਦਾ ਪ੍ਰੋਗਰਾਮ ਹੈ ਸੀ ਤੇ ਉਹ ਰਿੰਗ ਰੋਡ ਤੇ ਜਾਂਦੇ ਤੇ ਰਿੰਗ ਰੋਡ ਤੇ ਘੁੰਮ ਕੇ ਆਉਂਦੇ, ਕੋਈ ਨਹੀਂ ਜੀ ਗੱਲ। ਉਹ ਲਾਲ ਕਿਲ੍ਹੇ ਤੇ ਜਾਣ ਦਾ ਤੇ ਕੋਈ ਨਹੀਂ ਜੀ ਨਾ। ਬਿਲਕੁਲ ਜੀ। ਲਾਲ ਕਿਲ੍ਹਾ ਤੇ ਰਿੰਗ ਰੋਡ ਤੇ ਨਹੀਂ ਹੈ, ਲਾਲ ਕਿਲ੍ਹੇ ਤੇ ਕਿਉਂ ਗਏ? ਲਾਲ ਕਿਲ੍ਹੇ ਤੇ ਜਾ ਕੇ ਫਿਰ ਝੰਡਾ ਚੜਾਉਣ ਦਾ ਕਿਹਨੇ ਕਿਹਾ ਸੀ ਜੀ? ਉਹ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ, ਇਹ ਸਾਡਾ ਕੋਈ ਸਿੱਖੀ ਅੰਦੋਲਨ ਵੀ ਹੈ ਨਹੀਂ ਸੀ, ਸਾਡਾ ਤੇ ਕਿਸੇ ਦਾ ਅੰਦੋਲਨ ਸੀ। ਉੱਥੇ ਧਾਰਮਿਕ ਝੰਡਾ ਕਿਉਂ ਚੜਾਇਆ ਜੀ? ਉੱਥੇ ਚੜਾਉਣਾ ਸੀ ਤੇ ਤਿਰੰਗਾ ਝੰਡਾ ਚੜਾ ਦਿੰਦਾ। ਜੇ ਇਹ ਦਿਖਾਉਣਾ ਸੀ ਅਸੀਂ ਬਹਾਦਰ, ਅਸੀਂ ਲਾਲ ਕਿਲ੍ਹੇ ਤੇ ਪਹੁੰਚ ਗਏ। ਲਾਲ ਕਿਲ੍ਹੇ ਦੇ ਮਤਲਬ ਗਲਤੀ ਸਾਡੀ ਵੀ ਹੈ, ਪਰ ਇਹ ਕਹਿ ਕੇ ਉਹਨਾਂ ਨੂੰ ਬਰੀ ਨਹੀਂ ਕਰ ਸਕਦੇ। ਉਹਨਾਂ ਨੇ ਜੋ ਕੁਝ ਕੀਤਾ ਹੈ, ਜੇ ਉਹ ਝੰਡਾ ਨਾ ਚੜਾਉਂਦੇ ਤੇ ਦੇਸ਼ ਦੇ ਵਿੱਚ ਸਿੱਖਾਂ ਪ੍ਰਤੀ ਰੋਸ ਨਹੀਂ ਸੀ ਜਾਣਾ। ਸਿੱਖਾਂ ਪ੍ਰਤੀ ਜਾਂ ਅੰਦੋਲਨ ਦੇ ਪ੍ਰਤੀ ਜਿਹੜਾ ਰੋਸ ਗਿਆ ਹੈ, ਉਹ ਇਸ ਕਰਕੇ ਗਿਆ ਜੀ ਲਾਲ ਕਿਲ੍ਹੇ ਤੇ ਉਹਨਾਂ ਨੇ ਕੌਮੀ ਝੰਡਾ ਚੜਾਇਆ। ਕੌਮੀ ਝੰਡਾ ਨਹੀਂ ਸੀ ਚੜਾਉਣਾ, ਇਹ ਬੜੀ ਭਾਰੀ ਗਲਤੀ ਹੈ, ਮਹਾ ਗਲਤੀ ਹੈ ਜੀ। ਤੇ ਲਾਲ ਕਿਲ੍ਹੇ ਤੇ ਜਾਣਾ ਹੀ ਮਹਾ ਗਲਤੀ ਹੈ, ਲਾਲ ਕਿਲ੍ਹੇ ਤੇ ਨਹੀਂ ਸੀ ਜਾਣਾ। ਰਿੰਗ ਰੋਡ ਨੂੰ ਘੁੰਮ ਕੇ ਆਉਂਦੇ ਤੇ ਕੋਈ ਨਹੀਂ ਜੀ ਗੱਲ, ਕਿਸੇ ਨੇ ਬੁਰਾ ਨਹੀਂ ਸੀ ਕਹਿਣਾ, ਜਾ ਕੇ ਨਾ ਸਾਰਿਆਂ ਨੇ ਜੀ। ਧੰਨਵਾਦ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ, ਥੋੜਾ ਸ਼ਾਰਟ ਦੇ ਵਿੱਚ ਹੀ ਰੱਖੀਏ ਜੀ, ਆਪਣੀਆਂ ਲਾਈਨਾਂ ਸਾਰੀਆਂ ਫਲੈਸ਼ ਕਰ ਰਹੀਆਂ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਤਾਂ ਜੀ ਝੜੂਨੀ ਸਾਹਿਬ ਨੂੰ ਵੈਸੇ ਤਾਂ ਇਹ ਸਿਆਣੇ ਆ ਜੀ, ਇਹਨਾਂ ਦੀ ਵੀਡੀਓ ਦੇਖਦੇ ਰਹੀਦਾ ਵਾ। ਇਹ ਜੀ ਜੇ ਹਰਿਆਣਾ ਸਰਕਾਰ ਇਹਨਾਂ ਤੋਂ ਕਹਿ ਲਓ ਕੱਲਿਆਂ ਤੋਂ ਹੀ ਡਰਦੀ ਆ, ਨਹੀਂ ਪੰਜਾਬ ਵਾਲੇ ਤਾਂ ਇਹ ਜਿੰਨੇ ਲੀਡਰ ਆ ਜੀ 32 ਆ ਚਾਹੇ 42 ਆ, ਇਹ ਸਾਰੇ ਜੀ ਝੰਡੀ ਵਾਲੀਆਂ ਕਾਰਾਂ ਲੱਭਦੇ ਆ। ਮੇਰਾ ਤਾਂ ਜੀ ਇਹਨਾਂ ਨੂੰ ਇਹ ਕਹਿਣਾ ਵੀ ਜੇ ਇਹਨਾਂ ਦਾ ਹਰਿਆਣੇ ਵਾਲੇ ਜੇ ਕੱਲੇ ਮੰਨਦੇ ਹੋਏ ਤਾਂ ਚਾਹੇ ਮੈਂ ਖੁਦ ਪੰਜਾਬੀ ਆ, ਚੰਨੀ ਸਾਹਿਬ ਤੁਸੀਂ ਵੀ ਹੋ ਜੀ, ਪਰ ਜੀ ਆਪਣੇ ਲੀਡਰਾਂ ਦੀ ਓਨੀ ਔਕਾਤ ਹੈ ਨਹੀਂ ਜਿੱਥੇ ਇਹ ਪਹੁੰਚ ਗਏ। ਇਹ ਆਪਦਾ ਸੇਫ ਰਹਿ ਕੇ ਜੀ, ਨਹੀਂ ਆ ਜਿਵੇਂ ਕੱਲ ਪਰਸੋਂ ਅਗਰਾਹਾਂ ਝੱਗ ਸਿੱਟਣ ਲੱਗਿਆ ਸੀਗਾ, ਹੁਣ ਇਹਨਾਂ ਤੇ ਨਾ ਜੀ ਕੋਈ ਨਾ ਕੋਈ ਏਦਾਂ ਦਾ ਟੈਕ ਲਾ ਕੇ, ਜਾਂ ਜਿਵੇਂ ਅੱਗੇ ਦੀਪ ਨੂੰ ਫੜਾਇਆ ਉਵੇਂ ਇਹਨਾਂ ਤੇ ਕਰਕੇ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ, ਜਿੰਨਾ ਵੱਧ ਤੋਂ ਵੱਧ ਆਪਦਾ ਸੇਫ ਰਹਿ ਜਾਣ ਜੀ, ਉਹਦੇ ਚ ਹੀ ਫਾਇਦਾ ਆ ਜੀ। ਜੀ ਗੁਰਨਾਮ ਸਿੰਘ ਜੀ, ਹਾਂਜੀ ਆਵਾਜ਼ ਆ ਰਹੀ ਹੈ ਜੀ? ਹੈਲੋ ਹਾਂਜੀ ਹਾਂਜੀ ਹੈਲੋ ਹਾਂਜੀ 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 ਆਵਾਜ਼ ਨਹੀਂ ਆ ਰਹੀ ਤੁਹਾਨੂੰ? ਨਹੀਂ ਆਵਾਜ਼ ਨਹੀਂ ਆ ਰਹੀ ਜੀ। ਬਿਲਕੁਲ ਸਾਡੇ ਵੱਲੋਂ ਤਾਂ ਸਹੀ ਆ ਰਹੀ ਹੈ ਜੀ। ਆਈ ਡੋਂਟ ਨੋ ਕੀ ਚੱਕਰ ਆ। ਵੀਰ ਉਹਨਾਂ ਨੇ ਤਾਰੀਫ ਕੀਤੀ ਹੈ ਜੀ, ਕਹਿੰਦੇ ਆਪਣੇ ਆਪ ਨੂੰ ਸੇਫ ਰੱਖਿਓ ਤੁਸੀਂ, ਕਿਉਂਕਿ ਬੜੇ ਨਿਰਪੱਖ ਚੱਲ ਰਹੇ ਹੋ। ਜੇ ਗਲਤੀ ਹੋਈ ਹੈ ਤਾਂ ਤੁਸੀਂ ਮੰਨੀ ਹੈ ਵੀ ਸਾਡੇ ਕੋਲੋਂ ਵੀ ਗਲਤੀ ਹੋਈ ਹੈ। ਨਹੀਂ ਸੇਫ ਨੂੰ ਤੇ ਹੈ ਕਿ ਸੇਫ ਨੂੰ ਜਿਹੜਾ ਬੰਦਾ ਹੁੰਦਾ ਉਹ ਚ ਮਾਧਿਅਮ ਹੁੰਦਾ ਹੈ। ਸਾਡੇ ਬਸਤਾ ਸੇਫ ਰਹਿਣਾ ਹੈ ਨਹੀਂ, ਇਹ ਤੇ ਮਾਲਕ ਇਸ ਅੰਦੋਲਨ ਨੂੰ ਚਲਾ ਰਿਹਾ। ਮਾਲਕ ਜਿਸ ਤਰ੍ਹਾਂ ਚਲਾਏਗਾ ਉਹੀ ਉਹਨੇ ਸੇਫ ਰੱਖਣਾ ਹੈ, ਉਹਨੇ ਸਾਰਾ ਕੁਝ ਕਰਨਾ ਹੈ। ਬੰਦਿਆਂ ਦਾ ਚਲਾਇਆ ਅੰਦੋਲਨ ਨਹੀਂ ਹੈ ਜੀ। ਸਾਡੀ ਕੋਈ ਔਕਾਤ ਨਹੀਂ ਸਿੱਧਾ ਵੱਡਾ ਅੰਦੋਲਨ ਖੜਾ ਕਰਨਾ, ਇੰਨਾ ਇੰਤਜ਼ਾਮ ਕਰਨਾ, ਇੰਨਾ ਸਾਰਾ ਕੁਝ ਕਰਨਾ। ਤੁਸੀਂ ਵਿਦੇਸ਼ਾਂ ਤੱਕ ਜਿਹੜੇ ਲੋਕ ਬੈਠੇ ਨੇ, ਉਹ ਸਾਡੇ ਭਰਾ ਬੈਠੇ ਨੇ, ਚੈਨਲਾਂ ਵਾਲੇ ਬੈਠੇ ਨੇ, ਉਹ ਸਾਡੀ ਇੱਥੇ ਬੈਠੇ ਦੀ ਚਿੰਤਾ ਕਰ ਰਹੇ ਨੇ। ਇਹ ਸਾਡੇ ਬਸਦਾ ਨਹੀਂ ਹੈ ਜੀ। ਇਹ ਸਾਡੇ ਬੰਦਿਆਂ ਦੇ ਕੋਈ ਔਕਾਤ ਨਹੀਂ ਹੁੰਦੀ। ਇਹ ਉਸ ਮਾਲਕ ਦੀ ਬਖਸ਼ਿਸ਼ ਹੈ ਤੇ ਇਹ ਖੁਦਾ ਤੇ ਖੁਦੀ ਦਾ ਬੈਰ ਹੈ ਜੀ। ਮਤਲਬ ਭੋਜਨ ਜਿਹੜਾ ਹੈ ਉਹ ਮਾਲਕ ਸਭ ਜੀਆਂ ਵਾਸਤੇ ਪੈਦਾ ਕਰਦਾ ਹੈ, ਤੇ ਉਸ ਭੋਜਨ ਤੇ ਜੇ ਕੋਈ ਕਬਜ਼ਾ ਕਰੇਗਾ ਤੇ ਉਹ ਫਿਰ ਪ੍ਰਕਿਰਤੀ ਦੇ ਉਲਟ ਕਰ ਰਿਹਾ ਹੈ ਜੀ। ਤੇ ਇਸ ਕਰਕੇ ਜਿਹੜਾ ਅੰਦੋਲਨ ਹੈ ਇਹ ਉਸ ਪਰਮਾਤਮਾ ਦੇ ਉਸ ਮਾਲਕ ਦਾ ਖੁਦ ਚਲਾਇਆ ਹੋਇਆ ਹੈ, ਤੇ ਰਾਖੀ ਵੀ ਉਹੀ ਕਰੇਗਾ। ਸਾਨੂੰ ਜਿਹੜਾ ਹੈ ਬਚਾ ਕੇ ਰੱਖੇਗਾ, ਉਹ ਵੀ ਉਹੀ ਰੱਖੇਗਾ। ਸਾਡੇ ਆਪਣੇ ਵਸਦਾ ਕੁਛ ਵੀ ਹੈ। ਬਿਲਕੁਲ ਜੀ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 3515 ਸਵਾਗਤ ਹੈ ਵੀਰ ਜੀ। ਹਾਂਜੀ ਬਾਈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੇ ਆਪਣੇ ਸੱਜਣ ਆਏ ਹੋਏ ਆ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਨ ਇਹ ਹੈ ਜੀ ਵੀ ਜਿਹੜੇ ਝੜੂਨੀ ਸਾਹਿਬ ਕੰਮ ਕਰ ਰਹੇ ਆ,
ਇਹ ਸੱਚ ਹੈ ਜੀ, ਕੌੜਾ ਸੱਚ ਹੈ ਵੀ ਜਿਹੜੀਆਂ ਸਾਡੇ ਪੰਜਾਬ ਦੀਆਂ ਭਾਵੇਂ ਕਿੰਨੀਆਂ ਵੀ ਜਥੇਬੰਦੀਆਂ ਬਣੀਆਂ ਫਿਰਦੀਆਂ, 10-10 ਬੰਦੇ ਆ ਵੀ ਜਥੇਬੰਦੀ ਬਣਾਈ ਫਿਰਦੇ ਆ, ਉਹ ਤੁਹਾਡਾ ਹਰਿਆਣਾ ਬਾਰਡਰ ਨਹੀਂ ਸੀ ਟੱਪ ਸਕਦੇ ਜੀ, ਉਹ ਤਾਂ ਉੱਥੇ ਬੈਠਣ ਨੂੰ ਤਿਆਰ ਸੀ। ਤੇ ਇਹ ਤਾਂ ਤੁਹਾਡੀ ਮਿਹਰਬਾਨੀ ਦੇ ਨਾਲ ਤੁਸੀਂ ਦਿੱਲੀ ਲੈ ਗਏ ਜੀ ਉਹਨਾਂ ਨੂੰ, ਇਹ ਤੁਹਾਨੂੰ ਫੇਰਾ ਜਾਂਦਾ, ਇਹ ਕੌੜਾ ਸੱਚ ਹੈ। ਬਿਲਕੁਲ ਜੀ। ਇਹ ਦੂਸਰੀ ਗੱਲ, ਸਾਡੇ ਪੰਜਾਬ ਦੇ ਇੱਕ ਲੀਡਰ ਹੈ, ਤੁਸੀਂ ਉਹਨਾਂ ਨੂੰ ਮੂਹਰੇ ਜ਼ਰੂਰ ਲਾਇਆ ਵਾ ਸਟੇਜਾਂ ਦੇ ਉੱਤੇ, ਤੇ ਉਹ ਮੋਸਟਲੀ ਤਕਰੀਬਨ ਦੂਜੇ ਤੀਜੇ ਦਿਨ ਉਹਦਾ ਬਿਆਨ ਹੀ ਬਦਲ ਜਾਂਦੇ ਆ। ਕਦੇ ਤਾਂ ਹਰਿਆਣੇ ਵਾਲੇ ਜਾਟਾਂ ਨੂੰ ਮਾੜਾ ਕਹਿ ਦਿੰਦੇ ਆ ਸਟੇਜ ਤੇ ਆ ਕੇ, ਕਿਤੇ ਅੱਤਵਾਦੀ ਤੇ ਵੱਖਵਾਦੀ ਕਹਿ ਦਿੰਦੇ ਆ। ਜੇ ਕਿਤੇ ਕਿਸੇ ਨੇ ਉੱਥੇ ਆਪਦੀ ਟਰਾਲੀ ਦੇ ਉੱਤੇ ਤੇ ਜਾ ਕਿਤੇ ਟਾਵਰ ਉੱਤੇ ਝੰਡਾ ਲਹਿਰਾਤਾ ਸਾਡਾ ਸਿੱਖੀ ਦਾ, ਉਹਨੂੰ ਵੀ ਕਹਿ ਦਿੰਦੇ, ਥੱਲੇ ਲਾ ਦਿਓ। ਯਾਨੀ ਉਹਨਾਂ ਨੂੰ ਥੋੜਾ ਬਹੁਤਾ ਸੁਝਾਅ ਦਿਓ ਜੀ, ਜਾਂ ਉਹਨਾਂ ਨੂੰ ਬੇਨਤੀ ਕਰੋ ਵੀ ਆਪਦੀ ਜ਼ੁਬਾਨ ਤੇ ਮਾੜਾ ਮੋਟਾ ਕੰਟਰੋਲ ਰੱਖਣ, ਕਿਉਂਕਿ ਉੱਥੇ ਸਾਰੇ ਹੀ ਧਰਮਾਂ ਦੇ ਤੇ ਸਾਰੇ ਤਰ੍ਹਾਂ ਦੀਆਂ ਜਥੇਬੰਦੀਆਂ ਉੱਥੇ ਸ਼ਾਮਲ ਨੇ। ਉਹ ਕੱਲਾ ਆਪਦਾ ਕਾਮਰੇਡੀ ਜਿਹੜਾ ਹੈਗਾ ਨਾ ਬੋਲਬਾਲਾ ਉਹ ਨਾ ਰੱਖਣ। ਜੇ ਕੱਲਾ ਕਾਮਰੇਡੀ ਰੱਖਣਾ ਤਾਂ ਫਿਰ ਆਪਦਾ ਵੱਖ ਹੋ ਕੇ ਕਰ ਲੈਣ। ਕਿਉਂ ਫਿਰ ਪਬਲਿਕ ਦਾ ਸਾਥ ਕਿਉਂ ਲੈਂਦੇ ਆ, ਅੱਜ ਯੂਥ ਨੂੰ ਕਿਉਂ ਸਾਧਦੇ ਆ? ਹਾਂ, ਨਾਲ ਮੈਂ ਇਹ ਕਹਿਣਾ ਚਾਹੁੰਦਾ ਦੀਪ ਸਿੱਧੂ ਤੋਂ ਥੋੜਾ ਜਿਹਾ ਵਿਚਾਰ ਕੇ ਰੱਖਿਓ, ਕਿਉਂਕਿ ਹੈ ਤਾਂ ਜੀ ਉਹ ਬੀਜੇਪੀ ਦੇ RSS ਦਾ ਬੰਦਾ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਧੰਨਵਾਦ ਜੀ। ਗੁਰਨਾਮ ਸਿੰਘ ਜੀ, ਹੈਲੋ। ਹਾਂਜੀ ਹਾਂਜੀ, ਤੁਹਾਨੂੰ ਸਵਾਲ ਪੁੱਛਿਆ ਜੀ, ਆਵਾਜ਼ ਆਉਂਦੀ ਨਹੀਂ, ਕੀ ਗੱਲ? ਮੇਰੇ ਨਾਲ ਤਾਂ ਆਵਾਜ਼ ਸਹੀ ਆ ਰਹੀ ਹੈ ਬਿਲਕੁਲ। ਨਹੀਂ, ਮੇਰੇ ਕੋਲ ਨਹੀਂ ਆਉਂਦੀ, ਉਧਰੋਂ ਕੱਟ ਕੇ ਆਉਂਦੀ ਹੈ। ਕੋਈ ਗੱਲ ਸੁਣਦੀ ਤੁਸੀਂ ਥੋੜਾ ਜਿਹਾ ਨਾ ਚੇਂਜ ਕਰੋ, ਆਪਣੀ ਮਾੜੀ ਜਿਹੀ ਡਾਇਰੈਕਸ਼ਨ ਬਦਲੋ, ਕਿਉਂਕਿ ਇੱਥੇ ਤੁਹਾਡੇ ਨੈਟਵਰਕ ਦੀ ਪ੍ਰੋਬਲਮ ਹੋ ਸਕਦੀ। ਮਾੜੀ ਜਿਹੀ ਡਾਇਰੈਕਸ਼ਨ ਬਦਲ ਲਿਓ, ਕਈ ਵਾਰੀ ਆਵਾਜ਼ ਘੱਟ ਆਉਂਦੀ ਹੁੰਦੀ ਆ। ਡਾਇਰੈਕਸ਼ਨ ਬਦਲ ਲਓ ਮਾੜੀ ਜਿਹੀ ਨਾ, ਥੋੜਾ ਜਿਹਾ ਸਾਈਡ ਤੇ ਹੋ ਜਾਓ ਇੱਥੋਂ ਨਾ, ਜਿੱਦਾਂ ਥੋੜੀ ਜਿੱਥੇ ਬੈਠੇ ਹੋ ਉੱਥੋਂ ਥੋੜਾ ਚੇਂਜ ਹੋ ਜਾਓ। ਡਾਇਰੈਕਸ਼ਨ ਤੇ ਮੈਂ ਬਦਲ ਲਈ, ਬੜੀ ਖੁੱਲੀ ਜਗ੍ਹਾ 'ਚ ਬੈਠਾ, ਮੈਂ ਖੁੱਲੇ ਅਸਮਾਨ ਦੇ ਥੱਲੇ ਬੈਠਾ ਵਾ। ਪਰ ਮੇਰੀ ਆਵਾਜ਼ ਠੀਕ ਆ ਰਹੀ? ਉਹ ਕਹਿੰਦੇ ਜੀ ਜਿਹੜੇ ਲੀਡਰ ਬਿਆਨ ਦੇ ਰਹੇ ਬੇਤੁਕੇ ਕਿਤੇ ਧਰਮ ਦੇ ਉਲਟ ਬੋਲਦੇ ਆ, ਉਹਨਾਂ ਤੇ ਕੰਟਰੋਲ ਕਰੋ। ਜਿਹੜਾ ਜਾਂ ਕਿਸੇ ਨੌਜਵਾਨਾਂ ਦੇ ਉਲਟ ਬੋਲਦੇ, ਉਹਨਾਂ ਤੇ ਕੰਟਰੋਲ ਕਰੋ, ਕੋਈ ਇਦਾਂ ਦਾ ਬਿਆਨ ਨਾ ਦੇਣ। ਉਹ ਮੈਨੂੰ ਪੂਰੀ ਗੱਲ ਦੀ ਸਮਝ ਨਹੀਂ ਆਈ। ਪਰ ਜਿਹੜਾ ਕਹਿ ਰਹੇ ਨੇ ਵੀ ਨੌਜਵਾਨਾਂ ਦੇ ਖਿਲਾਫ ਬਿਆਨ ਦਿੰਦੇ ਨੇ, ਜੀ, ਉਹ ਹੋ ਸਕਦਾ ਕਈ ਵਾਰੀ ਥੋੜਾ ਜਿਹਾ ਬੰਦਾ ਗੁੱਸੇ 'ਚ ਆ ਕੇ ਜਾਂ ਬੰਦਾ ਦੁੱਖ ਦੇ ਵਿੱਚ ਥੋੜਾ ਜਿਹਾ ਦੇ ਜਾਂਦਾ ਹੈ। ਪਰ ਮੈਂ ਉਹਦੇ 'ਚ ਇਹ ਕਹਿਣਾ ਚਾਹਾਂਗਾ ਕਿ ਵੀ ਜਿਸ ਤਰੀਕੇ ਨਾਲ ਮਤਲਬ ਕੁਝ ਜੋਸ਼ਲੇ ਬੰਦੇ ਉਹਨੂੰ ਚਲਾਉਣਾ ਚਾਹੁੰਦੇ ਨੇ ਨਾ, ਉਹਨਾਂ ਨੂੰ ਥੋੜਾ ਜਿਹਾ ਸਬਰ ਰੱਖਣਾ ਚਾਹੀਦਾ ਹੈ ਕਿ ਜਿਹੜੇ ਪਹਿਲਾਂ ਤੋਂ ਕਰ ਰਹੇ ਨੇ 20 ਸਾਲ 30 ਸਾਲ ਤੋਂ ਕੰਮ ਕਰ ਰਹੇ ਨੇ, ਉਹਨਾਂ ਦਾ ਤਜਰਬਾ ਆਖਿਰਕਾਰ ਨਵਿਆਂ ਨਾਲੋਂ ਜ਼ਿਆਦਾ ਹੁੰਦਾ ਹੈ ਜੀ। ਉਹਨਾਂ ਨੇ ਜੇ ਭੁਗਤਿਆ ਹੁੰਦਾ ਹੈ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਕਿੱਥੇ ਜਾ ਕੇ ਕੀ ਸਾਡਾ ਨੁਕਸਾਨ ਹੋ ਸਕਦਾ ਹੈ, ਕੀ ਸਾਡਾ ਫਾਇਦਾ ਹੋ ਸਕਦਾ ਹੈ ਜੀ। ਦੇਖੋ ਜ਼ੋਰ ਦੇ ਵਿੱਚ ਝਗੜਾ ਹੋ ਜਾਂਦਾ, ਲੜਾਈ ਹੋ ਜਾਂਦੀ ਹੈ, ਤੇ ਪਰ ਆਪਾਂ ਜਿਹੜਾ ਪੂਰੀ ਜ਼ਿੰਦਗੀ ਦੇ ਵਿੱਚ ਇਹ ਦੇਖਿਆ ਕਿ ਵੀ ਉਹਦਾ ਲੌਂਗ ਟਰਮ ਦੇ ਵਿੱਚ ਜਾ ਕੇ ਨੁਕਸਾਨ ਹੁੰਦਾ ਹੈ। ਬਿਲਕੁਲ ਜੀ। ਤੇ ਅੰਦੋਲਨ ਅੱਜ ਤੱਕ ਦੇ ਜਿੰਨਾ ਇਤਿਹਾਸ ਤੁਸੀਂ ਦੇਖੋ, ਜੇ ਤੁਹਾਨੂੰ ਅਸੀਂ ਹਰਿਆਣਾ ਦੇ ਤਜਰਬੇ ਦੱਸੀਏ, ਹਰਿਆਣਾ ਦੇ ਵਿੱਚ ਜਿੰਨੇ ਅੰਦੋਲਨਾਂ ਦੇ ਵਿੱਚ ਬੰਦੇ ਮਰੇ ਨੇ, ਇੱਥੇ ਗਾਸੀ ਰਾਮ ਨੈਣ ਹੁੰਦੇ ਸੀ ਪਹਿਲਾਂ ਪ੍ਰਧਾਨ, ਉਹਨਾਂ ਦੇ ਅੰਦੋਲਨ ਦੇ ਵਿੱਚ ਕਈ ਵਾਰੀ ਗੋਲੀਆਂ ਚੱਲੀਆਂ ਨੇ। ਸਾਡੇ ਅੰਦੋਲਨ 'ਚ ਕਦੇ ਗੋਲੀ ਨਹੀਂ ਚੱਲੀ ਖੈਰ, ਪਰ ਵੀ ਗੋਲੀਆਂ ਚੱਲੀਆਂ ਨੇ, ਉਹਨੇ ਵਾਰੀ ਬੰਦੇ ਮਰੇ ਨੇ। ਤੇ ਜਿੰਨੇ ਵਾਰੀ ਬੰਦੇ ਮਰੇ ਨੇ, ਉਹਨੇ ਵਾਰੀ ਮਹੀਨੇ ਬਾਅਦ 2 ਮਹੀਨੇ ਬਾਅਦ ਉਹ ਅੰਦੋਲਨ ਖਤਮ ਹੋ ਗਿਆ ਹੈ ਤੇ ਬਿਨਾਂ ਕੁਛ ਮਨਵਾਇਆ ਖਤਮ ਹੋਇਆ। ਜਿੰਨੇ ਵਾਰੀ ਬੰਦੇ ਮਰੇ ਨੇ, ਉਹਨੇ ਵਾਰੀ ਅੰਦੋਲਨ ਦੇ ਵਿੱਚ ਕੁਛ ਵੀ ਨਹੀਂ ਮਿਲਿਆ ਜੀ। ਇਸ ਗੱਲੋਂ ਤੇ ਸਾਨੂੰ ਬਚ ਕੇ ਚੱਲਣਾ ਪਏਗਾ। ਤੇ ਦੂਜਾ ਇਹ ਹੈ ਵੀ ਬਿਲਕੁਲ ਬੈਠਿਆ ਵੀ ਕੋਈ ਨਹੀਂ ਸੁਣਦਾ। ਜਿਵੇਂ ਆਪਾਂ ਬੈਠੇ ਰਹੀਏ 5 ਮਹੀਨੇ ਬੈਠੇ ਨੇ, ਤੇ ਬਿਲਕੁਲ ਬੈਠੇ ਜੀ ਪੈਂਦਾ, ਇੰਨਾ ਕੁ ਤਾਂ ਕਰਨਾ ਹੀ ਪੈਂਦਾ ਵੀ ਉਹਨਾਂ ਨੂੰ ਮੁਸੀਬਤ ਹੋ ਜੇ, ਮਜਬੂਰ ਹੋਣ, ਇਸ ਤੇ ਕਰਨਾ ਹੀ, ਖਾਲੀ ਬੈਠਿਆ ਵੀ ਕੋਈ ਨਹੀਂ ਸੁਣਦਾ। ਹਾਂ ਬਿਲਕੁਲ ਜੀ। ਚੱਲਦੇ ਆਪਾਂ WhatsApp ਕਾਲ ਦੇ 0072। ਸਵਾਗਤ ਹੈ ਵੀਰ ਜੀ। ਚੰਦੀ ਸਾਹਿਬ ਸਤਿ ਸ੍ਰੀ ਅਕਾਲ, ਚਰੂਨੀ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਚੰਦੀ ਸਾਹਿਬ, ਮੈਂ ਮੇਰੇ ਵਿਚਾਰ ਆ ਇਹ, ਜਿੱਦਾਂ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਮਤਲਬ ਇਹਦੇ ਨਾਲ ਕੋਈ ਸਹਿਮਤ ਹੋਣਾ ਜ਼ਰੂਰੀ ਨਹੀਂ, ਪਰ ਮੈਨੂੰ ਲੱਗਦਾ ਕਿ ਜਿਹੜਾ ਸੰਯੁਕਤ ਮੋਰਚਾ 26 ਤਰੀਕ ਨੂੰ ਜਿਹੜਾ ਉਹ ਪੁਲਿਸ ਦੇ ਮਤਲਬ ਮਗਰ ਲੱਗੇ, ਆਪਾਂ ਕਹਿੰਦੇ ਵੀ ਚੱਲ ਉਹਨਾਂ ਨੇ ਗਲਤ ਰੂਟ, ਮਤਲਬ ਪਹਿਲਾਂ ਰਿੰਗ ਰੂਟ ਸੀਗਾ ਜਾਂ ਕੁਛ ਸੀ, ਉਹ ਮੇਰੇ ਹਿਸਾਬ ਨਾਲ ਜਿਹੜਾ ਆਪਣੇ ਪੰਨੂ ਸਾਹਿਬ ਨੇ ਐਲਾਨ ਕੀਤਾ ਸੀ ਵੀ ਜਿਹੜਾ ਝੰਡਾ ਚੜਾਊਗਾ ਉਹਨੂੰ ਮੈਂ $2.5-3 ਲੱਖ ਦੇਵਾਂਗਾ, ਉਸੇ ਚੱਕਰ 'ਚ ਸੀਗਾ ਵੀ ਸਾਡੇ ਕਿਤੇ ਛਿੱਤਰ ਨਾ ਪੈ ਜਾਣ, ਵੀ ਅਸੀਂ ਗਲਤ ਨਾ ਕਰ ਲਈਏ। ਉਹ ਇੱਕ ਡਰ ਸੀਗਾ ਵੀ ਜਿਹੜਾ ਉਸ ਲਾਲ ਕਿਲੇ ਤੇ ਝੰਡਾ ਚੜਾਊਗਾ ਤੇ ਮੈਂ ਉਹਨੂੰ
ਪੈਸੇ ਦੇਊਂਗਾ, ਰੌਲਾ ਉਹੀ ਸੀਗਾ ਪੰਨੂ ਵਾਲਾ ਹੀ। ਮਤਲਬ ਹੋਰ ਤਾਂ ਉਹਨਾਂ ਦੀ ਕੋਈ ਦੀਪ ਸਿੱਧੂ ਨਾਲ ਮੇਰੇ ਖਿਆਲ ਨਾਲ ਕੋਈ ਗੱਲ ਨਹੀਂ ਸੀ, ਉਹ ਅੱਡੋ ਅੱਡੀ ਚੱਲ ਹੀ ਰਹੇ ਸੀ, ਪਹਿਲਾਂ ਵੀ ਚੱਲ ਹੀ ਰਹੇ ਸੀ। ਤੇ ਮੋਰਚਾ ਮਤਲਬ ਜਿਹੜੀ ਆਪਣਾ ਬੈਕ ਫੁੱਟ ਤੇ ਆਉਣ ਦਾ ਕਾਰਨ ਵੀ ਇਹੀ ਹੈ ਨਾ ਵੀ ਪੰਨੂ ਸਾਹਿਬ ਨੇ ਐਲਾਨ ਕੀਤਾ ਸੀ ਵੀ ਜਿਹੜਾ ਉੱਥੇ ਝੰਡਾ ਚੜਾਊਗਾ ਉਸ ਬੰਦੇ ਨੂੰ ਮੈਂ $1,00,000 ਦੇਊਂਗਾ, ਤੇ $1,00,000 ਦਾ ਹੀ ਚੱਕਰ ਸੀਗਾ, 2-3 ਲੱਖ ਜਿੰਨਾ ਵੀ ਉਹੀ ਰੌਲਾ ਸੀਗਾ ਵੀ ਪੁਲਿਸ ਜਾਂ ਮੀਡੀਆ ਬਹਾਨਾ ਭਾਲਦਾ ਸੀ। ਹੁਣ ਝੰਡਾ ਤਾਂ ਚਲੋ ਸਾਡਾ ਖਾਲਸੇ ਦਾ ਚੜਿਆ, ਪਰ ਉਹ ਕੋਈ ਗਲਤ ਨਹੀਂਗਾ, ਨਾ ਹੀ ਕੋਈ ਕਿਸੇ ਨੇ ਤਿਰੰਗੇ ਨੂੰ ਛੇੜਿਆ, ਤਿਰੰਗੇ ਦੀ ਵੀ ਸਾਰੇ ਰਿਸਪੈਕਟ ਪਰ ਕਰਦੇ, ਪਰ ਰੌਲਾ ਤਾਂ ਉਹ ਪੰਨੂ ਵਾਲੇ ਲਾਣ ਦਾ ਸੀ ਨਾ, ਅਗਲੇ ਦਾ ਚੈਲੰਜ ਤੁਸੀਂ ਪੂਰਾ ਕਰਤਾ ਹਨਾ। ਮਤਲਬ ਉਹਦੇ ਕਰਕੇ ਸਾਡਾ ਮੋਰਚਾ ਮੀਡੀਆ ਦੇ ਕਰਕੇ ਜਾਂ ਉਹਦੇ ਕਰਕੇ ਬੈਕ ਫੁੱਟ ਤੇ ਆ ਗਿਆ। ਠੀਕ ਆ, ਅਗਲੇ ਨੂੰ ਮੌਕਾ ਮਿਲ ਗਿਆ ਸਾਡੇ ਛਿੱਤਰ ਮਾਰਨ ਦਾ, ਜਿੱਦਾਂ ਪੰਜਾਬੀ ਚ ਕਹਿੰਦੇ ਹਨਾ। ਤੇ ਨੰਬਰ 2 ਤੇ ਇਹ ਆ ਜੀ ਵੀ ਯੂਨੀਅਨਾਂ ਸਾਰੀਆਂ ਜੇ ਇਕੱਠੀਆਂ ਰਹਿਣ ਤਾਂ ਮੇਰੇ ਹਿਸਾਬ ਨਾਲ ਬੈਟਰ ਹੈ। ਤੇ ਨੌਜਵਾਨ ਜਾਂ ਆਪਾਂ ਕਹਿੰਦੇ ਆ ਜੇ ਆਪਾਂ ਕਹਿੰਦੇ ਵੀ ਤੁਸੀਂ ਮਤਲਬ ਆ ਅੱਗੇ ਆ ਜਾਂ ਅੱਗੇ ਆ, ਹੁਣ ਕਈ ਲੋਕ ਕਹਿੰਦੇ ਵੀ ਇਹ ਭੱਜਣਾ ਚਾਹੁੰਦੇ ਆ, ਵੀ ਇਹ ਖਹਿੜਾ ਛਡਾਉਣਾ ਚਾਹੁੰਦੇ ਆ। ਲੋਕਾਂ ਨੇ ਇੱਕ ਨਵੀਂ ਰੀਲ ਪਾਈ ਵੀ ਵੀ ਖਹਿੜਾ ਛਡਾਉਣਾ ਚਾਹੁੰਦੇ ਆ, ਤੇ ਉਹੀ ਬੰਦੇ 10 ਮਿੰਟਾਂ ਬਾਅਦ ਫੇਰ ਪੋਸਟ ਪਾਉਂਦੇ ਆ ਇਹਨਾਂ ਨੇ 2022 ਕੱਢਣਾ, ਮੋਰਚਾ ਲੰਮਾ ਲੈ ਕੇ ਜਾਣਾ। ਵੀ ਜਾਂ ਤਾਂ ਫਿਰ ਉਹਨਾਂ ਦੇ ਮਗਰ ਲੱਗ ਜਾਓ, ਮੇਰੇ ਹਿਸਾਬ ਨਾਲ ਵੇਖੀ ਜਾਓ, ਜੇ ਉਹ ਕੱਢਣਗੇ ਫਿਰ ਛੱਤਰ ਖਾਣਗੇ, ਜੇ ਉਹ ਇਹੋ ਜਿਹਾ ਕੁਛ ਕਰਨਗੇ, ਜੇ ਪਾਰਟੀ ਕੱਢਣਗੇ ਜਾਂ ਕੋਈ ਉਹ ਭੱਜਣਗੇ ਛੱਡ ਕੇ, ਤਾਂ ਫਿਰ ਉਹ ਆਪੇ ਟੰਬੇ ਖਾਣਗੇ, ਪਿੰਡਾਂ 'ਚ ਵੜ ਜੂਗੇ ਤਾਂ ਰਹਿਣੇ ਨਹੀਂ। ਵੀ ਅੱਜ ਉਹ ਮੂਹਰੇ ਲੱਗੇ ਤਾਂ ਉਹਨਾਂ ਦੇ ਪਿੱਛੇ ਲੱਗ ਕੇ ਕਰੀ ਵੇਖੀਏ ਤਾਂ ਸਹੀ ਨਾ। ਤੇ ਆਪਾਂ ਹਨਾ ਵੀ ਮਤਲਬ ਆਪਾਂ ਉਦਾਂ ਭਾਵਾਂ ਦੀ ਕਾਮਰੇਡ ਸਿੱਖ ਨਾ ਵੀ ਬਣਾਈਏ, ਆਪਾਂ ਇੱਕ ਮਤਲਬ ਸਿਆਣੇ ਬੰਦੇ ਦੀ ਰਿਸਪੈਕਟ ਦੇ ਤੌਰ ਤੇ ਵੀ ਚੱਲ ਉਹਨਾਂ ਨੇ ਕੰਮ ਚਲਾਇਆ, ਇਹ ਚਾਹੇ ਚੜੂਨੀ ਸਾਹਿਬ ਹਰਿਆਣੇ ਤੋਂ ਜਾਂ ਸਾਡੇ ਪੰਜਾਬ ਵਾਲੇ ਸਾਰੇ ਸੰਯੁਕਤ ਮੋਰਚੇ ਦੇ ਵੀ ਰਲ ਮਿਲ ਕੇ ਕਰੀਏ, ਇਹਨਾਂ ਦੇ ਪਿੱਛੇ ਲੱਗ ਕੇ ਤੇ ਇਕੱਠੇ ਹੋਈਏ। ਤੇ ਮੇਰੀ ਚੜੂਨੀ ਸਾਹਿਬ ਨੂੰ ਇੱਕ ਹੋਰ ਬੇਨਤੀ ਹੈ ਜੀ, ਆਹ ਕਰੋਨੇ ਵਾਲੇ ਚੱਕਰ ਤੋਂ ਬਚ ਕੇ ਰਹੋ ਜੇ, ਇਹ ਤਬਲੀਗੀ ਜਮਾਤ ਵਾਲਾ ਨਾ ਕਰ ਜਾਣ। 26 ਨੂੰ ਤਾਂ ਆਪਣਾ ਬਚਾਅ ਹੋ ਗਿਆ ਤੇ ਹੁਣ ਨਹੀਂ ਹੋਣਾਗਾ, ਤੇ ਮਤਲਬ ਜਿਹੜੇ ਐਲਾਨ ਕਰਨੇ ਥੋੜਾ ਅੱਗੇ ਪਿੱਛਾ ਕਰ ਲਓ, ਕੋਈ ਨਹੀਂ ਹਜੇ ਵੇਟ ਕਰ ਸਕਦੇ ਤੁਸੀਂ ਹਨਾ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਟਰੂਨੀ ਸਾਹਿਬ। ਜੀ ਬਿਲਕੁਲ, ਜਿਹੜਾ ਭਾਈ ਸਾਹਿਬ ਨੇ ਗੱਲ ਕਹੀ ਹੈ ਕਿ ਵੀ ਤਬਲੀਗੀ ਜਮਾਤ ਵਾਲਾ ਨਾ ਕਰ ਜਾਣ ਕਰੋਨਾ 'ਚ, ਬਿਲਕੁਲ ਉਸੇ ਪਲਾਨਿੰਗ ਤੇ ਸਰਕਾਰ ਚੱਲੀ ਹੈ ਜੀ। ਉਹ ਜਿਹੜਾ ਕਰਕੇ ਇਹਨਾਂ ਨੇ ਬਦਨਾਮ ਕਰਕੇ ਇਹਨਾਂ ਦੀ ਖਾਣ ਦੀ ਪਲਾਨਿੰਗ ਹੈ, ਔਰ ਉਸ ਤੋਂ ਅਸੀਂ ਚੌਕਸਾਂ ਇਹਨਾਂ ਦੀ ਹਰ ਚੀਜ਼ ਨੂੰ ਤੇ ਅਸੀਂ ਨਿਗਾਹ ਰੱਖ ਰਹੇ ਹਾਂ, ਹਰ ਚੀਜ਼ ਨੂੰ ਅਸੀਂ ਕੱਟਣ ਵਾਸਤੇ ਤਿਆਰ ਹਾਂ। ਦੂਜੀ ਗੱਲ ਇਹ ਹੈ ਵੀ ਅਸੀਂ ਬੜਾ ਉਦਾਹਰਨ ਦੇ ਰਹੇ ਹਾਂ ਜੀ। 5 ਮਹੀਨੇ ਹੋ ਗਏ, 5 ਮੋਰਚੇ ਸਾਡੇ ਲੱਗੇ ਨੇ, 6 ਮੋਰਚੇ ਸਗੋਂ ਲੱਗੇ ਨੇ ਜੀ, ਤੇ ਇੱਥੇ ਲੱਖਾਂ ਲੋਕ ਵੀ ਇਕੱਠਾ ਹੋਇਆ, ਹਜ਼ਾਰਾਂ ਲੋਕ ਤੇ ਬੈਠਾ ਹੀ ਰਹਿੰਦਾ ਹੈ, ਤੇ ਇੱਕ ਵੀ ਡੈਥ ਅੱਜ ਤੱਕ ਪਿਛਲੇ 5 ਮਹੀਨਿਆਂ 'ਚ ਇੱਕ ਵੀ ਡੈਥ ਕਰੋਨਾ ਦੇ ਨਾਲ ਨਹੀਂ ਹੋਈ ਜੀ। ਤੇ ਇਹ ਸਾਡੇ ਕੋਲ ਬੜਾ ਇੱਕ ਮਜ਼ਬੂਤ ਤਰਕ ਹੈ, ਤੇ ਪਰ ਫਿਰ ਵੀ ਉਹ ਮਾਲਕ ਬਖਸ਼ਿਸ਼ ਕਰੇਗਾ, ਇਹਨਾਂ ਦੀ ਹਰ ਚਾਲ ਜਿਹੜਾ ਉਹ ਕੱਟੇਗਾ। ਤੇ ਦੂਜੀ ਗੱਲ ਜਿਹੜਾ ਤੁਸੀਂ ਕਹੀ ਹੈ ਵੀ $2.5 ਲੱਖ ਦਾ ਉਹਨਾਂ ਐਲਾਨ ਕੀਤਾ ਉਹ ਕੋਈ ਮੈਨੂੰ ਉਹ ਲੱਗਦਾ ਵੀ ਉਹ ਕੋਈ ਲੰਬਾ ਚੌੜਾ ਮੈਟਰ ਨਹੀਂ ਹੈ ਵੀ ਦੀਪ ਸਿੱਧੂ ਨੇ ਉਸ ਪੈਸੇ ਦੇ ਨਾਲ ਇਸਦੇ ਵਿੱਚ ਝੰਡਾ ਚੜਾਇਆ ਹੈ। ਪਰ ਮੈਨੂੰ ਇਹ ਲੱਗਦਾ ਵੀ ਉਸ ਤੋਂ ਕਾਫੀ ਪਹਿਲਾਂ, ਹਾਲਾਂਕਿ ਮੁੱਦਾ ਪੰਜਾਬ ਦਾ, ਮੇਰਾ ਇੰਟਰਫੇਰੈਂਸ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਹੈ ਨਹੀਂ, ਪਰ ਉਸ ਤੋਂ ਬਹੁਤ ਪਹਿਲਾਂ ਜਦੋਂ ਇਹ ਸਿੰਭੂ ਵਾਲੇ ਬਾਰਡਰ ਤੇ ਅੰਬਾਲੇ ਤੋਂ ਪਰਲੇ ਪਾਸੇ ਸਿੰਭੂ ਬਾਰਡਰ ਤੇ ਜਦੋਂ ਬੈਠੇ ਸੀ ਜੀ, ਉਦੋਂ ਵੀ ਦੀਪ ਸਿੱਧੂ ਜਿਹੜਾ ਹੈ ਪੰਜਾਬ ਦੇ ਕਿਸਾਨ ਸੰਗਠਨਾਂ ਦੇ ਖਿਲਾਫ ਹੀ ਬੋਲਦਾ ਰਿਹਾ ਹੈ। ਲਗਾਤਾਰ ਮਹੀਨਿਆਂ ਦੇ ਹਿਸਾਬ ਨਾਲ ਇਹ ਖਿਲਾਫ ਹੀ ਬੋਲੇ ਹੈ ਜੀ। ਤੇ ਉਹ ਮੈਨੂੰ ਲੱਗਦਾ ਹੈ ਵੀ ਕੋਈ ਉਹਦੇ ਪਿੱਛੇ ਕੋਈ ਹੋਰ ਸਾਜ਼ਿਸ਼, ਕੋਈ ਹੋਰ ਗਹਿਰੀ ਰਣਨੀਤੀ ਸਰਕਾਰ ਦੀ ਇਹ ਹੋ ਸਕਦੀ ਹੈ, ਕਿਉਂਕਿ ਉੱਥੇ ਬੈਠਿਆ ਉਹ ਲਗਾਤਾਰ ਜਿਹੜਾ ਖਿਲਾਫ ਬੋਲਦਾ ਰਿਹਾ ਹੈ ਉਹ ਬੜਾ ਗਲਤ ਸੀ। ਹਾਂ ਬਿਲਕੁਲ ਜੀ। ਆਪਾਂ ਚੱਲਦੇ ਨੈਕਸਟ ਕਾਲ ਤੇ ਜੀ। ਹਾਂਜੀ ਵੀਰ ਜੀ, ਸ਼ਾਰਟ 'ਚ ਰੱਖਿਓ ਕਿਉਂਕਿ ਆਪਣੇ ਕੋਲ ਸਮਾਂ ਥੋੜਾ ਕਾਲਾਂ ਸਾਰੀਆਂ ਜੀ। ਹਾਂਜੀ 9200 ਸਵਾਗਤ ਹੈ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਭਾਜੀ ਮੇਰਾ ਸਵਾਲ ਟਿਊਨੀ ਸਾਹਿਬ ਨੂੰ ਇਹ ਆ ਵੀ ਜਿਵੇਂ ਹੁਣ ਕਹਿੰਦੇ ਵੀ 2.5 ਲੱਖ ਦੇ ਚੱਕਰ ਜਿੱਦਾਂ ਪਿਆ ਵੀ, ਜੇ ਕੱਲ ਨੂੰ ਪੰਨੂ ਅਨਾਉਂਸ ਕਰ ਦਵੇ ਵੀ ਕੋਈ ਸਰਕਾਰ ਦੀ ਹਿੰਮਤ ਹੈ ਤਾਂ ਅੰਦੋਲਨ ਸਤੰਬਰ ਤੋਂ ਪਹਿਲਾਂ ਉਹ ਖਾੜ ਕੇ ਦਿਖਾਵੇ ਤਾਂ ਮੈਂ $2.5 ਲੱਖ ਦਊਂਗਾ, ਤੇ ਕੀ ਫਿਰ ਅੰਦੋਲਨ ਆਪ ਹੀ ਚੱਕ ਦੇਣਗੇ? ਇਹ ਤਾਂ ਬੇਤੁਕੀਆਂ ਗੱਲਾਂ ਨੇ। ਪੰਨੂ ਨੇ ਅਨਾਉਂਸ ਕਰਤਾ ਨਾ, ਪੰਨੂ ਦਾ ਅਮਰੀਕਾ 'ਚ ਬੈਠਾ ਕੁਝ ਵੀ ਬੋਲੀ ਜਾਵੇ ਜੀ, ਉਹਦਾ ਕੀ ਹੈ? ਇਹ ਤਾਂ ਬੇਤੁਕੀਆਂ ਗੱਲਾਂ ਤੁਸੀਂ ਪੰਨੂ ਦੇ ਸਿਰ ਮੱਢੇ ਦਾ। ਚਲੋ ਕਾਮਰੇਡੀ ਚਾਲ ਹੈਗੀ। ਦੂਜੀ ਗੱਲ ਭਾਜੀ ਇਹ ਆ ਵੀ ਜਦੋਂ ਤੁਸੀਂ ਸੰਸਦ ਘੇਰਨ ਦਾ ਐਲਾਨ ਕੀਤਾ ਸੀਗਾ ਅਪ੍ਰੈਲ ਦੇ ਵਿੱਚ ਕੀਤਾ ਸੀਗਾ, 26 ਜਨਵਰੀ ਤੋਂ 2.5-3 ਮਹੀਨੇ ਬਾਅਦ ਜੀ, ਪਹਿਲਾਂ ਤੁਸੀਂ ਸਟੇਜ ਤੋਂ ਐਲਾਨ ਕਰਤਾ, ਲੋਕਾਂ ਨੂੰ ਟਿਕਾਉਣ ਦੇ ਮਾਰਿਆਂ ਨੇ ਕਿਉਂਕਿ ਤੁਸੀਂ ਅੰਡਰ ਪ੍ਰੈਸ਼ਰ ਤੇ ਗਏ, ਤਾਂ ਮੁੜ ਕੇ ਹੁਣ ਕਹਿ ਰਹੇ ਆ ਵੀ ਕਿਤੇ ਉਹ ਘਟਨਾ ਨਾ ਹੋਵੇ। ਅਪ੍ਰੈਲ 'ਚ ਨਹੀਂ ਤੁਹਾਨੂੰ ਸੋਚੀ ਸੀਗੀ ਵੀ ਉਹ ਘਟਨਾ ਹੋ ਸਕਦੀ ਆ ਜਦੋਂ ਐਲਾਨ ਕੀਤਾ ਸੀਗਾ? ਨਹੀਂ ਵੀਰੇ, ਉਹ ਜਵਾਬ ਦੇ ਦਿੱਤਾ। ਉਹ ਕਹਿੰਦੇ ਕਰੋਨਾ ਦਾ ਕਰਕੇ ਵੀ ਆ ਵੀ ਸਰਕਾਰ ਕੋਈ ਬਹਾਨਾ ਨਾ ਬਣਾ ਲਵੇ। ਰਹੀ ਗੱਲ ਕਰੋਨਾ ਦੀ, ਇਹ ਕਹਿੰਦੇ ਆ ਵੀ ਮਾਲਕ ਅੰਦੋਲਨ ਚਲਾ ਰਿਹਾ, ਸਾਰਾ ਕੁਝ ਚਲਾ ਰਿਹਾ, ਪਰ ਮੈਨੂੰ ਲੱਗਦਾ ਇਹਨਾਂ ਨੇ ਏਦਾਂ ਦੀਆਂ ਗੱਲਾਂ ਕਰਕੇ ਇਹਨਾਂ ਨੇ ਵੀ ਤੋਂ ਅੰਦੋਲਨ ਤੋਂ ਬਾਹਰ ਹੋ ਜਾਣਾ, ਕਿਉਂਕਿ ਕਾਮਰੇਡ ਤਾਂ ਮਾਲਕ ਨੂੰ ਮੰਨਦੇ ਨਹੀਂ ਹੈ ਕਿ ਰੱਬ ਨੂੰ ਮੰਨਦੇ ਹੀ ਨਹੀਂ। ਮੈਂ ਦੱਸਣਾ ਚਾਹੁੰਦਾ ਜੀ, ਸਰਦਾਰ ਗੁਰਨਾਮ ਸਿੰਘ ਹੋਣੀ ਇਹ ਕਾਮਰੇਡ ਨਹੀਂ ਗੇ,
ਹਾਂਜੀ ਇਹਨਾਂ ਦਾ ਤਾਂ ਮੈਨੂੰ ਪਤਾ, ਮੈਂ ਉਹੀ ਗੱਲ ਕਰਦਾ ਵੀ ਇਹਨਾਂ ਦਾ ਵੀ ਮੋਰਚੇ ਤੋਂ ਬਾਹਰ ਹੋਣਾ ਪੈ ਸਕਦਾ ਹੈ ਇਹਨਾਂ ਗੱਲਾਂ ਕਰਕੇ, ਕਿਉਂਕਿ ਹੁਣ ਕਰੋਨਾ ਦੇਖੋ ਦਿੱਲੀ ਦੇ ਵਿੱਚ ਬੈਠਾ, ਹੁਣ ਕੀ ਭਰੋਸਾ ਵੀ ਕਰੋਨਾ ਕੱਲ ਮੋਰਚੇ ਦੇ ਵਿੱਚ ਆ, ਜੇ ਵਾਕਈ ਕਰੋਨਾ ਤਾਂ ਇੰਨਾ ਫੈਲਿਆ ਆ ਤੇ ਮੋਰਚੇ ਦੇ ਵਿੱਚ ਮੌਤਾਂ ਹੋਣ ਤਾਂ ਕਿਹਨੇ ਰੋਕਣੀਆਂ, ਫਿਰ ਚੱਕਰ ਨਹੀਂ ਬਣਾ ਆਪਾਂ ਨੂੰ। ਬਿਲਕੁਲ ਬਿਲਕੁਲ, ਇਹ ਮੌਤਾਂ ਹੋਣ ਲੱਗ ਪਈਆਂ ਨਾ, ਸੋ ਇਹ ਲੰਬੀ ਸੋਚ ਨਹੀਂ ਹੈ ਕਿ ਜਿਹੜੀ ਲੈ ਕੇ ਬੈਠੀ ਆ ਵੀ ਅਸੀਂ ਸ਼ਾਂਤੀ ਤੇ ਬੈਠੇ ਰਵਾਂਗੇ, ਤੇ ਕੱਲ ਨੂੰ ਕੋਈ ਵੀ ਕਰੋਪੀ ਆ ਸਕਦੀ ਹੈ। ਜੇ ਕਰੋਨਾ ਦਿੱਲੀ 'ਚ ਏਦਾਂ ਫੈਲਿਆ, ਜੇ ਕੱਲ ਨੂੰ ਉੱਥੇ ਮੋਰਚੇ 'ਚ ਫੈਲ ਗਿਆ ਤਾਂ ਮੌਤਾਂ ਤਾਂ ਉੱਥੇ ਲਾਜ਼ਮੀ ਹੋਣੀਆਂ ਆ ਜੀ। ਧੰਨਵਾਦ ਵੀਰ, ਵੈਕਸੀਨ ਲਵਾ ਰਹੇ ਜੀ, ਧੰਨਵਾਦ ਤੁਹਾਡਾ। ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 9806, ਸਵਾਗਤ ਹੈ ਵੀਰ। ਹਲੋ, ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਕਿਸਾਨ ਮੋਰਚੇ ਦੇ ਵਿੱਚ ਪਹਿਲਾਂ ਕੋਈ ਹਫੜਾ ਦਫੜੀ ਨਹੀਂ ਸੀਗੀ। ਜਦੋਂ ਸਿੱਧੂ ਵਾਲੇ ਨੇ ਐਕਸ਼ਨ ਲਿਆ, ਸਿੱਧੂ ਵਾਲਾ ਹੋਇਆ ਜਿਹੜਾ ਨਿਸ਼ਾਨ ਸਾਹਿਬ ਵਾਲਾ, ਉਸ ਤੋਂ ਬਾਅਦ ਪੁਲਿਸ ਨੇ ਮੁੰਡੇ ਫੜੇ ਆ, ਚਾਹੇ ਤਸ਼ੱਦਦ ਹੋਇਆ ਨਹੀਂ ਹੋਇਆ ਬਾਅਦ ਦੀਆਂ ਗੱਲਾਂ। ਪਰ ਚੜੂਨੀ ਸਾਹਿਬ, ਮੈਂ ਤੁਹਾਡੇ ਬਾਰੇ ਰਿਕੁਐਸਟ ਕਰਨਾ, ਜਿਹੜੇ ਬਾਹਰ ਬੈਠੇ ਨਾ, ਇਹ ਚਾਹੁੰਦੇ ਆ ਵੀ ਸਾਡੀ ਕੌਮ ਦੇ ਮੁੰਡੇ ਮਰਨ, ਫਿਰ ਇਹਨਾਂ ਦੇ ਕਾਲਜੇ ਠੰਡ ਪੈਣੀ ਆ ਜੀ। ਇਹ ਸਭ ਇੱਥੇ ਜਿਹੜੇ ਬੈਠੇ ਆ ਨਾ ਬਾਹਰਲੇ, ਤੁਸੀਂ ਇਹਨਾਂ ਦੀਆਂ ਸਲਾਹਾਂ ਨਾ ਲਓ, ਆਪਣਾ ਕੰਮ ਕਰੋ। ਜੇ ਤੁਹਾਨੂੰ ਲੱਗਦਾ ਵੀ ਆ, ਜੇ ਜ਼ਿਆਦਾ ਰੌਲਾ ਪਾਉਂਦੇ ਆ, ਤੁਹਾਨੂੰ ਲੱਗਦਾ ਪ੍ਰੈਸ਼ਰ ਪਾਉਂਦੇ ਆ, ਤੁਸੀਂ ਇਹਨਾਂ ਨੂੰ ਆਪ ਸਾਂਭੋ। ਤੁਹਾਡੇ ਕੋਲ ਤਾਂ ਸਾਰਾ ਕੁਝ ਹੈਗਾ ਆ ਜੀ। ਤੁਸੀਂ ਇਹਨਾਂ ਲਈ ਜਿਹੜੇ ਤੁਹਾਡੀਆਂ ਲੱਤਾਂ ਖਿੱਚਦੇ ਚੜੂਨੀ ਸਾਹਿਬ, ਤੁਸੀਂ ਉਹਨਾਂ ਦੇ ਨਿਆਣਿਆਂ ਲਈ, ਪੋਤਿਆਂ ਲਈ ਕਾਹਤੇ ਕਰਦੇ ਕੰਮ ਇਹ? ਮੇਰੇ ਹਿਸਾਬ ਨਾਲ ਤਾਂ ਜਿਹੜੀ ਜ਼ਮੀਨ ਜੋ ਮੋਦੀ ਸਾਹਿਬ ਕਰਦਾ ਕਰ ਲੈਂਦਾ, ਬਾਹਰਲਿਆਂ ਦੀ ਸਲਾਹ ਲਓਗੇ ਤਾਂ ਤੁਹਾਡਾ ਵੀ ਨੁਕਸਾਨ ਹੋਣਾ ਆ, ਤੇ ਮੁੜ ਕੇ ਤੁਹਾਡੇ ਸਿਰ ਨਾਲ ਖੇਪ ਹੋਣੀ ਆ। ਤੇ ਬਾਕੀ ਬਾਹਰਲਿਆਂ ਨੂੰ ਠੰਡ ਉਦੋਂ ਪੈਣੀ ਆ ਜਦੋਂ ਤੁਸੀਂ ਆਪਣੀ ਕੌਮ ਦੇ ਜਿਹੜੇ ਧਾਰਮਿਕ ਭਿੰਡਰਾਂ ਵਾਲੇ ਵੇਲੇ ਕੌਮ ਮਰਾਈਏ ਨਾ, ਉਦਾਂ ਮਰਾਓ। ਥੈਂਕ ਯੂ ਜੀ। ਕਾਹਤੇ ਨਹੀਂ ਮਰਾਉਂਦੇ ਤੁਸੀਂ? ਚਲੋ, ਤੁਹਾਡੇ ਵਿਚਾਰ ਆ ਜੀ। ਆਪਾਂ ਚੱਲਦੇ WhatsApp ਕਾਲ ਤੇ। ਹਾਂਜੀ 26880, ਸਵਾਗਤ ਹੈ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨਾਲ ਹੀ ਝੜੂਨੀ ਸਾਹਿਬ ਨੂੰ, ਕਿਉਂਕਿ ਇਹ ਜਿੱਥੇ ਪੰਜਾਬ ਦੇ ਵਧੀਆ ਲੀਡਰ ਵੀ ਮੰਨੇ ਜਾਂਦੇ ਨੇ, ਉੱਥੇ ਹਰਿਆਣੇ ਦਾ ਕਿਸਾਨੀ ਲੀਡਰ ਦਾ ਮੁੱਢ ਨੇ ਜੀ। ਠੀਕ ਹੈ ਜੀ। ਇੱਕ ਗੱਲ ਹੈ ਜੀ ਚੰਦੀ ਸਾਹਿਬ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜੀ, ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਸੀ, ਉਹ ਪੁੱਛ ਲਈ ਜੀ ਖਬਰ, ਪੁੱਛ ਲਈ ਤੁਸੀਂ ਸ਼ਾਇਦ ਲੇਟ ਆਨ ਕੀਤਾ ਜੀ, ਪੁੱਛ ਲਈ ਆਲਰੇਡੀ ਕਵਰ ਹੋ ਗਈ। ਹਾਂਜੀ ਹਾਂਜੀ, ਹਾਂ ਧੰਨਵਾਦ ਜੀ। ਤੇ ਦੂਜੀ, ਜਿਸ ਤਰ੍ਹਾਂ ਨਾ ਜੀ ਬਾਹਰਲੇ ਲੀਡਰ ਸਾਡੇ NRI ਕਹਿੰਦੇ ਨੇ ਕਿ ਇਹਨਾਂ ਨੂੰ ਜਲਦੀ ਕੋਈ ਐਕਸ਼ਨ ਲੈਣਾ ਚਾਹੀਦਾ, ਜਾਂ ਮੰਨ ਲਓ ਉੱਥੇ ਕੁਛ ਇਦਾਂ ਦਾ ਕਰੋ। ਦੇਖੋ ਜੀ, ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਪਤਾ ਨਹੀਂ ਇੱਥੋਂ ਦੇ ਹਾਲਾਤ ਕੀ ਨੇ, ਠੀਕ ਹੈ ਜੀ। ਉਹਨਾਂ ਨੂੰ ਆਪਦੇ ਤੋਂ ਜਿਹੜੀ ਰਹਿ ਆ ਨਾ, ਮੇਰਾ ਖਿਆਲ ਹੈ ਸ਼ਾਇਦ ਉਹਨਾਂ ਦੇ ਸਾਰਾ ਪਰਿਵਾਰ ਹੀ ਉੱਥੇ ਗਏ ਹੋਣਗੇ, ਪਤਾ ਨਹੀਂ ਕਿਵੇਂ ਜਾ ਕੇ ਪੱਕੇ ਹੁੰਦੇ ਨੇ। ਪਰ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਜਿਹੜੇ ਇੱਥੇ ਏਡਾ ਸੰਘਰਸ਼ ਵਿੱਢੀ ਬੈਠੇ ਨੇ ਨਾ ਜੀ, ਉਹਨਾਂ ਨੂੰ ਇਹ ਸਲਾਹਾਂ ਨਾ ਦੇਣ, ਬਲਕਿ ਉਹਨਾਂ ਦੀ ਸਪੋਰਟ ਕਰਨ ਵੀ ਹਾਂ ਭਾਈ ਇਹਨਾਂ ਨੇ ਸਾਡੇ ਪਿੱਛੇ ਵੀ ਸਾਡੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਜੀ। ਠੀਕ ਹੈ ਜੀ। ਝੜੂਨੀ ਸਾਹਿਬ ਵਰਗੇ ਜਿਹੜੇ ਲੀਡਰ ਨੇ ਨਾ ਜੀ, ਇਹ ਖਾਸ ਕਰਕੇ ਮੈਂ ਇਹ ਕਹੂੰਗਾ ਜੀ, ਪੰਜਾਬ ਚੋਂ ਜਿੱਦਣ ਗਏ ਸੀ 26 ਸਤੰਬਰ, ਉਦੋਂ ਦੇਖੋ ਜੀ ਹਾਲਾਤ ਇਹ ਸੀ। ਇਹ ਸਭ ਤੋਂ ਪਹਿਲਾਂ ਝੜੂਨੀ ਸਾਹਿਬ ਹੁਣਾਂ ਨੇ ਨਾਕਾ ਭੰਨਿਆ ਸੀ ਤੇ ਪੰਜਾਬ ਵਾਲੇ ਇੰਟਰ ਹੋਏ ਸੀ, ਤੇ ਸਾਡੇ ਲੋਕਾਂ ਨੂੰ ਭੁੱਲ ਜਾਂਦੇ ਨੇ, ਇਹਨਾਂ ਨੂੰ ਹੀ ਕਾਮਰੇਡ ਦੱਸਦੇ ਨੇ ਕਈ ਲੋਕ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੀ। ਚਲੋ, ਉਹਨਾਂ ਦੇ ਵਿਚਾਰ ਆ ਜੀ ਤੁਹਾਡੇ ਆਪਣੇ। ਧੰਨਵਾਦ ਜੀ, ਧੰਨਵਾਦ। ਚੜੂਨੀ ਸਾਹਿਬ, ਆਪਾਂ 2 ਕਾਲਾਂ ਹੋਰ ਲੈ ਲਈਏ ਜੀ, ਤੇ ਕਿਉਂਕਿ ਸਮਾਂ ਥੋੜਾ ਹੀ ਰਹਿੰਦਾ, ਫਿਰ ਇਕੱਠਾ ਜਵਾਬ ਦੇ ਦਿਓ। ਹਾਂਜੀ 0585, ਸਵਾਗਤ ਹੈ ਜੀ। ਭਾਈ ਜੀ ਤੁਹਾਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਭਾਈ ਦੇਖੋ, ਜਿਹੜੀ ਗਵਰਨਮੈਂਟ ਦੇ ਆਪਾਂ ਵਿਰੁੱਧ ਨਾਲ ਹੀ ਬੈਠੇ ਆ ਜੀ, ਉਹਨਾਂ ਤੋਂ ਆਪਾਂ ਪਰਮਿਸ਼ਨ ਲੈਂਦੇ ਆ, ਇਹ ਦੱਸੋ ਕਿਹੜਾ ਬੰਦਾ ਦੇ ਦੂ? ਚੁਣਨੀ ਸਾਹਿਬ ਦੱਸੋ, ਤੁਸੀਂ ਦੱਸੋ ਭਾਈ ਜੀ, ਤੁਸੀਂ ਰੇਡੀਓ ਵਾਲੇ ਦੱਸੋ। ਭਾਜੀ ਪਰਮਿਸ਼ਨ ਲੈਣੀ ਪੈਂਦੀ ਹੈ ਜੀ, ਜੇ ਤੁਸੀਂ ਪਰਮਿਸ਼ਨ ਨਹੀਂ ਲਓਗੇ ਤਾਂ ਰਾਈਟ ਵੇ ਰੋਕ ਦਿੰਦੇ ਆ, ਦੱਸਣਾ ਪੈਂਦਾ ਉਹਨਾਂ ਨੂੰ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਆ, ਬਿਲਕੁਲ ਸਹਿਮਤ ਆ। ਇਹਨਾਂ ਨੇ ਕਾਨੂੰਨ ਬਣਾਉਣਾ, ਸਮਝ ਲਓ, ਮੰਨ ਲਓ, ਇਹਨਾਂ ਕਾਨੂੰਨ ਮੰਨ ਲਓ। ਵੀਰ ਜੀ, ਜਦੋਂ ਜਿਹੜੀ ਸਟੇਟ ਆ ਨਾ, ਸਟੇਟ ਦੇ ਕੋਲ ਪੁਲਿਸ ਆ, ਫੌਜ ਆ, ਉਹਨਾਂ ਨੂੰ ਦੱਸਣਾ ਜ਼ਰੂਰ ਪੈਂਦਾ ਆ, ਨਹੀਂ ਦਿੰਦੇ ਗੱਲ ਵੱਖਰੀ ਆ। ਬਾਈ ਜੀ ਗੱਲ ਸੁਣੋ, ਕਿੱਦਾਂ ਗਾਂਧੀ ਜਿਆਦਾ ਸੀ, ਉਹ ਨੂਣ ਤਾਂ ਲਾਇਆ ਸੀ, ਗੋਰਿਆਂ ਨੇ ਨੂਣ ਪਾਣੀ ਨਹੀਂ ਦੇਣਾ, ਉਹ ਕਹਿੰਦਾ ਡੰਡੀ ਯਾਤਰਾ ਕਰਕੇ ਗਿਆ, ਜੀ ਮੈਂ ਬਣਾਊਗਾ। ਹੋਲਡ ਰੱਖਿਓ ਜੀ, ਤੁਸੀਂ ਹੋਲਡ। ਹਾਂਜੀ ਹਾਂਜੀ, ਸੁਣੋ ਜੀ, ਸੁਣੋ ਜੀ। ਜੀ, ਮੈਂ ਇਹਨਾਂ ਦੀ ਗੱਲ ਦਾ ਜਵਾਬ ਦੇਣਾ ਚਾਹਾਂਗਾ। ਬਿਲਕੁਲ ਇਹਨਾਂ ਦੀ ਗੱਲ ਵਾਜਿਬ ਹੈ ਕਿ ਅੰਦੋਲਨਕਾਰੀਆਂ ਨੂੰ ਕੋਈ ਪਰਮਿਸ਼ਨ ਨਹੀਂ ਲੈਣੀ ਚਾਹੀਦੀ, ਕੇਵਲ ਸਰਕਾਰ ਨੂੰ ਦੱਸਣਾ ਹੁੰਦਾ ਹੈ ਵੀ ਆਹ ਕੰਮ ਅਸੀਂ ਕਰਨ ਲੱਗੇ ਆ, ਤੁਸੀਂ ਆਪਣਾ ਇੰਤਜ਼ਾਮ ਕਰੋ। ਬਿਲਕੁਲ। ਤੇ ਮੈਂ ਪਹਿਲਾਂ ਵੀ ਕਹਿ ਹਟਿਆ, ਪਹਿਲਾਂ ਜਿਹੜਾ ਇਹ ਸਵਾਲ ਆਇਆ ਸੀ, ਮੈਂ ਪਹਿਲਾਂ ਵੀ ਕਹਿ ਹਟਿਆ ਕਿ ਵੀ ਅਸੀਂ ਪਰਮਿਸ਼ਨ ਦੇ ਚੱਕਰ ਦੇ ਵਿੱਚ ਪੈ ਗਏ, ਤੇ ਪਰਮਿਸ਼ਨ ਦੇ ਚੱਕਰ ਦੇ ਵਿੱਚ ਪੈ ਕੇ ਜਿਹੜਾ 26 ਜਨਵਰੀ ਨੂੰ ਕਾਂਡ ਹੋਇਆ ਹੈ, ਉਹਦੇ ਚ ਅੱਧੇ ਜ਼ਿੰਮੇਵਾਰ ਅਸੀਂ ਲੋਕ ਵੀ ਆ ਬਈ। ਅਸੀਂ ਪਹਿਲਾਂ ਰਿੰਗ ਰੋਡ ਦਾ ਕਰਤਾ, ਫਿਰ ਅਸੀਂ ਪਰਮਿਸ਼ਨ ਦੇ ਚੱਕਰ ਚ ਪੈ ਗਏ, ਉਹਨਾਂ ਰਿੰਗ ਰੋਡ ਦੀ ਪਰਮਿਸ਼ਨ ਦਿੱਤੀ ਨਹੀਂ, ਅਸੀਂ ਦੂਜਾ ਰਸਤਾ ਉਹਨਾਂ ਦਾ ਕਬੂਲ ਕਰ ਲਿਆ ਜੀ। ਚਾਹੀਦਾ ਇਹ ਸੀ
ਵੀ ਜਿਹੜਾ ਰਸਤਾ ਅਸੀਂ ਤੈਅ ਕੀਤਾ ਅਸੀਂ ਉਸੇ ਰਸਤੇ ਨੂੰ ਜਾਵਾਂਗੇ, ਤੁਸੀਂ ਜੋ ਕਰਨਾ ਹੈ ਕਰੋ। ਬਿਲਕੁਲ ਪਰਮਿਸ਼ਨ ਨਹੀਂ, ਕੇਵਲ ਦੱਸਣਾ ਚਾਹੀਦਾ ਸੀ। ਤੇ ਇਹ ਬਿਲਕੁਲ ਠੀਕ ਕਹਿ ਰਹੇ ਨੇ ਅੰਦੋਲਨਕਾਰੀ, ਅਸੀਂ ਅਜੇ ਤੱਕ ਕਦੇ ਪਰਮਿਸ਼ਨ ਨਹੀਂ ਲਈ। ਪਰ ਦਿੱਕਤ ਇਹ ਹੁੰਦੀ ਹੈ ਕਿ ਅਸੀਂ ਇੱਥੇ ਸੈਂਕੜੇ ਸੰਗਠਨ ਇਸ ਟਾਈਮ ਨੇ, ਮਤਲਬ 40 ਪਹੁੰਚ ਕਹੇ ਜਾਂਦੇ ਆ, ਪਰ ਉਹਦੇ ਉਸ ਤੋਂ ਬਾਅਦ ਵੀ ਬਾਕੀ ਲੋਕ ਵੀ ਸ਼ਾਮਲ ਨੇ ਜਿਹਨਾਂ ਦੀ ਸਲਾਹ ਲੈਣੀ ਚਾਹੀਦੀ ਜੀ। ਤੇ ਸਾਰਿਆਂ ਦੀ ਜਿਹੜੀ ਰਾਏ ਹੁੰਦੀ ਹੈ ਉਸ ਰਾਏ ਨਾਲ ਚੱਲਣਾ ਪੈਂਦਾ। ਇਹਦੇ ਚ ਕੋਈ ਇਕੱਲਾ ਮਤਲਬ ਇੱਕ ਬੰਦੇ ਦੀ ਰਾਏ ਠੀਕ ਹੋ ਸਕਦੀ ਹੈ, ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਮੇਰੀ ਰਾਏ ਇਹੋ ਜਿਹੀ ਜਿਹੜੀ ਤੁਸੀਂ ਕਹਿ ਰਹੇ ਹੋ। ਪਰ ਜੇ 40 ਬੰਦੇ ਇੱਕ ਪਾਸੇ ਗਏ, 2 ਬੰਦੇ ਇੱਕ ਪਾਸੇ ਗਏ, ਤਾਂ 40 ਦੀ ਮੰਨਣੀ ਪਏਗੀ ਨਾ। ਬਿਲਕੁਲ ਜੀ, ਬਿਲਕੁਲ। ਇਸ ਕਰਕੇ ਇਹ ਜਿਹੜਾ ਵੱਡਾ ਜਦੋਂ ਟੱਬਰ ਹੋ ਜਾਂਦਾ ਉਹਦੇ ਚ ਗਲਤੀਆਂ ਵੀ ਹੁੰਦੀਆਂ ਨੇ, ਕਮੀਆਂ ਵੀ ਰਹਿੰਦੀਆਂ ਨੇ ਕੰਮ ਦੇ ਵਿੱਚ। ਇਹ ਗਲਤੀ ਅਸੀਂ ਕਬੂਲ ਰਹੇ ਹਾਂ ਪਹਿਲਾਂ ਹੀ ਵੀ ਅਸੀਂ ਜਿਹੜੇ ਪਰਮਿਸ਼ਨ ਦੇ ਚੱਕਰ ਦੇ ਵਿੱਚ ਪੈ ਗਏ। ਤੇ ਰੂਟ ਜਿਹੜਾ ਹੈ ਉਹ ਲੋਕਾਂ ਦੇ ਮਨ ਮੁਤਾਬਕ ਨਹੀਂ ਲਿਆ, ਲੋਕਾਂ ਦੀ ਭਾਵਨਾ ਮੁਤਾਬਕ ਨਹੀਂ ਲਿਆ। ਉਹਦੇ ਸਾਡੀ ਵੀ ਕਮੀ ਸੀ ਪਰ ਅਗਲਿਆਂ ਦੀ ਵੀ ਕਮੀ ਸੀ। ਜਿਹੜੇ ਅਗਲੇ ਲਾਲ ਕਿਲੇ ਤੇ ਜਾਂਦਾ ਤੇ ਕਿਸੇ ਨੇ ਨਹੀਂ ਸੀ ਕਿਹਾ ਲਾਲ ਕਿਲੇ, ਅਸੀਂ ਰਿੰਗ ਰੋਡ ਤੇ ਜਾਂਦਾ ਕਿਹਾ ਸੀ, ਲਾਲ ਕਿਲੇ ਤਾਂ ਕਦੋਂ ਅਸੀਂ ਕਿਹਾ ਸੀ ਜੀ। ਤੇ ਉਹ ਜਿਹੜੇ ਗਏ ਨੇ ਉਹ ਸ਼ਰਾਰਤ ਨਾਲ ਗਏ ਨੇ, ਇਹ ਕਹਿਣਾ ਚਾਹ ਰਹੇ ਸੀ ਜੀ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ 8782 ਸਵਾਗਤ ਹੈ ਜੀ। ਇਹ ਗੁਰਨਾਮ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਜੀ। ਤੁਸੀਂ ਇਹ ਕਹਿੰਦੇ ਜੀ ਕਿਸੇ ਨੇ ਕਿਹਾ ਨਹੀਂ ਸੀ ਲਾਲ ਕਿਲੇ ਤੇ ਜਾਣ ਨੂੰ, ਤੁਹਾਡੀਆਂ ਰਿਕਾਰਡਾਂ ਪਈਆਂ ਰਜਿੰਦਰ ਸਿੰਘ ਦੀਪ ਸਿੰਘ ਵਾਲੇ ਦੀਆਂ, ਜਿਹੜਾ ਕਹਿੰਦਾ ਸੀ ਅਸੀਂ ਲਾਲ ਕਿਲੇ ਤੇ ਝੰਡਾ ਵੀ ਚੜਾਵਾਂਗੇ, ਮੋਦੀ ਦੀ ਹਿੱਕ ਦੇ ਉੱਤੇ ਟਰੈਕਟਰ ਵੀ ਚਾੜਾਂਗੇ। ਜਦ ਮੈਂ ਇਹ ਗੱਲ ਕਰਦਾ, ਮੈਂ ਨਹੀਂ ਕਿਸੇ ਦੇ ਉੱਤੇ ਬਲੇਮ ਜੇ ਬਾਹਲੇ ਲਾਉਂਦਾ, ਮੈਂ ਤੁਹਾਨੂੰ ਸਾਫ਼ ਲਫ਼ਜ਼ਾਂ 'ਚ ਕਹਿੰਦਾ 2 ਤਰੀਕ ਤੱਕ ਇਹ ਬੰਗਾਲ ਦੀ ਨਤੀਜੇ ਆ ਜਾਣੇ ਚੋਣਾਂ ਦੇ। ਜੇ ਤਾਂ ਜਿੱਤ ਗਿਆ ਮੋਦੀ ਤੇ ਵਾਹਿਗੁਰੂ ਦਾ ਨਾਮ ਅਰਦਾਸ ਕਰਕੇ ਤੇ ਬੈਕ ਮੁੜਿਆ ਉਹ, ਜੇ ਨਹੀਂ ਜਿੱਤਿਆ ਮੋਦੀ ਤੇ 7 ਤਰੀਕ ਤੱਕ ਕੋਈ ਨਾ ਕੋਈ ਐਕਸ਼ਨ ਲੈ ਕੇ ਦਿੱਲੀ ਬੰਦ ਕਰ ਦਿਓ, ਫਿਰ ਤੁਹਾਡਾ ਕੰਮ ਹੋਣਾ। ਨਹੀਂ ਸਾਈਡਾਂ ਤੇ ਜਿੰਨੇ ਮਹੀਨੇ ਮਰਜ਼ੀ ਬੈਠੇ ਰਹੋ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਗੁਰਨਾਮ ਸਿੰਘ ਜੀ, ਅਖੀਰ 'ਚ ਕੀ ਕਹਿਣਾ ਚਾਹੋਗੇ ਤੁਸੀਂ, ਜਿਹੜਾ ਵੀਰ ਦਾ ਜਵਾਬ ਦੇ ਦਿਓ ਜੀ। ਇਹਦਾ ਜਵਾਬ ਮੈਂ ਇਹ ਦੇਣਾ ਚਾਹਾਂਗਾ ਵੀ ਵਾਪਸ ਤੇ ਨਹੀਂ ਅਸੀਂ ਮੁੜਨਾ, ਵਾਪਸ ਤੇ ਅਸੀਂ ਮੁੜਨਾ ਨਹੀਂ। ਸਰਕਾਰ ਕਰੇ ਜੋ ਮਰਜ਼ੀ, ਗੋਲੀ ਮਾਰੇ, ਜੇਲਾਂ ਚਲ ਜਾਏ, ਡੰਡੇ ਮਾਰੇ, ਜੋ ਮਰਜ਼ੀ ਕਰੇ, ਕਰ ਸਕਦੀ ਹੈ, ਸਰਕਾਰ ਕੋਲ ਪਾਵਰ ਹੁੰਦੀ ਹੈ ਜੀ। ਪਰ ਉਹ ਤੇ ਸਾਰੇ ਜ਼ੁਲਮ ਅਸੀਂ ਇਹਨਾਂ ਦੇ ਸਹਿਣ ਵਾਸਤੇ ਤਿਆਰ ਆ, ਵਾਪਸ ਤੇ ਨਹੀਂ ਅਸੀਂ ਮੁੜਨਾ। ਹੁਣ ਰਹੀ ਅੱਗੇ ਜਾਣ ਵਾਲੀ ਆ ਕੁਝ ਨਵਾਂ ਸਟੈਪ ਲੈਣ ਵਾਲੀ ਗੱਲ ਜੀ, ਉਹਦੇ ਸਾਡੀ ਸਹਿਮਤੀ ਨਹੀਂ ਬਣੀ। ਫਿਰ ਮੈਂ ਪਹਿਲਾਂ ਵੀ ਇਸ ਗੱਲ ਦਾ ਜਵਾਬ ਦੇ ਚੁੱਕਿਆ। ਤੇ ਹੁਣ ਜਿਹੜਾ ਕਰੋਨਾ ਦੀ ਜਿਹੜਾ ਇੱਕ ਕਰੋਨਾ ਦਾ ਹਵਾ ਖੜਾ ਹੋ ਗਿਆ ਹੈ, ਜੇ ਆਪਾਂ ਹੁਣ ਤੇ ਕੋਈ ਪ੍ਰੋਗਰਾਮ ਬਣਾਈਏ ਵੀ ਨਾ ਇਕੱਠੇ ਹੋਣ ਦਾ ਜਾਂ ਅੱਗੇ ਜਾਣ ਦਾ ਜਾਂ ਕੋਈ ਇਹੋ ਜਿਹਾ ਕਰਨ ਦਾ, ਭਾਰੀ ਇਕੱਠ ਕਰਨ ਦਾ, ਉਹਦੇ ਚ ਮੈਨੂੰ ਇਹ ਲੱਗਦਾ ਹੈ ਵੀ ਹੁਣ ਤੇ ਸਾਡੀ ਉਸ ਤਰ੍ਹਾਂ ਬਦਨਾਮੀ ਨਾ ਹੋ ਜਾਏ ਜਿਵੇਂ ਤਬਲੀਗੀਆਂ ਦੀ ਹੋਈ ਸੀ, ਉਸ ਤਰ੍ਹਾਂ ਬਦਨਾਮੀ ਨਾ ਹੋ ਜਾਏ। ਤੇ ਇਸ ਕਰਕੇ ਸਾਨੂੰ ਬੜਾ ਫੂਕ ਕੇ ਕਦਮ ਰੱਖਣਾ ਪਏਗਾ, ਬੜਾ ਸੋਚ ਕੇ ਕਦਮ ਰੱਖਣਾ ਪਏਗਾ ਜੀ। ਬਿਲਕੁਲ ਜੀ। ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਆਪਣਾ ਸਮਾਂ ਵੀ ਥੋੜਾ ਹੀ ਰਹਿ ਗਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਖੀਰ ਦੇ ਵਿੱਚ? ਜੀ ਮੈਂ ਕਿਹਾ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਇਸ ਸੰਘਰਸ਼ ਨੂੰ ਲੈ ਕੇ? ਮੈਂ ਅਖੀਰ ਦੇ ਵਿੱਚ ਇੱਕ ਤੇ ਜਿਹੜੇ ਸਾਡੇ ਬਾਹਰ ਭਰਾ ਬੈਠੇ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹਾਂਗੇ, ਜਿਹੜੇ ਬਾਹਰ ਬੈਠੇ ਤੇ ਸਾਡੀ ਚਿੰਤਾ ਕਰ ਰਹੇ ਨੇ, ਸਾਡਾ ਫਿਕਰ ਕਰ ਰਹੇ ਨੇ ਵੀ ਸਾਡੇ ਭਰਾ ਜਿਹੜੇ ਧਰਨਿਆਂ ਦੇ ਬੈਠੇ ਨੇ ਉਹ ਕਿਸ ਹਾਲਤ ਚ ਹੋਣਗੇ, ਕਿਵੇਂ ਬਣੇਗਾ, ਕੀ ਹਿੰਦੁਸਤਾਨ ਦੇ ਕਿਸਾਨਾਂ ਦਾ ਬਣੇਗਾ। ਉਹ ਜਿਹੜੇ ਸਾਡਾ ਫਿਕਰ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ, ਤੁਹਾਡਾ ਧੰਨਵਾਦ ਕਰਨਾ ਚਾਹਾਂਗੇ ਜਿਹੜਾ ਤੁਸੀਂ ਇੰਨੀ ਨਜ਼ਰ ਦੇਸ਼ ਤੇ ਰੱਖ ਰਹੇ ਹੋ ਤੇ ਸਾਡਾ ਪੂਰੀ ਗੱਲ ਇੱਥੋਂ ਦੀ ਜਿਹੜੀ ਆ ਉਹ ਦੇਸ਼ਾਂ ਤੱਕ ਪਹੁੰਚਾ ਰਹੇ ਹੋ। ਤੇ ਦੂਜੀ ਗੱਲ ਇਹ ਹੈ, ਮੈਂ ਸਾਰੇ ਜਿੰਨੇ ਵੀ ਸਾਡੇ ਸਰੋਤਾ ਨੇ ਉਹਨਾਂ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਇਹ ਜਿਹੜਾ ਅੰਦੋਲਨ ਹੈ, ਇਹ ਅੰਦੋਲਨ ਕੇਵਲ ਕਿਸਾਨਾਂ ਦਾ ਨਹੀਂ ਹੈ, ਇਹ ਇੱਕ ਮਾਨਵਤਾ ਦਾ ਅੰਦੋਲਨ ਹੈ। ਮਾਨਵਤਾ ਦਾ ਮਤਲਬ ਲੋਕਾਂ ਦਾ ਜਿਹੜਾ ਰੋਟੀ ਹੈ, ਇਨਸਾਨੀ ਜਾਮੇ ਦੀ ਜਿਹੜੀ ਇਸਦੀ ਰੋਟੀ ਹੈ, ਉਹ ਚੰਦ ਲੋਕਾਂ ਦੇ ਗੋਦਾਮਾਂ ਦੇ ਵਿੱਚ ਕੈਦ ਹੋਏਗੀ ਤੇ ਦੁਨੀਆ ਭੁੱਖੀ ਮਰੇਗੀ। ਇਹ ਅਧਰਮ ਹੈ। ਜੇ ਭੁੱਖੇ ਮਰਨਗੇ ਤੇ ਇਹ ਅਨਰਥ ਹੋਏਗਾ। ਤੇ ਉਹਦੇ ਚ ਜਿਹੜਾ ਵੀ ਜੋ ਇਸ ਅੰਦੋਲਨ ਦੇ ਵਿੱਚ ਸਹਿਯੋਗ ਪਾ ਸਕਦਾ ਹੈ, ਉਹ ਤਨ ਦਾ, ਮਨ ਦਾ, ਧਨ ਦਾ, ਕਿਸੇ ਤਰ੍ਹਾਂ ਦਾ ਵੀ ਹੋਏ, ਜਿਹੜਾ ਉਸ ਮਾਲਕ ਅੱਗੇ ਹੀ ਬੇਨਤੀ ਕਰ ਸਕਦਾ ਹੈ। 90 ਸਾਲ ਦਾ ਬਜ਼ੁਰਗ ਹੈ, ਕੁਝ ਨਹੀਂ ਕਰ ਸਕਦਾ, ਉਹ ਮਾਲਕ ਅੱਗੇ ਹੀ ਬੇਨਤੀ ਕਰ ਸਕਦਾ, ਉਹ ਵੀ ਸੇਵਾ ਹੈ। ਜਿਹੜਾ 4 ਬੰਦਿਆਂ ਦੇ ਵਿੱਚ ਚਰਚਾ ਕਰ ਸਕਦਾ ਹੈ ਕਿ ਹਾਂ ਇਹ ਗਲਤ ਹੋ ਰਿਹਾ, ਸਰਕਾਰ ਗਲਤ ਕਰ ਰਹੀ, ਉਹ ਵੀ ਸੇਵਾ ਹੈ। ਤੇ ਜਿਹੜਾ ਵੀ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾ ਸਕਦਾ ਉਹਨੂੰ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਹ ਧਰਮ ਯੁੱਧ ਹੈ।
ਬਿਲਕੁਲ ਜੀ, ਧੰਨਵਾਦ ਜੀ, ਤੁਸੀਂ ਇੰਨੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਸਾਡੇ ਲਈ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ, ਧੰਨਵਾਦ ਜੀ, ਬਹੁਤ ਬਹੁਤ, ਸਤਿ ਸ਼੍ਰੀ ਅਕਾਲ ਜੀ। ਬਿਲकुल जी, आप लेने एक निक्की जी कमर्शियल ब्रेक, तो उस तो बाद फिर तुहाडे नाल जुड़ते हैं जी। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की, तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर सिंस 1992। Visit in store for much more. 2 locations to serve you. Stevens Furniture. ਕੀ ਗੱਲ ਅੰਕਲ ਜੀ, ਬੜੇ ਪਰੇਸ਼ਾਨ ਹੋ? ਕੀ ਦੱਸਾਂ ਪੁੱਤਰ, ਇੱਕ ਤਾਂ ਤੇਰੀ ਆਂਟੀ ਬਹੁਤ ਬਿਮਾਰ ਰਹਿੰਦੇ ਨੇ, ਕੋਈ ਦਵਾਈ ਅਸਰ ਨਹੀਂ ਕਰਦੀ, ਉੱਤੋਂ ਹੱਲੇ ਤੱਕ ਸੋਨੂ ਦੀ ਸ਼ਾਦੀ ਨਹੀਂ ਹੋਣ ਕਰਕੇ ਨਸ਼ੇ ਵਿੱਚ ਪੈ ਗਿਆ, ਤੇ ਨਿੱਕੀ ਦੇ ਘਰ ਦੇ ਕਲੇਸ਼ ਕਰਕੇ ਵੀ ਮੈਨੂੰ ਤੇ ਸਮਝ ਨਹੀਂ ਆਉਂਦਾ ਕੀ ਕਰਾਂ। ਉਹ ਅੰਕਲ ਜੀ, ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੇਗਾ ਤੁਹਾਨੂੰ ਜੋਤਿਸ਼ ਗੁਰੂ ਬਲਦੇਵ ਸਿੰਘ ਜੀ ਕੋਲ, ਜੋ ਕਿ ਭ੍ਰਿਗੂ ਜੋਤਿਸ਼ ਸੰਸਥਾਨ ਦੁਆਰਾ 7 ਟਾਈਮ 골ਡ ਮੈਡਲ ਜਿੱਤ ਚੁੱਕੇ ਨੇ। जी हाँ, ज्योतिष गुरु बलदेव सिंह, जो महादशा, अंतरदशा, नजर दोष, वास्तु, गंडमूल दोष, घरेलू कलेश, जादू टोना, ਪਤੀ ਪਤਨੀ ਦਾ ਝਗੜਾ, ਤਲਾਕ ਦੀ ਨੌਬਤ ਆਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸੰਤਾਨ ਕਹਿਣੇ ਤੋਂ ਬਾਹਰ ਹੋਣਾ, ਵਿਆਹ 'ਚ ਦੇਰੀ, PR ਨਾ ਮਿਲਣਾ, ਬੈਂਡ ਘੱਟ ਆਉਣਾ, ਲੋਟਰੀ ਨਾ ਲੱਗਣਾ, ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹਵਨ ਪੂਜਾ ਪਾਠ ਦੁਆਰਾ ਜੜੋਂ ਖਤਮ ਕਰਦੇ ਨੇ। ਅੱਜ ਹੀ ਕਾਲ ਕਰੋ 7427047267 742 704 7267। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਹੋਰ ਸੁਣਾਓ। ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ, ਹੱਲੇ ਵੀ ਹੋਰ ਸੁਣਾਓ ਹੋਰ ਸੁਣਾਓ। ਲੈ ਦੱਸ, ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ, ਉਹ ਵੀ 60 ਤੋਂ ਵੱਧ ਦੇਸ਼ਾਂ 'ਚ, ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ। ਜੀ ਹਾਂ, ਇੰਡੀਆ, UK, USA, ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ। ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਹੋ ਤੇ ਕਰੋ ਇੰਟਰਨੈਸ਼ਨਲ ਕਾਲਸ। ਨਾ ਕੋਈ ਕੰਟਰੈਕਟ, ਨਾ ਕੋਈ ਐਗਰੀਮੈਂਟ, ਤੇ ਨਾ ਹੀ ਕੈਂਸਲੇਸ਼ਨ ਚਾਰजेस, ਤੇ ਹੋਰ क्रेडिट चेक भी नहीं लगेगा। मंथली चार्जेस $1428 प्लस टैक्स। वन टाइम डिवाइस कॉस्ट $49.99 प्लस टैक्स। ज्यादा जानकारी लई कॉल करो प्रिया जी नू 6476494000 647 649 4000। दोपहर 12 बजे तो शाम 7 बजे तक। बस तू हुण तैयारी खिच, छेती इत्थे आउण दी। अच्छा, नाले कहंदे बड़ा ही औखा है। ओ ब्रैम्पटन इमिग्रेशन कंसल्टेंसी दे हुंदियां कोई औखा नहीं। ब्रैम्पटन इमिग्रेशन कंसल्टेंसी फॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਓ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲਾ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੀਅਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਹਾਂ ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਫੇਰ ਸਾਰਿਆਂ ਦਾ ਸਵਾਗਤ ਹੈ ਜੀ। ਆਪਣੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੈ ਜੀ। ਕੱਲ ਨੂੰ ਫੇਰ ਜੁੜਾਂਗੇ ਤੁਹਾਡੇ ਨਾਲ। ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ 5149169593 514 916 9593 ਤੇ ਕਰ ਸਕਦੇ ਹੋ। ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਣੇ ਸਰਬੱਤ ਦਾ ਭਲਾ। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ? ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਇਸ